ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ। ਜੇ ਕੁਲ ਪੂਤ ਨਾ ਗਿਆਨ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਓ ਨਿਤ ਦੇ ਨਿਯਮ ਅਨੁਸਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਕਰੀਏ। ਅਰਥ ਰੂਪ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰੀਏ। ਗਰੀਬ ਨਿਵਾਜ ਸਤਿਗੁਰੂ ਸਾਡੇ ਸਵਾਸਾਂ ਦੀ ਸਫਲਤਾ ਕਰਨਗੇ। ਕਬੀਰ ਸਾਹਿਬ ਜੀ ਦੀ ਬਾਣੀ ਗੌੜੀ ਰਾਗ ਦੇ ਅੰਦਰ ਜਿਸ ਦੀ ਵਿਚਾਰ ਹੋ ਰਹੀ ਹੈ, ਸੁਭਾਵ ਮਨ ਬਿਰਤੀਆਂ ਇਕਾਗਰ ਕਰਕੇ ਅੱਗੇ ਉਪਦੇਸ਼ ਸਰਵਣ ਕਰੋ ਜੀ। ਸਤਿਗੁਰਾਂ ਦਾ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਗੌੜੀ ਕਬੀਰ ਜੀ। ਗੌੜੀ ਰਾਗ ਹੈ। ਕਬੀਰ ਸਾਹਿਬ ਜੀ ਨੇ ਇਹ ਸ਼ਬਦ ਕਾਂਸੀ ਦੇ ਵਿੱਚ ਉਸ ਵੇਲੇ ਉਚਾਰਨ ਕੀਤਾ। ਭਗਤ ਜੀ ਦੇ ਪਾਸ ਇੱਕ ਕੋਈ ਉੱਚੀ ਕੁਲ ਦਾ ਹੰਕਾਰ ਕਰਨ ਵਾਲਾ ਵਿਅਕਤੀ ਸੀ। ਉਹ ਕਬੀਰ ਸਾਹਿਬ ਕੋਲ ਆ ਕੇ ਜਿਉਂ ਲੱਗਿਆ ਫੜਾ ਮਾਰਨ, ਆਪਣੀ ਉੱਚੀ ਕੁਲ ਦਾ ਬੜਾ ਮਾਣ ਕਰਕੇ ਨੀਵੀਆਂ ਕੁਲਾਂ ਦਾ ਅਪਮਾਨ ਦੇ ਸ਼ਬਦ ਬੋਲਿਆ। ਤੇ ਕਿਉਂਕਿ ਕਬੀਰ ਸਾਹਿਬ ਨੂੰ ਸੁਣਾ ਰਿਹਾ ਸੀ ਵੀ ਤੇਰਾ ਜਨਮ ਨੀਚ ਕੁਲ ਵਿੱਚ ਹੈ, ਅਸੀਂ ਉੱਚੀ ਕੁਲ ਵਾਲੇ ਹਾਂ। ਤੇ ਕਬੀਰ ਸਾਹਿਬ ਉਹਦੀ ਗੱਲ ਸੁਣ ਕੇ ਫਿਰ ਉਹਨੂੰ ਉਪਦੇਸ਼ ਦਿੰਦੇ ਨੇ, ਭਾਈ ਕੁਲ ਦੇ ਵਿੱਚ ਜਨਮ ਲੈਣ ਕੋਈ ਉੱਤਮ ਨਹੀਂ ਹੁੰਦਾ। ਉਸ ਵੇਲੇ ਸ਼ਬਦ ਉਚਾਰਨ ਕੀਤਾ ਹੈ। ਸੋ ਅੱਗੇ ਕਬੀਰ ਸਾਹਿਬ ਜੀ ਸ਼ਬਦ ਉਚਾਰਦੇ ਹਨ ਜੀ। ਜੇ ਕੁਲ ਪੂਤ ਨਾ ਗਿਆਨ ਵਿਚਾਰੀ। ਕਹਿੰਦੇ ਪ੍ਰੇਮੀਆਂ ਤੂੰ ਤਾਂ ਉੱਚੀ ਕੁਲ ਦਾ ਮਾਣ ਕਰਦਾ ਤੇ ਵਡਿਆਈ ਕਰਦਾ। ਕਹਿੰਦੇ ਗਿਆਨਵਾਨਾਂ ਦੀ ਦ੍ਰਿਸ਼ਟੀ ਦੇ ਅੰਦਰ, ਸ਼ਾਸਤਰਕਾਰਾਂ ਦੀ ਦ੍ਰਿਸ਼ਟੀ ਦੇ ਅੰਦਰ, ਪਰਮਾਰਥ ਦ੍ਰਿਸ਼ਟੀਕੋਣ ਤੋਂ ਵੇਖੇ ਹੇ ਭਾਈ, ਤੇ ਜਿੰਨੀ ਮਰਜ਼ੀ ਵੱਡੀ ਕੁਲ ਉੱਚੀ ਕਿਉਂ ਨਾ ਹੋਵੇ, ਇਹ ਤਾਂ ਸੰਸਾਰ ਦੇ ਲੋਕਾਂ ਨੇ ਬਣਾਈਆਂ ਹੋਈਆਂ, ਪਰ ਜਿਹੇ ਜਿਸ ਕੁਲ ਦੇ ਵਿੱਚ, ਜਿਸ ਖਾਨਦਾਨ ਦੇ ਵਿੱਚ ਨਿਜ ਸਰੂਪ ਦੇ ਗਿਆਨ ਦਾ ਅਰਥ ਹੈ ਬੋਧ, ਨਿਜ ਸਰੂਪ ਦੇ ਬੋਧ ਵਾਲੀ ਵਿਚਾਰ ਕਰਨ ਵਾਲਾ, ਪਰਮਾਤਮਾ ਦਾ ਚਿੰਤਨ ਕਰਨ ਵਾਲਾ ਪੂਤ ਨਾਮ ਪੁੱਤਰ ਦਾ ਪੁੱਤਰ ਨਹੀਂ ਜਨਮਿਆ ਹੈ, ਜਿਸ ਕੁਲ ਦੇ ਅੰਦਰ ਵਿਧਵਾ ਕਸ ਨਾ ਭਈ ਮਹਤਾਰੀ। ਕਹਿੰਦੇ ਅਸੀਂ ਤਾਂ ਇਹੋ ਜਿਹੀ ਕੁਲ ਵਾਲਿਆਂ ਨੂੰ, ਜਿਹੜੀ ਕੁਲ ਦੇ ਵਿੱਚ ਨਾਸਤਕ ਬੱਚੇ ਜੰਮਣ, ਕਹਿੰਦੇ ਸਾਡਾ ਤਾਂ ਖਿਆਲ ਇਹ ਹੈ ਵੀ ਉਹਦੀ ਜਿਹੜੀ ਐਸੇ ਨਾਸਤਕ ਬੰਦੇ ਦੀ ਜਿਹੜੀ ਮਾਂ ਹੈ, ਉਹ ਜਨਮ ਦੇਣ ਤੋਂ ਪਹਿਲਾਂ ਵਿਧਵਾ ਕਿਉਂ ਨਹੀਂ ਹੋ ਗਈ। ਜਾਣੀ ਕਹਿਣ ਤੋਂ ਭਾਵ ਹੈ ਵੀ ਉਹਦੀ ਮਾਂ ਜੇ ਵਿਧਵਾ ਹੋ ਜਾਂਦੀ ਤਾਂ ਫਿਰ ਉਹ ਜੰਮਦਾ ਨਾ। ਕਸ ਕਿਉਂ ਨਾ ਵਿਧਵਾ ਹੋ ਗਈ। ਅਜਿਹੇ ਪਾਪੀ ਪੁਰਸ਼ ਨੂੰ ਜਨਮ ਦੇਣ ਤੋਂ ਪਹਿਲਾਂ ਉਹਦੀ ਮਾਂ ਹੀ ਵਿਧਵਾ ਹੋ ਜਾਂਦੀ। ਇਸੇ ਗੱਲ ਨੂੰ ਸਮੁੰਦਰੀਕ ਗ੍ਰੰਥ ਦੇ ਕਰਤਾ ਸੁੰਦਰ ਸ਼ਾਹ ਜੀ ਉਹ ਮਹਾਂਪੁਰਸ਼ ਲਿਖਦੇ ਹੈ, ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਧ ਰਹਿ ਕਾਹੇ ਗਵਾਵੇ ਨੂਰ। ਪੰਡਤ ਗੁਲਾਬ ਸਿੰਘ ਜੀ ਨੇ ਇਸ ਭਾਵ ਨੂੰ ਲਿਖਿਆ ਹੈ, ਹਰ ਨਾਮ ਭਜੇ ਜਗ ਭੀਤਰ, ਜੋ ਜਨਨੀ ਸੁਤ ਜਾਬਦ ਕੋ ਬਜਾਏ, ਅਥਵਾ ਜਨਨੀ ਸੁਤ ਸੋਏ ਜਣੇ, ਰਣ ਭੀਤਰ ਜੋ ਅਰ ਕੇ ਦਲ ਕਾਏ। ਸਿਰ ਲੋ ਤਾਨ ਦਾਨ ਕਰੈ ਜਗ ਮੈਂ, ਜਨਨੀ ਸੁਤ ਜਾਬਦ ਕੋ ਨਿਪਜਾਏ, ਇਨ ਤੀਨ ਬਿਨਾ ਕਿਰਮ ਕੇ ਸੁਤ ਕੇ ਹਿਤ, ਜੋ ਬਨ ਨਹੀਂ ਅਕਾਦ ਗਵਾਏ। ਕਹਿ ਪਦ ਵੀ ਹਰ ਭਗਤ ਹੈ, ਕਹਿ ਅਰ ਕੋ ਦਲ ਨਾਸ। ਇਹ ਜਿਹੜੇ ਤਿੰਨੇ ਅਹੁਦੇ ਹਨ, ਤਿੰਨੇ ਹੀ ਮਰਾਤਬੇ ਹਨ। ਇਨ ਤੀਨ ਬਿਨਾ ਕਿਰਮ ਕੇ ਸੁਤ ਕਿਹਾ ਹੈ। ਤੋ ਇਸ ਕਰਕੇ ਇੱਥੇ ਕਬੀਰ ਸਾਹਿਬ ਜੀ ਨੇ ਇਸੇ ਭਾਵ ਨੂੰ ਜੋ ਲਿਆ ਹੈ। ਤੇ ਅੱਗੇ ਫਿਰ ਕਹਿੰਦੇ ਜੀ ਨਿਰਾ ਤੁਸੀਂ ਮਾਂ ਨੂੰ ਹੀ ਕਹਿ ਦਿੱਤਾ, ਤੇ ਉਹਦੇ ਆਪਣੇ ਸੰਸਕਾਰ ਹੋ ਸਕਦੇ ਨੇ। ਉਹ ਕਹਿੰਦੇ ਮਾਂ ਨੂੰ ਇਸ ਕਰਕੇ ਕਿਹਾ ਵੀ ਮਾਤਾ ਗਰਭ ਦੇ ਵਿੱਚ ਬੱਚੇ ਨੂੰ ਚੰਗੇ ਸੰਸਕਾਰ ਦੇ ਸਕਦੀ। ਜਿਸ ਵੇਲੇ ਬੱਚਾ ਪੇਟ ਦੇ ਵਿੱਚ ਹੈ
ਮਾਂ ਦੀ ਖੁਰਾਕ ਬੱਚੇ ਦੀ ਖੁਰਾਕ ਹੈ, ਜੋ ਖਾ ਰਹੀ ਹੈ ਬੱਚੇ ਤੇ ਅਸਰ ਹੋ ਰਿਹਾ ਉਸ ਦਾ। ਔਰ ਉਸ ਵੇਲੇ ਇਕੱਲੀ ਖੁਰਾਕ ਦੀ ਬਾਤ ਨਹੀਂ, ਜੋ ਮਾਂ ਸੋਚ ਰਹੀ ਹੈ ਬੱਚੇ ਦੀ ਸੋਚ ਬਣ ਰਹੀ ਹੈ, ਜੋ ਮਾਂ ਦੇਖ ਰਹੀ ਹੈ ਬੱਚੇ ਦੇ ਉੱਤੇ ਉਹਦੇ ਐਕਸ ਪੈ ਰਿਹਾ, ਜੋ ਸੁਣ ਰਹੀ ਹੈ ਉਹਦਾ ਭਾਵ ਉਹਦੇ ਪੈ ਰਿਹਾ। ਇਸ ਕਰਕੇ ਬਾਪ ਨੂੰ ਨਹੀਂ ਕਿਹਾ, ਮਾਂ ਨੂੰ ਤਾਂ ਕਿਹਾ, ਜ਼ਿੰਮੇਵਾਰੀ ਮਾਂ ਦੀ ਜ਼ਿਆਦਾ ਹੈ। ਇਸ ਕਰਕੇ ਤਾਂ ਜਨਨੀ ਵਾਸਤੇ ਇਹ ਗੱਲ ਕਹੀ ਗਈ ਹੈ। ਇਹ ਠੀਕ ਹੈ, ਕੁਝ ਜਨਮ ਲੈਣ ਵਾਲੇ ਦੇ ਆਪਣੇ ਸੰਸਕਾਰ ਹੁੰਦੇ ਨੇ, ਕਈ ਵਾਰ ਉਹ ਸੰਸਕਾਰ ਇੰਨੇ ਪੱਕੇ ਹੁੰਦੇ ਨੇ ਵੀ ਮਾਂ ਦੇ ਸੰਸਕਾਰ ਉਹਦੇ ਤੇ ਕੰਮ ਨਹੀਂ ਕਰਦੇ, ਉੱਥੇ ਫਿਰ ਮਾਂ ਦਾ ਕਸੂਰ। ਜਿਵੇਂ ਕੰਸ ਹੈ ਤੇ ਉਗਰਸੈਨ ਹੈ, ਮਾਂ ਦੀ ਕੁੱਖ ਵੀ ਠੀਕ ਹੈ ਪਰ ਉੱਥੇ ਰਾਖਸ਼ ਜੰਮ ਪਿਆ। ਮਹਾਰਾਣੀ ਕਿਆਦੂ ਹਰਨਾਕਸ਼ ਦੇ ਘਰ ਵਾਲੀ ਹੈ, ਉਹਦੇ ਪ੍ਰਹਲਾਦ ਜੰਮ ਪਿਆ। ਉਹਦੇ ਸੰਸਕਾਰ, ਪ੍ਰਹਲਾਦ ਦੇ ਸੰਸਕਾਰ ਬਣੇ ਸੀ, 9 ਮਹੀਨੇ ਕਥਾ ਸੁਣਦੀ ਰਹੀ। ਤਾਂ ਇਹ ਜ਼ਿੰਮੇਵਾਰੀ ਦਿੱਤੀ ਹੈ ਵੀ ਕੁਝ ਐਸੇ ਨੇ ਵੀ ਉਹਨਾਂ ਦੇ ਆਪਣੇ ਸੰਸਕਾਰ ਵੀ ਹੁੰਦੇ ਨੇ ਤੇ ਕੁਝ ਐਸਾ ਹੈ ਵੀ ਨਵੇਂ ਸੰਸਕਾਰ ਮਾਂ ਬਣਾ ਸਕਦੀ ਹੈ। ਉਸ ਤੋਂ ਬਾਅਦ ਫਿਰ ਬਾਪ ਨੇ ਆਪਣੇ ਆਂਗਨ ਵਿੱਚ ਉਹਨੂੰ ਸੰਸਕਾਰ ਦੇਣੇ ਨੇ, ਫਿਰ ਉਸਤਾਦ ਨੇ ਉਹਨੂੰ ਸੰਸਕਾਰ ਦੇਣੇ ਨੇ ਜਿੱਥੇ ਪੜ੍ਹਾਈ ਕਰੂਗਾ। ਇਹ ਬਹੁਤ ਕੁਝ ਹੈ। ਖੈਰ ਆਪਾਂ ਬਹੁਤਾ ਵਿਸਤਾਰ ਨਾ ਕਰੀਏ। ਕਹਿੰਦੇ ਵੀ ਜਿਹੜਾ ਐਸਾ ਹੈ, ਕਹਿੰਦੇ ਉਹਦੇ ਬਾਰੇ ਵੀ ਅਸੀਂ ਇਹ ਕਹਿੰਦੇ ਹਾਂ, ਜਨਮ ਲੈਣ ਵਾਲਾ ਜੋ ਹੈ, ਜਿਹ ਨਰ ਰਾਮ ਭਗਤ ਨਹਿ ਸਾਧੀ, ਜੇ ਜਿਸ ਮਨੁੱਖ ਨੇ ਰਮੇ ਹੋਏ ਪ੍ਰਮਾਤਮਾ ਦੀ ਭਗਤੀ ਦੀ ਸਾਧਨਾ ਹੀ ਨਹੀਂ ਕੀਤੀ ਹੈ, ਪਰਮਾਰਥੀ ਸਾਧਨ ਕੋਈ ਨਹੀਂ ਕੀਤੇ, ਭਗਤੀ ਨਹੀਂ ਕੀਤੀ ਹੈ, ਜੇ ਇਹੋ ਜਿਹਾ ਅਪਰਾਧੀ ਜੋ ਹੈ, ਜਨਮਤ ਕਸਨ ਮੋਹ ਅਪਰਾਧੀ, ਉਹ ਅਜਿਹਾ ਅਪਰਾਧੀ ਜਿਹੜਾ ਹੈ, ਅਪਰਾਧੀ ਹੁੰਦਾ ਹੈ ਪਾਪੀ ਗੁਨਾਹਗਾਰ। ਉਹ ਕਹਿੰਦੇ ਜੇ ਜਨਮ ਵੀ ਲੈ ਲਿਆ ਸੀ, ਕਹਿੰਦੇ ਜੰਮਦਾ ਹੀ ਮਰ ਕਿਉਂ ਨਾ ਗਿਆ ਤੂੰ ਇਹੋ ਜਿਹਾ, ਜੇ ਤਾਂ ਰੱਬ ਦਾ ਨਾਂ ਹੀ ਨਹੀਂ ਸੀ ਲੈਣਾ, ਐਵੇਂ ਧਰਤੀ ਦੇ ਉੱਤੇ ਬੋਝ ਹੀ ਹੈ ਨਾ, ਫਿਰ ਤੂੰ ਮਨੁੱਖ ਸਰੀਰ ਵਿੱਚ ਆਇਆ, ਇਹਦੇ ਨਾਲ ਮਰ ਜਾਂਦਾ ਉਹ ਚੰਗਾ ਸੀ। ਇਸੇ ਕਰਕੇ ਚੌਥੇ ਪਾਤਸ਼ਾਹ ਨੇ ਵੀ ਪਾਵਨ ਵਚਨ ਕਹਿਆ, ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ, ਤਿਸ ਕੈ ਕੁਲ ਲਾਗੀ ਗਾਰੀ, ਹਰ ਤਿਸ ਕੈ ਕੁਲ ਪਰਸੂਤ ਨ ਕਰੀ ਹੋ, ਤਿਸ ਵਿਧਵਾ ਕਰ ਮਹਤਾਰੀ। ਗੁਰੂ ਸਾਹਿਬ ਨੇ ਵੀ ਕਹੀ ਹੈ ਗੱਲ। ਸੋ ਅੱਗੇ ਇਸ ਪ੍ਰਕਾਰ ਹੀ ਦੱਸਦੇ ਹਨ। ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ, ਮੁਚ ਮੁਚ ਗਰਭ ਗਏ ਕੀਨ ਬਚਿਆ। ਤੇ ਇਹਦੇ ਦੋ ਹੀ ਪਾਠ ਨੇ, ਪਰ ਮੁੱਖ ਪਾਠ ਇਹੀ ਹੈ, ਅਰਥ ਵਾਲੇ ਕੱਕੇ ਨੂੰ ਤੇ ਨੰਨੇ ਨੂੰ ਅਲੱਗ ਕਰਕੇ ਕਰਨ। ਉਹਦੇ ਵਿੱਚ ਪਾਠਕ ਨੇ ਧਿਆਨ ਨਹੀਂ ਦੇਣਾ, ਕੀਨ ਬਚਿਆ, ਇਹੀ ਪਾਠ ਮੁੱਖ ਹੈ। ਮੁਚ ਨਾਮ ਹੈ ਬਹੁਤ ਦਾ, ਭਉ ਮੁਚ ਭਾਰਾ ਵੱਡਾ ਤੋਲਾ ਹੈ ਨੇ। ਮੁਚ ਨਾਮ ਹੈ ਬਹੁਤ ਸਾਰਾ, ਬਹੁਤ ਸਾਰੇ ਜੀਵ ਮਾਤਾ ਦੇ ਗਰਭ ਪੇਟ ਦੇ ਵਿੱਚ ਹੀ, ਤੇ ਮੁਚ ਨਾਮ ਹੈ ਛਣ ਜਾਣ ਦਾ, ਗਰਭ ਛਣ ਜਾਂਦਾ ਹੈ, ਗਰਭਪਾਤ ਹੋ ਕੇ ਜੀਵ ਜਿਹੜਾ ਬਾਹਰ ਚਲਿਆ ਜਾਂਦਾ ਹੈ, ਤੇ ਜਨਮ ਲੈਣ ਤੋਂ ਪਹਿਲਾਂ ਹੀ ਸਰੀਰ ਦੇ ਅੰਗ ਪ੍ਰਤੰਗ ਬਣਨ ਤੋਂ ਪਹਿਲਾਂ ਹੀ ਮਰ ਗਿਆ। ਕਹਿੰਦੇ ਮੁਚ ਮੁਚ ਗਰਭ ਗਏ, ਉਹ ਗਰਭ ਦੇ ਗਰਭ ਛਣ ਕੇ ਕਿੰਨੇ ਹੀ ਬੱਚੇ ਜਿਹੜੇ ਨੇ ਉਹ ਤਾਂ ਚਲੇ ਗਏ। ਕੀਨ ਬਚਿਆ, ਇਹ ਕੀਨ ਕਿਉਂ ਬਚਿਆ? ਜਿਹਨੇ ਭਗਤੀ ਨਹੀਂ ਸੀ ਕਰਨੀ, ਆਖੇ ਗਰਭ ਛਣ ਕੇ ਮਰ ਜਾਂਦਾ। ਮਾਂ ਨੇ ਤਾਂ ਜੇ ਗਲਤੀ ਦੇ ਨਾਲ ਅਜਿਹੇ ਬੱਚੇ ਨੂੰ ਗਰਭ ਵਿੱਚ ਲੈ ਲਿਆ, ਕਹਿੰਦੇ ਗਰਭ ਹੀ ਛਣ ਜਾਂਦਾ, ਜਾਂ ਉਹ ਵਿਧਵਾ ਹੋ ਜਾਂਦੀ, ਜਨਮ ਹੀ ਲੈਂਦਾ। ਇਹ ਭਾਵਨਾ ਕਬੀਰ ਸਾਹਿਬ ਦੀ ਬੰਦਗੀ ਕਰਨ ਵਾਲਿਆਂ ਦੀ। ਅਨੇਕਾਂ ਮਾਤਾ ਦੇ ਗਰਭ ਛਣ ਜਾਂਦੇ ਨੇ, ਪਰੰਤੂ ਕਹਿੰਦੇ ਕੀ ਨਾ, ਕਿਉਂ ਨਹੀਂ ਮਾਇਆ ਦੇ ਮੋਹ ਤੋਂ ਤੂੰ ਬਚ ਗਿਆ? ਤੂੰ ਮਾਇਆ ਦੇ ਮੋਹ ਚੋਂ ਬਚ ਜਾਂਦਾ ਜੇ ਜਨਮ ਲਿਆ। ਕਹਿੰਦੇ ਬਚੇ ਹੀ ਨਹੀਂ। ਉਹਨੂੰ ਚਾਹੀਦਾ ਸੀ ਮਾਇਆ ਦੇ ਮੋਹ ਤੋਂ ਬਚ ਕੇ ਗਿਆਨ ਅਵਸਥਾ ਵਿੱਚ ਜਾਗ ਪੈਂਦਾ। ਇਸ ਕਰਕੇ ਉਹਨੂੰ ਉਲੰਭਾ ਦਿੰਦੇ ਆ ਕਬੀਰ ਸਾਹਿਬ ਕਹਿੰਦੇ। ਸੋ ਇਸ ਕਰਕੇ ਅੱਗੇ ਦੱਸਦੇ ਹਨ ਜੀ, ਬੁੱਢ ਪੁਜ ਰੂਪ ਜੀਵੇ ਜਗ ਮਜਿਆ। ਬੁੱਢ ਪੁਜ ਰੂਪ ਕਹਿੰਦੇ ਉਹ ਸੋਹਣੇ ਰੂਪ, ਰੂਪ ਨਾਮ ਆਕਾਰ ਦਾ ਹੈ, ਦੇਖਣ ਨੂੰ ਤਾਂ ਬੜਾ ਸੋਹਣਾ ਲੱਗਦਾ ਹੋਵੇ। ਬੁੱਢ ਪੁਜ ਤੇ ਬਾਹਾਂ ਤੱਕ ਡੁੱਬਿਆ ਹੋਇਆ। ਬੁੱਢ ਨਾਮ ਡੁੱਬਣ ਦਾ, ਪੁਜ ਨਾਮ ਹੈ ਬਾਹਾਂ ਦਾ। ਜਿਵੇਂ ਕੋਈ ਬੰਦਾ ਨਦੀ ਦੇ ਵਿੱਚ, ਤਲਾਅ ਦੇ ਵਿੱਚ, ਖੂਹ ਦੇ ਵਿੱਚ,
ਉਹ ਡੁੱਬ ਜਵੇ। ਇੱਕ ਤਾਂ ਹੁੰਦਾ ਵੀ ਬਾਹਾਂ ਤਾਹਾਂ ਨੂੰ ਰਹਿ ਗਈਆਂ ਤੇ ਸਿਰ ਡੁੱਬ ਗਿਆ, ਉਹ ਬਾਹਾਂ ਤੇ ਫੜ ਕੇ ਕੋਈ ਕੱਢ ਸਕਦਾ। ਜਿਹੜਾ ਬਾਹਾਂ ਸਮੇਤ ਤੇ ਡੁੱਬ ਜਵੇ ਫਿਰ ਤਾਂ ਕੱਢਣ ਵਾਲੀ ਕੋਈ ਨਹੀਂ, ਉਹ ਤਾਂ ਹੇਠਾਂ ਡੂੰਘੇ ਚਲਿਆ ਗਿਆ। ਕਹਿੰਦੇ ਇਸ ਪ੍ਰਕਾਰ ਤੋਂ ਬਾਹਾਂ ਦੇ ਸਮੇਤ ਜਿਵੇਂ ਕੋਈ ਬੰਦਾ ਡੁੱਬ ਜਾਂਦਾ ਹੈ ਤੇ ਇਹ ਸੰਸਾਰ ਦੇ ਜੱਗ ਦੇ ਵਿੱਚ ਕਹਿੰਦੇ ਆਪਣੇ ਆਪ ਨੂੰ ਜੀਵੇਂ ਜਗ ਮੱਝਿਆ, ਤੂੰ ਅਜੇ ਜਿਉਂਦਾ ਹੀ ਮੰਨਦਾ ਹੈ। ਜਿਹੜਾ ਬਾਹਾਂ ਤੱਕ ਡੁੱਬਿਆ ਹੋਵੇ ਫਿਰ ਉਹ ਆਪਣੇ ਆਪ ਨੂੰ ਜਿਉਂਦਾ ਮੰਨੇ, ਉਹ ਤਾਂ ਮਰ ਗਿਆ। ਬਾਹਰ ਉਹਦਾ ਕੋਈ ਵੀ ਜਿਸਮ ਦਾ ਅੰਗ ਪ੍ਰਤੰਗ ਨਹੀਂ ਦਿਸਦਾ ਹੈ। ਇਸੇ ਤਰ੍ਹਾਂ ਕਹਿੰਦੇ ਵੀ ਉਹ ਬਾਹਾਂ ਦੇ ਸਮੇਤ ਜਿਵੇਂ ਕੋਈ ਡੁੱਬੇ, ਤੂੰ ਵੀ ਆਪਣੀ ਮਨ ਦੀਆਂ ਬਿਰਤੀਆਂ ਰੂਪ ਬਾਹਾਂ ਤੱਕ ਸਾਰੇ ਹੀ ਡੁੱਬ ਗਿਆ ਤੂੰ ਪਦਾਰਥਾਂ ਦੇ ਵਿੱਚ, ਤੇ ਫਿਰ ਆਪਣੇ ਆਪ ਨੂੰ ਤੂੰ ਜਿਉਂਦਾ ਸਮਝਦਾ। ਮਰਨੰ ਵਿਸਰੰ ਗੋਵਿੰਦ ਹੈ, ਜੀਵਨੰ ਹਰ ਨਾਮ ਤੇ ਆਵਣਾ। ਤੂੰ ਜਿਉਂਦਾ ਕਿੱਥੇ ਆ, ਤੂੰ ਤਾਂ ਮਰਿਆ ਹੋਇਆ। ਤੋ ਇਸ ਪ੍ਰਕਾਰ ਫਿਰ ਗੁੱਡ ਪੁਜ ਦਾ ਅਰਥ ਮਹਾਂਪੁਰਖਾਂ ਨੇ ਕੋੜੀ ਵੀ ਕੀਤਾ ਹੈ। ਸਤਿਕਾਰਯੋਗ ਸੰਪਰਦਾ ਦੇ ਵੱਡੇ ਮਹਾਂਪੁਰਖਾਂ ਨੇ ਕਹਿੰਦੇ ਕੋੜੀ ਜਿਵੇਂ ਉਹਦਾ ਮੂੰਹ ਵੀ ਬਾਹਾਂ ਵੀ ਉਹਦੀਆਂ ਕੋੜ ਦੇ ਨਾਲ ਭਰੀਆਂ ਹੋਣ, ਲੱਤਾਂ ਵੀ, ਸਾਰਾ ਕੁਝ ਕਹਿੰਦੇ ਤੈਨੂੰ ਵਿਸ਼ੇ ਵਿਕਾਰਾਂ ਦਾ ਕੋੜ ਹੋਇਆ, ਤੇਰੀਆਂ ਅੱਖਾਂ ਦੇ ਵਿੱਚ ਵੀ ਕੋੜ ਹੋਇਆ ਹੈ, ਪਰਾਏ ਰੂਪ ਨੂੰ ਦੇਖਦੀਆਂ, ਤੇਰੇ ਕੰਨਾਂ 'ਚ ਵੀ ਕੋੜ ਹੋਇਆ ਨਿੰਦਿਆ ਸੁਣਦੀਆਂ, ਤੇਰੀ ਜੀਭ ਤੇ ਵੀ ਕੋੜ ਹੋਇਆ ਨਿੰਦਿਆ ਕਰਦੇ, ਤੇ ਸਰੀਰ ਦੁਆਰਾ ਵਿਸ਼ੇ ਭੋਗਦਾ, ਤੂੰ ਤਾਂ ਕੋੜੀ ਆ ਜਿਵੇਂ ਵੱਡਾ ਕੋੜੀ ਹੁੰਦਾ। ਇਸ ਪ੍ਰਕਾਰ ਦੀ ਤੇਰੀ ਹਾਲਤ ਹੈ। ਕਹੋ ਕਬੀਰ ਜੈਸੇ ਸੁੰਦਰ ਸਰੂਪ। ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਇਹ ਮਿਸਾਲ ਦਿੱਤੀ ਹੈ ਜਿਵੇਂ ਜਿਸ ਪ੍ਰਕਾਰ ਕਿਸੇ ਦਾ ਨੱਕ ਬੜਾ ਸੋਹਣਾ ਹੋਵੇ, ਅੱਖਾਂ ਹਰਨ ਵਰਗੀਆਂ ਹੋਣ, ਨੱਕ ਤੋਤੇ ਵਰਗਾ ਹੋਵੇ, ਤੇ ਬੁੱਲ ਬੜੇ ਸੋਹਣੇ ਹੋਣ, ਗੁਲਾਬ ਦੀਆਂ ਪੱਤੀਆਂ ਵਰਗੇ, ਚਿਹਰਾ ਸਿਓ ਵਰਗਾ ਹੋਵੇ, ਤੇ ਜਵਾਨ ਚੰਗਾ ਹੋਵੇ, ਰਿਸ਼ਟ ਪੁਸ਼ਟ ਸਰੀਰ ਦਿਖਦਾ ਹੋਵੇ, ਬੜਾ ਸੋਹਣਾ ਹੋਵੇ, ਪਰ ਅੱਗੇ ਦੱਸਦੇ ਨੇ ਨਾਮ ਬਿਨਾ ਜੈਸੇ ਕੁਬਜ ਕਰੂਪ। ਚਿਹਰਾ ਤਾਂ ਬੜਾ ਸੋਹਣਾ ਪਰ ਕੁੱਬ ਪੈਂਦਾ ਹੋਵੇ। ਹੁਣ ਜਿਹੜਾ ਜਿਵੇਂ ਕੁਬਜਾ ਸੀ, ਕੁੱਬ ਪੈਂਦਾ ਹੋਵੇ, ਕਹਿੰਦੇ ਫਿਰ ਉਹਨੂੰ ਕੋਝੇ ਰੂਪ ਵਾਲਾ ਕਿਹਾ ਜਾਂਦਾ, ਕਰੂਪ। ਉਹਦੇ ਨੈਣ ਨਕਸ਼ ਕਿਸੇ ਕੰਮ ਨਹੀਂ ਆਉਂਦੇ। ਤੇ ਇਸੇ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਭਾਈ ਨਾਮ ਤੋਂ ਬਿਨਾ ਐਸੀ ਹਾਲਤ ਹੋ ਰਹੀ ਹੈ। ਇਹ ਮਿਸਾਲ ਦਿੱਤੀ ਸੀ। ਕਹਿੰਦੇ ਇਸੇ ਤਰ੍ਹਾਂ ਜਿਹੜਾ ਹੈ ਕੁਬਜ ਤੇ ਕੁੱਬਾ ਜਿਵੇਂ ਉਹ ਹੋਇਆ ਹੈ, ਉਹਦਾ ਸਰੂਪ ਇਸ ਤਰ੍ਹਾਂ। ਦੁਬਾਰੇ ਬੋਲ ਦਿਓ ਜੀ ਸਾਰੀ ਪੰਕਤੀ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕੁਰੂਪ। ਤੇ ਕਰੂਪ ਖੋਟੇ ਰੂਪ ਵਾਲਾ, ਉਹ ਕਿਵੇਂ ਹੋਇਆ? ਸੋਹਣਾ ਰੂਪ ਕਿਵੇਂ ਸੀ? ਜੈਸੇ ਜਿਸ ਪ੍ਰਕਾਰ ਚਾਰੇ ਵੇਦ ਪੜ੍ਹਿਆ, ਸੁੰਦਰ ਵਿਚਾਰ ਕਰਦਾ ਹੈ, ਤੇ 6 ਸ਼ਾਸਤਰ ਪੜ੍ਹਿਆ ਹੋਇਆ ਹੈ, ਵੇਦ ਦੇ ਖੱਟ ਅੰਗ ਪੜ੍ਹਿਆ ਹੋਇਆ ਹੈ, 27 ਸਿਮਰਤੀਆਂ ਪੜ੍ਹ ਲਏ, 18 ਪ੍ਰਾਣ ਪੜ੍ਹ ਲਏ, 64 ਪ੍ਰਕਾਰ ਦੀ ਵਿਦਿਆ ਸਿੱਖ ਲਈ। ਬੜਾ ਸੋਹਣਾ ਸੁੰਦਰ ਰੂਪ ਵਿਚਾਰਾਂ ਦਾ। ਕਹੋ ਕਬੀਰ ਸਾਹਿਬ ਕਹਿ ਰਹੇ ਨੇ। ਪਰ ਜੇ ਨਾਮ ਸਿਮਰਨ ਤੋਂ ਬਿਨਾਂ ਹੈ ਐਡਾ ਵੱਡਾ ਵਿਦਵਾਨ, ਤਾਂ ਫਿਰ ਕੁਬਜ, ਕੁੱਬੇ ਦੀ ਨਿਆਈ, ਸਫਾਈ ਰੂਪ, ਅੰਤਸ਼ਕਰਨ ਦੀ ਸਫਾਈ ਰੂਪ ਸੁੰਦਰਤਾ ਨਹੀਂ ਹੈ। ਫਿਰ ਤਾਂ ਕੋਝੇ ਰੂਪ ਵਾਲਾ, ਕਿਉਂਕਿ ਖਿਆਲ ਕੋਝੇ, ਵਿਸ਼ੇ ਵਿਕਾਰੀ ਐਡਾ ਵੱਡਾ ਵਿਦਵਾਨ ਬਣ ਕੇ ਇਹ ਕੋਝੇ ਰੂਪ ਵਾਲਾ ਕਿਹਾ ਜਾਏਗਾ ਉਸ ਨੂੰ। ਇਸ ਕਰਕੇ ਭਾਈ ਨਾਮ ਦੀ ਉਹ ਮਹਿਮਾ ਹੈ। ਤੇ ਕਬੀਰ ਸਾਹਿਬ ਜੀ ਨੇ ਉੱਚੀ ਕੁਲ ਦਾ ਉਹਦਾ ਮਾਣ ਕੱਢ ਦਿੱਤਾ, ਉਹਦਾ ਹੰਕਾਰ ਕੱਢ ਕੇ ਉਹਨੂੰ ਭਗਤੀ ਵਿੱਚ ਲਾ ਦਿੱਤਾ। ਇਹ ਕਬੀਰ ਸਾਹਿਬ ਜੀ ਖੂਬੀ ਸੀ, ਬਹੁਤ ਵੱਡੇ ਗੁਣ ਸੀ ਕਬੀਰ ਸਾਹਿਬ। ਧੰਨ ਹੈ ਤੂੰ, ਧੰਨ ਤੇਰੀ ਮਾਤਾ, ਜਨਮ ਦੇਣ ਵਾਲੀ ਤੇਰਾ ਪਿਤਾ। ਜਿਹੜਾ ਵੀ ਆ ਗਿਆ ਹੈ ਉਹਨੂੰ ਰੱਬ ਨਾਲ ਜੋੜ ਹੀ ਦਿੱਤਾ ਹੈ। ਪੁੰਨੀ ਹੈ, ਪਾਪੀ ਹੈ, ਵਿਦਵਾਨ ਹੈ, ਮੂਰਖ ਹੈ, ਸਿਆਣਾ, ਜਿਹੜਾ ਵੀ ਆ ਗਿਆ ਕਬੀਰ ਦੀ ਸੰਗਤ 'ਚ, ਇਸੇ ਕਰਕੇ 7 ਲੱਖ ਪ੍ਰਾਣੀਆਂ ਨੂੰ ਜੋੜਿਆ ਰੱਬ ਦੇ ਨਾਲ। ਸੋ ਅਗਲਾ ਸ਼ਬਦ ਉਚਾਰਦੇ ਹਨ ਗੌੜੀ ਕਬੀਰ ਜੀ। ਕਬੀਰ ਸਾਹਿਬ ਜੀ ਗੌੜੀ ਦੇ ਵਿੱਚ ਅੱਗੇ ਫਰਮਾਨ ਕਰਦੇ ਹਨ। ਉਹਦੇ ਤੇ ਸਵਾਲ ਕੀਤਾ ਕਬੀਰ ਸਾਹਿਬ ਤੇ ਵੀ ਤੁਸੀਂ ਹਰੇਕ ਨੂੰ ਇਹ ਮਾੜਾ ਕਹਿ ਦਿੰਦੇ ਹੋ, ਹਰੇਕ ਦਾ ਹੀ ਖੰਡਨ ਕਰਦੇ ਹੋ, ਵੀ ਕਿਤੇ ਚੰਗਾ ਵੀ ਕਹਿ ਦਿਆ ਕਰੋ ਕਿਸੇ ਨੂੰ। ਕਬੀਰ ਸਾਹਿਬ ਨੂੰ ਕਹਿੰਦੇ ਤੇ ਤੁਸੀਂ ਕਿਸੇ ਨੂੰ ਚੰਗਾ ਨਹੀਂ ਸਮਝਦੇ? ਕਹਿੰਦੇ ਸਮਝਦਾ,
ਅਖੇ ਕਿਹਨੂੰ ਚੰਗਾ ਸਮਝਦੇ ਹੋ? ਕਬੀਰ ਸਾਹਿਬ ਜੀ ਨੇ ਫਿਰ ਸ਼ਬਦ ਵਿਚਾਰ ਕੇ ਉੱਤਰ ਦਿੱਤਾ, ਜੋ ਜਨ ਲੇਹ ਖਸਮ ਕਾ ਨਾਉ। ਕਹਿੰਦੇ ਮੈਂ ਉਹਨੂੰ ਚੰਗਾ ਸਮਝਾਂ ਜਿਹੜਾ ਖਸਮ ਨਾਮ ਹੈ ਮਾਲਕ ਦਾ, ਸੰਸਾਰ ਦਾ ਮਾਲਕ ਵਾਹਿਗੁਰੂ ਹੈ, ਜਿਹੜਾ ਉਹਦਾ ਨਾਮ ਲੈਂਦਾ ਕਿਸੇ ਜਾਤੀ ਚ ਹੈ ਔਰ ਕਿਸੇ ਵੀ ਉਹ ਕੁਲ ਦੇ ਵਿੱਚ ਹੈ, ਕਹਿੰਦੇ ਮੈਂ ਉਹਨੂੰ ਕਹਿੰਦਾ ਵੀ ਇਹ ਚੰਗਾ ਬੰਦਾ ਹੈ ਜੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਲੈਂਦਾ ਹੈ। ਪਰਮਾਤਮਾ ਦੇ ਨਾਮ ਲੈਣ ਕਰਕੇ ਉਹ ਚੰਗਾ ਪੁਰਸ਼ ਹੈ। ਤਿਨ ਕੈ ਸਦ ਬਲਿਹਾਰੈ ਜਾਓ। ਕਹਿੰਦੇ ਮੈਂ ਤਾਂ ਸਦਕੇ ਜਾਵਾਂ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ, ਨਾਮ ਜਪਦਾ ਹੈ। ਕਬੀਰ ਸਾਹਿਬ ਕਹਿੰਦੇ ਮੈਂ ਬਲਿਹਾਰ ਜਾਂਦਾ ਸੈਂਕੜੇ ਵਾਰੀ, ਸਦ ਹਮੇਸ਼ਾ ਹੀ। ਜਿਵੇਂ ਗੁਰੂ ਸਾਹਿਬ ਨੇ ਕਿਹਾ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦ ਵਾਰ, ਮੈਂ ਬਾਹਰ ਨਹੀਂ ਜਾਵਾਂ। ਤੇ ਇਹ ਗੁਰੂ ਦੇ ਉੱਤੇ ਇਸੇ ਪ੍ਰਕਾਰ ਸੈਂਕੜੇ ਵਾਰੀ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੋ ਵਾਹਿਗੁਰੂ ਦਾ ਨਾਮ ਲੈਂਦੇ ਹਨ। ਸੋ ਨਿਰਮਲ ਨਿਰਮਲ ਹਰ ਗੁਣ ਗਾਵੇ। ਜਿਹੜਾ ਨਿਰਮਲ ਉਜਲ ਕੌਣ? ਹਰੀ ਪਰਮੇਸ਼ਰ ਹੈ, ਉਹ ਹੈ ਸਭ ਤੋਂ ਨਿਰਮਲ ਭਾਈ, ਸਭ ਤੋਂ ਸੁੱਧ। ਤੇ ਗੁਣ ਨਾਮ ਸਿਫਤਾਂ ਦਾ ਹੈ, ਉਹਦੀਆਂ ਸਿਫਤਾਂ ਨੂੰ ਗਾਵੇ ਕੀਰਤਨ ਰੂਪ ਚ, ਕਥਾ ਰੂਪ ਦੇ ਵਿੱਚ। ਸੋ ਉਹ ਜਿਹੜਾ ਐਸਾ ਪਰਮੇਸ਼ਰ ਵਾਹਿਗੁਰੂ ਹੈ ਤੇ ਉਹ ਅਸਤ ਜੜ ਦੁੱਖ ਰੂਪ ਮਾਇਆ ਦੀ ਇੱਛਾ ਰੂਪ ਜਾਂ ਵਿਸ਼ਿਆਂ ਦੀ ਮੈਲ ਤੋਂ ਨਿਰਮਲ ਸੁੱਧ ਹੈ, ਮੈਲ ਤੋਂ ਰਹਿਤ ਹੋ ਜਾਂਦਾ ਹੈ। ਜਿਹੜਾ ਨਾਮ ਜਪਦਾ ਹੈ ਨਾ, ਸੰਸਾਰ ਕੀ ਹੈ? ਅਸਤ ਜੜ ਦੁੱਖ ਰੂਪ ਹੈ ਸੰਸਾਰ। ਮਾਇਆ ਦੀ ਇੱਛਾ ਜਿਹੜੀ ਹੈ ਇਸ ਤੋਂ ਨਿਰਮਲ ਹੋ ਗਿਆ, ਵਿਸ਼ੇ ਵਿਕਾਰਾਂ ਤੋਂ ਮੈਲ ਤੋਂ ਰਹਿਤ ਹੋ ਜਾਂਦਾ ਹੈ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ। ਸੋ ਭਾਈ ਮੇਰਾ ਮਨ ਭਾਵੈ। ਹੇ ਭਰਾਵੋ, ਉਹ ਉਜਲ ਪੁਰਸ਼ ਮੇਰੇ ਮਨ ਨੂੰ ਬੜਾ ਹੀ ਚੰਗਾ ਲੱਗਦਾ ਹੈ, ਮੈਂ ਉਹਦੀ ਸਿਫਤ ਕਰਦਾ ਹਾਂ। ਰਹਾਉ ਅਸਥਾਈ ਦੇ ਕੇ ਕਹਿੰਦੇ ਹਨ ਜੀ, ਜਿਹ ਘਟ ਰਾਮ ਰਹਿਆ ਭਰਪੂਰ। ਜਿਹੜੇ ਘਟ ਹਿਰਦੇ ਵਿੱਚ ਪਰਮੇਸ਼ਰ ਭਰਪੂਰ ਨਾਮ ਹੈ, ਭਰਪੂਰ ਵਿਆਪਕ ਲਬਾਲਬ ਭਰਿਆ ਹੋਇਆ, ਨੱਕੋ ਨੱਕ ਕੋਈ ਚੀਜ਼ ਮੈਂ ਇਸ ਤਰ੍ਹਾਂ ਪਰਮੇਸ਼ਰ ਉਹਦੇ ਘਟ ਹਿਰਦੇ ਦੇ ਵਿੱਚ ਨਾਮ ਹੀ ਨਾਮ ਭਰਿਆ ਹੋਇਆ, ਬਾਕੀ ਖਿਆਲ ਹੀ ਕੋਈ ਨਹੀਂ ਰਿਹਾ, ਨਾਮ ਤੋਂ ਬਿਨਾਂ ਜਗ੍ਹਾ ਹੀ ਕੋਈ ਨਹੀਂ ਰਹੀ। ਹੋਰ ਐਸਾ ਜੋ ਹੈ ਤਿਨ ਕੀ ਪਗ ਪੰਕਜ ਹਮ ਧੂਰ। ਉਸ ਪਿਆਰੇ ਦੇ ਪਗ ਚਰਨਾਂ ਦੀ, ਚਰਨ ਕਮਲਾਂ ਦੀ, ਪੰਕਜ ਕਮਲਾਂ ਨੂੰ ਕਹਿੰਦੇ ਨੇ, ਚਰਨਾਂ ਕਮਲਾਂ ਦੀ ਅਸੀਂ ਧੂੜੀ ਦੀ ਨਿਆਈਆਂ। ਫਿਰ ਮੈਂ ਤਾਂ ਉਹਦੇ ਚਰਨਾਂ ਕਮਲਾਂ ਦੀ ਧੂੜ ਦੀ ਨਿਆਈਆਂ, ਧੂੜ ਦੇ ਕਣਾਂ ਦੀ ਨਿਆਈਆਂ ਜਿਹੜਾ ਬੰਦਗੀ ਕਰਦਾ ਹੈ। ਜਾਤ ਜੁਲਾਹਾ ਮਤ ਕਾ ਧੀਰ। ਉਹ ਕਿਸੇ ਨੇ ਕਿਹਾ ਸੀ ਤੂੰ ਜਲਾਹਾ ਹੀ ਹੈ, ਉੱਚੀ ਕੁਲ ਵਾਲੇ ਨੇ, ਕਹਿੰਦੇ ਵੀ ਮੈਨੂੰ ਠੀਕ ਹੈ ਬ੍ਰਾਹਮਣੋ, ਤੁਸੀਂ ਭਾਵੇਂ ਮੈਨੂੰ ਜਲਾਹਾ ਕਹੀ ਜਾਓ, ਹੈ ਵੀ ਮੈਂ ਜਲਾਹਾਂ ਦੇ ਜਿਵੇਂ, ਮੈਂ ਕਿਹੜਾ ਮੁਕਰਦਾ। ਪਰ ਮੈਂ ਤੁਹਾਨੂੰ ਪੁੱਛਦਾ, ਜਾਤੀ ਤਾਂ ਮੇਰੀ ਹੈਗੀ ਜਲਾਹਿਆਂ ਦੀ, ਵਸਤਰ ਬੁਣਨ ਵਾਲਿਆਂ ਦੀ, ਪਰ ਮਤ ਬੁੱਧੀ ਦਾ, ਜਿਹੜੀ ਅਕਲ ਮੈਨੂੰ ਰੱਬ ਨੇ ਦਿੱਤੀ ਹੈ, ਉਹਦਾ ਮੈਂ ਧੀਰ ਜਵਾਨ ਹਾਂ। ਮੇਰੇ ਮਤ ਦੇ ਵਿੱਚ ਨਾਮ ਨੇ ਧੀਰਜਤਾ ਦਿੱਤੀ ਹੈ। ਜੁਲਾਹੇ ਦਾ ਅਰਥ ਇਉਂ ਵੀ ਬਣਦਾ ਹੈ ਜੋ ਜੱਜੇ ਰੌਂਕੜ, ਜੋ ਜਿਹੜਾ ਬ੍ਰਹਮ ਦੀ ਪ੍ਰਾਪਤੀ ਰੂਪ ਲਾਭ ਸੀ ਨਾ, ਉਸ ਨੂੰ ਮੈਂ ਜਾਤ ਜਾਣ ਲਿਆ ਹੈ। ਜਾਤ ਨਾਮ ਜਾਣਨ ਦਾ ਹੁੰਦਾ ਹੈ। ਮੇਰੀ ਮਤੀ ਜਿਹੜੀ ਅਕਲ ਸੀ ਧੀਰ ਜਵਾਨ ਹੋ ਗਿਆ ਮੈਂ ਉਹਨੂੰ ਜਾਣ ਕਰਕੇ। ਸਹਿਜ ਸਹਿਜ ਗੁਣ ਰਮੈ ਕਬੀਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ, ਅਸੀਂ ਸਹਿਜ ਸਹਿਜ, ਧੀਰੇ ਧੀਰੇ, ਹੌਲੀ ਹੌਲੀ, ਜਾਂ ਧੀਰਜ ਸਹਿਜ, ਧੀਰਜ ਸਹਿਜ ਸ਼ਾਂਤੀ ਨਾਲ, ਜਾਂ ਫਿਰ ਇਉਂ ਕਹੋ ਵੀ ਸਹਿਜ ਗਿਆਨ ਕਰਕੇ, ਸਹਿਜ ਸੁਭਾਵਕ ਹੀ ਗੁਣ ਸਿਫਤਾਂ ਪਰਮੇਸ਼ਰ ਦੀਆਂ ਰਮੈ ਉਚਾਰਨ ਕਰਦੇ ਹਾਂ ਜੀ। ਗੌੜੀ ਕਬੀਰ ਜੀ। ਗੌੜੀ ਰਾਗ ਦੇ ਅੰਦਰ ਕਬੀਰ ਸਾਹਿਬ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ। ਦੇਖੋ ਕਿਸ ਤਰ੍ਹਾਂ ਦੇ ਕਬੀਰ ਸਾਹਿਬ ਨੂੰ ਟੱਕਰਦੇ ਰਹੇ ਨੇ। ਕਦੇ ਬ੍ਰਾਹਮਣ ਆ ਗਿਆ, ਕਦੇ ਕੋਈ ਚੋਰ ਆ ਗਿਆ, ਕਦੇ ਯਾਰ ਆ ਗਿਆ, ਕਦੇ ਵਿਦਵਾਨ ਆ ਗਿਆ, ਕਦੇ ਮੂਰਖ ਆ ਗਿਆ। ਲੋ ਜੀ ਇੱਕ ਦਿਨ ਜੋਗੀ ਆ ਗਿਆ। ਜੋਗੀ ਕਿਹਾ ਜਾਏ, ਸ਼ਰਾਬ ਪੀਣ ਦੀ ਆਦਤ ਹੈ, ਬਹੁਤ ਸਾਰੇ ਜੋਗੀ ਨਸ਼ੇ ਕਰਦੇ ਆ। ਤੇ ਕਬੀਰ ਸਾਹਿਬ ਦੇ ਕੋਲ ਬੈਠ ਗਿਆ। ਕਬੀਰ ਸਾਹਿਬ ਨੂੰ ਪੁੱਛਦਾ, ਕਹਿੰਦੇ ਕਬੀਰ ਸਾਹਿਬ ਤੁਸੀਂ ਕਦੇ ਸ਼ਰਾਬ ਪੀ ਕੇ ਦੇਖੀ ਹੈ? ਕਬੀਰ ਸਾਹਿਬ ਹੈਰਾਨੇ ਹੋ ਗਏ, ਕਹਿੰਦੇ ਕਿਹੋ ਜਿਹਾ ਬੰਦਾ ਆ ਗਿਆ, ਅਖੇ ਪੀ ਕੇ ਦੇਖੀ ਹੈ ਤੁਸੀਂ ਕਦੇ?
ਉਹ ਕਹਿੰਦੇ ਤੂੰ ਜੋਗੀ ਹੋ ਕੇ ਸ਼ਰਾਬ ਦੀਆਂ ਗੱਲਾਂ ਕਰਦਾ। ਕਹਿੰਦਾ ਜੀ ਸਾਡੇ ਮਤ ਤਾਂ ਕੋਈ ਜੋਗੀ ਹੋਊਗਾ ਜਿਹੜਾ ਨਹੀਂ ਪੀਂਦਾ, ਸਾਰੇ ਪੀਂਦੇ ਆ, ਇਹਦੇ 'ਚ ਹਰਜ ਕੀ ਹੈ? ਦੇਖੋ ਗੁੜ ਲੋਕੀ ਖਾ ਲੈਂਦੇ ਆ, ਪਾਣੀ ਪੀ ਲੈਂਦੇ ਆ, ਦਾਤਣ ਕਰ ਲੈਂਦੇ, ਤਿੰਨੇ ਚੀਜ਼ਾਂ ਮਿਲਾਈਆਂ ਪਿਆ ਨਾ। ਜਿਹੜੇ ਇਹ ਗੱਲ ਕਹਿੰਦੇ ਆ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਕੁਝ ਚੀਜ਼ਾਂ ਦੋ ਇਕੱਠੀਆਂ ਕਰਕੇ ਉਹਨਾਂ ਦੇ ਵਿੱਚ ਦੋਸ਼ ਆ ਜਾਂਦਾ ਹੈ। ਗੰਧਰਕ ਦੇ ਪਟਾਸ ਇਕੱਠਾ ਕਰ ਲਓ, ਪੜਾਕੇ ਪੈ ਜਾਂਦੇ ਨੇ, ਇਕੱਠੀਆਂ ਕੀਤੀਆਂ ਦੋਨੇ। ਚਲੋ ਅੰਮ੍ਰਿਤ ਰੂਪ ਇੱਕ ਮਿਸਾਲ ਹੈ ਵੀ ਸ਼ਹਿਦ ਨੂੰ 5 ਅੰਮ੍ਰਿਤ ਤੇ ਅੰਮ੍ਰਿਤ ਕਿਹਾ, ਅੱਗੇ ਵੀ ਅੱਜ ਵੀ ਪੰਕਤੀ ਆਊਗੀ। ਇਹ ਸ਼ਹਿਦ ਵੀ ਅੰਮ੍ਰਿਤ ਹੈ, ਘੀ ਵੀ ਅੰਮ੍ਰਿਤ ਹੈ। ਪੂਰਾ ਤੋਲ ਕੇ 1 ਤੋਲਾ ਘੀ ਲੈ ਲਓ, 1 ਤੋਲਾ ਸ਼ਹਿਦ ਲੈ ਲਓ, ਮਿਲਾ ਲਓ ਚੰਗੀ ਤਰ੍ਹਾਂ, ਕਿਤੇ ਕੁੱਤੇ ਨੂੰ ਪਾ ਕੇ ਦੇਖ ਦਿਓ, ਜੇ ਜਿਉਂਦਾ ਰਹਿ ਗਿਆ ਤਾਂ ਗੱਲ ਕਰਿਓ। ਹੈ ਦੋਨੇ ਅੰਮ੍ਰਿਤ, ਜੋਨੇ ਮਿਲਾ ਲੀਆਂ ਜ਼ਹਿਰਾਂ ਬਣ ਗਈਆਂ। ਕੱਲਾ ਗੁੜ ਖਾ ਲਓ ਕੋਈ ਦੋਸ਼ ਨਹੀਂ, ਪਾਣੀ ਪੀ ਲਓ ਕੋਈ ਦੋਸ਼ ਨਹੀਂ, ਕਿੱਕਰ ਦੀ ਦਾਤਨ ਕਰ ਲਓ ਕੋਈ ਦੋਸ਼ ਨਹੀਂ। ਜਦੋਂ ਇਕੱਠੀਆਂ ਕਰੀਆਂ ਇਹਨਾਂ 'ਚ ਦੋਸ਼ ਆ ਜਾਣਾ, ਨਸ਼ਾ ਬਣ ਜਾਣਾ। ਇਸ ਕਰਕੇ ਉਹ ਕਹਿੰਦਾ ਜੀ ਮੈਂ ਤਾਂ ਆਪਣੀ ਕੱਢ ਕੇ ਪੀਣਾ ਆਪਣੇ ਹੱਥੀਂ। ਕਹਿੰਦੇ ਵਾਹ ਬਈ ਵਾਹ, ਕਈ ਲੋਕ ਜਿਹੜੇ ਬੇਹੱਥੀ ਮਾਰ ਕੇ ਅਸੀਂ ਖਾ ਰਹੇ ਹਾਂ ਵੀ ਉਹਦਾ ਕੋਈ ਦੋਸ਼ ਨਹੀਂ, ਸ਼ਰਾਬ ਕੱਢ ਕੇ ਪੀਂਦੇ ਹਾਂ ਕੋਈ ਦੋਸ਼ ਨਹੀਂ। ਕਹਿੰਦੇ ਵੀ ਬੜਾ ਤੂੰ ਤਾਂ ਫਿਰ ਜੋਗੀ ਕਾਹਦਾ, ਤੂੰ ਤਾਂ ਵਿਗੜਿਆ ਹੋਇਆ ਬੰਦਾ। ਕਬੀਰ ਸਾਹਿਬ ਕਹਿੰਦੇ, ਤੇ ਕਹਿਣ ਲੱਗੇ ਕਬੀਰ ਸਾਹਿਬ ਤੁਸੀਂ ਕਦੇ ਵੀ ਨਹੀਂ ਪੀਤੀ। ਕਬੀਰ ਸਾਹਿਬ ਨੇ ਸੋਚਿਆ ਵੀ ਇਹਦੇ ਦੁਆਰੇ ਗਿਆਨ ਦਈਏ। ਉਹ ਕਹਿੰਦੇ ਭਾਈ ਸ਼ਰਾਬ ਜਿਹੜੀ ਮੈਂ ਪੀਣਾ, ਅੱਜ ਤੂੰ ਆਇਆ ਮੈਨੂੰ ਸ਼ਰਾਬ ਪਿਆਉਣ ਵਾਸਤੇ, ਮੈਂ ਤੈਨੂੰ ਪਿਆ ਕੇ ਤੋਰੂੰਗਾ, ਪਰ ਉਹ ਸ਼ਰਾਬ ਹੋਰ ਹੈ, ਤੇਰੇ ਵਾਲੀ ਨਹੀਂ ਹੈ। ਜਿਹੜੀ ਤੂੰ ਸ਼ਰਾਬ ਪੀਣਾ ਉਹ ਨਹੀਂ ਹੈਗੀ ਇਹ। ਆਖੇ ਜੀ ਉਹ ਕਿਹੜੀ ਹੈ? ਕਬੀਰ ਸਾਹਿਬ ਜੀ ਕਹਿਣ ਲੱਗੇ ਜੋਗੀ ਅਸੀਂ ਤੈਨੂੰ 2 ਤਰੀਕਿਆਂ ਨਾਲ ਸ਼ਰਾਬ ਦੱਸਾਂਗੇ। ਤੇਰੇ ਦੁੱਖਨ ਰੂਪ ਬਚਨ, ਨਸ਼ੇ ਦਾ ਨਿਸ਼ੇਧ ਕਰਕੇ ਮੈਂ ਤੈਨੂੰ ਅਸਲੀ ਸ਼ਰਾਬ ਦੱਸੂੰਗਾ ਵੀ ਉਹ ਪੀਣੀ ਚਾਹੀਦੀ ਹੈ। ਕਹਿੰਦੇ 2 ਤਰੀਕਿਆਂ ਦੇ ਨਾਲ ਦੱਸਦੇ ਆ। ਉਹ ਕਹਿੰਦਾ ਜੀ ਦੱਸੋ। ਭਗਤ ਜੀ ਕਹਿਣਗੇ ਇੱਕ ਤਾਂ ਯੋਗ ਦੇ ਤਰੀਕੇ ਨਾਲ ਸ਼ਰਾਬ ਕੱਢੀ ਜਾਂਦੀ ਹੈ, ਇਹ ਅੰਤਰੀਵ ਸ਼ਰਾਬ ਹੈ। ਇੱਕ ਗਿਆਨ ਦੇ ਤਰੀਕੇ ਨਾਲ। ਦੱਸ ਤੈਨੂੰ ਪਹਿਲਾਂ ਕਿਹੜੀ ਦੱਸਾਂ? ਕਹਿੰਦਾ ਜੀ ਯੋਗ ਵਾਲੀ ਦੱਸੋ, ਕਿਉਂਕਿ ਮੈਂ ਯੋਗੀ ਹਾਂ। ਕਬੀਰ ਸਾਹਿਬ ਜੀ ਪਹਿਲਾਂ ਯੋਗ ਦੇ ਤਰੀਕੇ ਨਾਲ ਇਹਦਾ ਸ਼ਰਾਬ ਦੇ ਨਸ਼ੇ ਦਾ ਨਿਸ਼ੇਧ ਕਰਦੇ ਹੋਏ ਇਹ ਸ਼ਰਾਬ ਦਾ ਅਲੰਕਾਰ ਹੈ, ਇਹਨੂੰ ਪ੍ਰਮਾਣ ਲਿਆ ਬਾਹਰ। ਅੰਤਰੀ ਭਾਵ ਦੇ ਵਿੱਚ ਦੱਸਦੇ ਨੇ, ਸੁਣੋ ਜੀ। ਗਗਨ ਰਸਾਲ ਤੋਐ ਮੇਰੀ ਭਾਠੀ। ਹੇ ਭਾਈ, ਤੇ ਇੱਕ ਪਿੱਛੇ ਪਾਠ ਸੀ, ਚਲੋ ਹੁਣ ਪਾਠ ਦੀ ਗੱਲ ਹੀ ਕਰ ਲਈਏ ਪਹਿਲਾਂ। ਤੇ ਉਹ ਜਿਹੜਾ ਪਿੱਛੇ ਪਾਠ ਸੀ ਥੋੜਾ ਜਿਹਾ ਰਿਹਾ ਹੈ, ਉਹਦੇ ਵਿੱਚ ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਤੇ ਉਹ ਅਪਰਾਧੀ ਹੈ, ਮਰ ਕਿਉਂ ਨਾ ਗਿਆ। ਉਹਦੇ ਵਿੱਚ ਥੋੜਾ ਜਿਹਾ ਉਚਾਰਨ ਭੇਦ, ਮੰਮੇ ਨੂੰ ਔਂਕੜ, ਊੜੇ ਦਾ ਮੂੰਹ ਖੁੱਲ੍ਹਾ ਹੈ। ਮੈਨੂੰ ਉੱਥੇ ਕਹਿਣਾ ਚਾਹੀਦਾ ਸੀ ਪਰ ਚੇਤਾ ਵਿਸਰ ਗਿਆ। ਇਹਨੂੰ ਮੂਓ ਵੀ ਨਹੀਂ ਕਹਿਣਾ ਤੇ ਮੋਹ ਨਹੀਂ ਕਹਿਣਾ। ਮੰਮੇ ਦਾ ਔਂਕੜ ਥੋੜਾ ਜਿਹਾ ਬੋਲ ਕੇ ਇਹ ਊੜੇ ਦਾ ਮੂੰਹ ਖੁੱਲੇ ਦਾ ਧਿਆਨ ਰੱਖ ਕੇ ਬੋਲਣਾ। ਮੋਹ ਮਜਰੇ ਉਹ ਮਰਿਆ ਸਮਝੋ, ਅਰਥ ਉਹੀ ਹੈ। ਸੋ ਇਸ ਕਰਕੇ ਹੁਣ ਕਬੀਰ ਸਾਹਿਬ ਜੀ ਨੇ ਇਹਦੇ ਵਿੱਚ ਚੱਚੇ ਦਾ ਔਂਕੜਾ ਐੜੀ ਦੀਆਂ ਦਲਾਵਾਂ ਨੇ, ਇਸ ਕਰਕੇ ਥੋੜੇ ਜਿਹੇ ਪਾਠ ਔਖੇ ਹੁੰਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਜੋਗੀ ਰਸਾਲ ਰਸ ਆਦਿਕ ਜਿਹੜੇ ਨੇ ਉਹਨਾਂ ਦਾ ਜੋ ਗਗਨ 10ਵਾਂ ਦੁਆਰ ਜਿਹੜਾ ਉਹਦਾ ਘਰ ਹੀ ਹੈ। ਰਸਾਲ ਰਸਾਂ ਦਾ ਘਰ ਹੈ। ਰਸ ਆਦਿਕ ਜਿਹੜੇ ਨੇ 10ਵਾਂ ਦੁਆਰ ਹੈ। ਇਹਦੇ ਵਿੱਚੋਂ ਰਸ ਚੋਇਆ, ਇਹਦੇ ਚ ਚੋਂਦਾ ਰਸ। ਕਹਿੰਦੇ ਉਹ ਜਿਹੜਾ ਰਸ 10ਵੇਂ ਦੁਆਰ ਚੋਂ ਟਪਕਦਾ ਹੈ, ਇਹ ਤਾਂ ਮੇਰੀ ਭੱਠੀ ਹੈ। ਇਹ ਹੈ ਅਸਲੀ ਅੰਤਰੀਵ ਸ਼ਰਾਬ। ਸ਼ਰਾਬ ਦਾ ਅਲੰਕਾਰ ਹੈ ਜਿਹਦੇ ਨਾਲ ਬੰਦਾ ਮੁਕਤ ਹੁੰਦਾ ਹੈ। 10ਵੇਂ ਦੁਆਰ ਦੇ ਵਿੱਚੋਂ ਇਹ ਅੰਮ੍ਰਿਤ ਰਸ ਝਰਦਾ ਤਾਂ ਸਾਰਿਆਂ ਦੇ ਹੈ, ਮੂਰਖਾਂ ਦੇ ਵੀ ਗਿਆਨਵਾਨਾਂ ਦੇ ਵੀ। ਉਹ ਜਿਵੇਂ ਤਵੇ ਦੇ ਉੱਤੇ ਇੱਕ ਬੂੰਦ ਪਾਣੀ ਦੀ ਡਿਗੇ, ਉਹ ਨਾਲ ਦੀ ਨਾਲ ਖਤਮ ਨਹੀਂ ਹੋ ਜਾਂਦੀ, ਅੱਗ 'ਚ ਡਿੱਗ ਜਾਏ। ਉਹ ਜਿਹੜਾ ਰਸ ਧਾਤੂ ਜਾਂਦਾ ਜਠਰਾਗਨੀ ਦੇ ਵਿੱਚ ਜਾ ਕੇ ਭਸਮ ਹੋਈ ਜਾਂਦਾ ਹੈ, ਕਿਉਂਕਿ ਆਪਣਾ ਜਿਹੜਾ ਹਿਰਦਾ ਕਮਲ ਹੈ ਉਹ ਮੁੱਧਾ ਹੋਇਆ ਵਾ। ਮੁੱਧਾ ਹੋਣ ਕਰਕੇ ਉਹ ਜਠਰਾਗਨੀ ਵਿੱਚ ਪੈ ਕੇ ਸੜ ਜਾਂਦਾ। ਜਿਹੜੇ ਜੋਗੀ ਨੇ ਉਹਨੂੰ ਕਮਲ ਨੂੰ 10ਵੇਂ ਦੁਆਰ ਪ੍ਰਾਣ ਚੜਾਉਣ ਦੇ ਤਰੀਕੇ ਨਾਲ ਕਮਲ ਨੂੰ ਸਿੱਧਾ ਕਰ ਲੈਂਦੇ ਨੇ।
ਜਿਵੇਂ ਪਲਾਸਟਿਕ ਦਾ ਜਿਹੜਾ ਪਾਈਪ ਹੈ ਉਹਦੇ ਹਵਾ ਭਰੀਏ ਉਹ ਸਿੱਧਾ ਨਹੀਂ ਹੋ ਜਾਂਦਾ, ਬਲ ਪਿਆ ਵਾ ਹੋਵੇ ਹਵਾ ਦੇ ਨਾਲ ਸਿੱਧਾ ਹੋ ਜਾਂਦਾ। ਇਸੇ ਤਰ੍ਹਾਂ ਸਿੱਧਾ ਕਰ ਲੈਂਦੇ, ਫਿਰ ਉਹ ਬੂੰਦ ਉਹਦੇ 'ਚ ਡਿੱਗਦੀ ਹੈ, ਕਮਲ ਦੇ 'ਚ ਡਿੱਗਦੀ ਹੈ। ਉਹਦਾ ਲਾਭ ਕੀ ਹੁੰਦਾ ਹੈ? ਵਾਯ, ਪਿੱਤ, ਕਫ, ਇਹ ਤਿੰਨੇ ਖਿਲਤਾਂ ਜਿਹੜੀਆਂ ਨੇ ਸਾਡੀਆਂ ਵਿਗੜ ਕੇ ਰੋਗ ਲੱਗਦੇ ਨੇ। ਜੋਗੀ ਨੂੰ ਰੋਗ ਕੋਈ ਨਹੀਂ ਲੱਗਦਾ, ਲੰਮੀ ਉਮਰ ਹੋ ਜਾਂਦੀ ਹੈ। ਇਹ ਤਿੰਨੇ ਚੀਜ਼ਾਂ ਨੂੰ ਨਾਸ ਕਰ ਦਿੰਦੀ ਹੈ ਜਿਹੜੀ ਉਹ ਬੂੰਦ ਹੈ। ਕਹਿੰਦੇ ਚੁਆਇਆ ਮੇਰੀ ਭਾਠੀ, ਇਹ ਤਾਂ ਮੇਰੀ ਇਸ ਤਰ੍ਹਾਂ ਦੀ ਭੱਠੀ ਆ, ਉਹਦੇ 'ਚ ਬ੍ਰਹਮਾਨੰਦ ਦਾ ਰਸ ਇਉਂ ਚੋ ਰਿਹਾ। ਕਹਿੰਦੇ ਜੀ ਅਖੇ ਸ਼ਰਾਬ ਕੱਢਣ ਵਾਲੇ ਤਾਂ ਨਾਲੀਆਂ ਹੁੰਦੀਆਂ ਨੇ ਜਿਨ੍ਹਾਂ ਦੁਆਰਾ ਕੱਢਦੇ ਆ, ਤੁਹਾਡੇ ਕੋਲ ਨਾਲੀਆਂ ਦੱਸੋ ਫਿਰ, ਨਾਲੀਆਂ ਕਿਹੜੀਆਂ ਨੇ? ਉਹ ਕਹਿੰਦੇ ਭਾਈ ਇਹਦੇ ਵਿੱਚ ਈੜਾ ਪਿੰਗਲਾ ਤੇ ਈੜਾ ਜਿਹੜੀ ਹੈ ਉਹ ਚੰਦਰਮਾ ਦੀ ਸੁਰ ਹੈ, ਪਿੰਗਲਾ ਜਿਹੜੀ ਹੈ ਉਹ ਸੂਰਜ ਦੀ ਸੁਰ ਹੈ। ਸੱਜੇ ਖੱਬੇ ਇਹ ਅੱਗੇ ਚੱਲ ਕੇ ਹੋਰ ਵੀ ਆ ਜਾਣਗੇ, ਸਪਸ਼ਟ ਤਰੀਕੇ ਵੀ ਆ ਜਾਣਗੇ। ਤੇ ਇਹਨਾਂ ਦੁਆਰਾ ਅਸੀਂ ਫਿਰ ਸੁਖਮਨਾ ਨਾੜੀ ਦੇ ਵਿੱਚ ਪ੍ਰਾਣਾਂ ਨੂੰ ਟਿਕਾਉਨੇ ਆ। ਤੇ ਜਿਸ ਤਰ੍ਹਾਂ ਜੋਗਾਨੰਦ ਦੀ ਜਿਹੜੀ ਰਸ ਧਾਤੂ ਹੈ ਫਿਰ ਉਹ ਪ੍ਰਾਪਤ ਕਰਦੇ ਹਾਂ। ਤੂੰ ਬਾਹਰਲੀਆਂ ਸ਼ਰਾਬਾਂ ਹੀ ਪੀਂਦਾ ਫਿਰਦਾ ਹੈ, ਸੰਚ ਮਹਾਰਸ, ਸੰਚ ਮਹਾਰਸ ਤਨ ਭਇਆ ਕਾਠੀ। ਤੇ ਫਿਰ ਜੇ ਰਸ ਧਾਤੂ ਪ੍ਰਾਪਤ ਕਰਦੇ ਹਾਂ, ਜਿਹੜਾ ਮਹਾਰਸ ਜੋਗ ਦਾ ਰਸ ਸੰਚ ਇਕੱਤਰ ਕੀਤਾ ਹੈ, ਭਿਅੰਗਮਾ ਨਾੜੀ ਦੁਆਰਾ ਪ੍ਰਾਣਾਯਾਮ ਕਰਕੇ ਤਨ ਸਰੀਰ ਨੂੰ ਕਾਠੀ ਲੱਕੜ ਦੀ ਨਿਆਈ। ਕਹਿੰਦੇ ਜੀ ਭੱਠੀ 'ਚ ਲੱਕੜਾਂ ਫੂਕ ਕੇ ਤਾਂ ਫਿਰ ਉਹ ਭੱਠੀ ਚੱਲਦੀ ਹੈ, ਤੁਹਾਡੀ ਭੱਠੀ 'ਚ ਲੱਕੜਾਂ। ਉਹ ਕਹਿੰਦੇ ਸਰੀਰ ਨੂੰ ਜਿਹੜਾ ਸੁਕਾ ਦਿੱਤਾ ਸਾਧ ਕਰਦੇ ਆ, ਬਸ ਇਹੀ ਲੱਕੜ ਵਰਗਾ ਸੁੱਕ ਗਿਆ ਸਰੀਰ। ਜਾਂ ਫਿਰ ਕਾਮ ਕ੍ਰੋਧ ਦੀਆਂ ਲੱਕੜਾਂ ਇਹ ਜਾਲ ਦਿੱਤੀਆਂ। ਉਹ ਕਹਿੰਦੇ ਜੀ ਸ਼ਰਾਬ 'ਚ ਨਸ਼ਾ ਹੁੰਦਾ, ਕਹਿੰਦੇ ਨਾਮ 'ਚ ਨਹੀਂ ਨਸ਼ਾ। ਨਾਮ ਦਾ ਨਸ਼ਾ ਵੀ ਜਿਹੜਾ ਅੱਖਾਂ ਤੇ ਅਸਰ ਕਰਦਾ, ਇਹਦੇ ਵਿੱਚ ਵੀ ਰਸ ਮਸਤੀ ਹੈ। ਤੇ ਮਹਾਰਾਜ ਸਾਹਿਬ ਜੀ ਨੇ ਵੀ ਪਾਵਨ ਬਚਨ ਜਿਹੜੇ ਇਤਿਹਾਸ ਦੇ ਵਿੱਚ ਆਉਂਦੇ ਆ, ਜਦੋਂ ਸਾਖੀਆਂ 'ਚ ਆਉਂਦੇ ਆ, ਪੋਸਤ ਪੰਗ ਅਫੀਮ ਮਤ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਸ ਪ੍ਰਕਾਰ ਦੱਸਦੇ ਹਨ ਜੀ। ਅੱਗੇ ਦੱਸਦੇ ਹੁਣ ਵਾ ਕੋ ਕਹੀਐ ਸਹਿਜ ਮਤ ਵਾਰ। ਹੇ ਜੋਗੀ, ਜਿਹੜੀ ਸ਼ਰਾਬ ਦੀ ਤੂੰ ਗੱਲ ਕਰਦਾ ਹੈ, ਉਹ ਸ਼ਰਾਬ ਪੀਣ ਵਾਲੇ ਨੂੰ ਸਹਿਜ ਸੁਭਾਵ ਕਹੀ। ਜਿਹੜੇ ਚੰਗੇ ਬੰਦੇ ਨੂੰ ਮਤਵਾਰਾ, ਉਹਨੂੰ ਕਮਲਾ ਕਹਿੰਦੇ ਨੇ। ਉਹ ਕਹਿੰਦੇ ਪਰੇ ਹੋ ਜਾਏ ਤਾਂ ਕਮਲਾ ਹੋਇਆ ਫਿਰਦਾ ਜਦੋਂ ਸ਼ਰਾਬ ਪੀਤੀ ਹੋਵੇ। ਉਹ ਬਾਕੀ ਕਮਲਾ ਹੋਇਆ ਫਿਰਦਾ ਹੁੰਦਾ, ਪਤਾ ਹੀ ਨਹੀਂ ਲੱਗਦਾ ਆਪਣੇ ਆਪ ਦਾ। ਸੋ ਇਸ ਕਰਕੇ ਸਾਧ ਸੰਗਤ ਜੀ, ਤੇ ਬਹੁਤ ਸਾਰੇ ਐਸੇ ਸ਼ਰਾਬੀ ਅੱਖਾਂ ਨਾਲ ਤੁਸੀਂ ਦੇਖੇ ਨੇ, ਮੈਂ ਵੀ ਦੇਖਿਆ। ਉਹ ਸਾਡੇ ਪਿੰਡ ਹੁੰਦਾ ਸੀ ਇੱਕ, ਉਹ ਗੋਪਾਲ ਸੀ ਉਹਦਾ ਨਾਂ, ਯੂਪੀ ਬਿਹਾਰ ਦਾ। ਹੁਣ ਤੱਕ ਕਦੇ ਦੇਖਿਆ ਨਹੀਂ, ਵਿਚਾਰਾ ਮਰ ਗਿਆ ਮੇਰੇ ਖਿਆਲ ਹੈ। ਸ਼ਰਾਬ ਪੀਤੀ ਹੋਈ 22 ਫੁੱਟ ਦੀ ਸੜਕ, ਕਦੇ ਇੱਧਰਲੇ ਕਿਨਾਰੇ ਕਦੇ ਇੱਧਰਲੇ ਕਿਨਾਰੇ। ਤੇ ਮੈਂ ਕਿਹਾ ਗੋਪਾਲ ਵੀ ਇੱਥੇ 2 ਟਰੱਕ ਲੰਘ ਜਾਂਦੇ ਨੇ, ਪਰ ਤੂੰ ਇਕੱਲਾ ਹੀ ਨਹੀਂ ਲੰਘ ਰਿਹਾ। ਇਹ ਉਹ ਮਤਲਬ ਕਮਲਾ ਹੋਇਆ ਵਾ ਹੁੰਦਾ, ਜਿਵੇਂ ਕਮਲਾ ਕਦੇ ਇੱਧਰ ਕਦੇ ਇੱਧਰ। ਕਹਿੰਦੇ ਉਹਨਾਂ ਨੂੰ ਤਾਂ ਸਹਿਜ ਮਤਵਾਰਾ, ਸੋਤੇ ਸਿੱਧ ਚੰਗੇ ਬੰਦੇ ਕਮਲਾ ਕਹਿੰਦੇ ਨੇ, ਤਾਂ ਸ਼ਰਾਬ ਪੀਤੀ ਕਮਲਾ ਹੋਇਆ ਹੈ। ਇਸ ਕਰਕੇ ਪਰ ਜਿਹੜੀ ਸ਼ਰਾਬ ਤੈਨੂੰ ਜੋਗੀ ਆ, ਅਸੀਂ ਦਾਦੀ ਤੂੰ ਹੁਣ ਤੱਕ ਕਮਲਾ ਹੋਇਆ ਰਿਹਾ ਸ਼ਰਾਬ ਪੀ ਕੇ, ਸਿਆਣਾ ਬਣ ਜਾ ਤੂੰ। ਵਾ ਕੋ ਕਹੀਐ ਸਹਿਜ ਮਤਵਾਰ। ਉਹਨਾਂ ਉਸ ਸ਼ਰਾਬੀ ਨੂੰ, ਸ਼ਰਾਬ ਪੀਣ ਵਾਲੇ ਨੂੰ ਤਾਂ ਸੁਤੇ ਸਿੱਧੇ ਮਤਵਾਰਾ ਕਮਲਾ ਕਹਿੰਦੇ ਨੇ। ਤੇ ਜਿਹੜਾ ਦੂਸਰੀ ਤੈਨੂੰ ਆਪਣੇ ਤਰੀਕੇ ਨਾਲ ਦੱਸਦੇ ਹਾਂ, ਕਹਿੰਦੇ ਇਹ ਅੰਤਰੀਵ ਸ਼ਰਾਬ ਜਿਹੜੀ ਹੈ, ਤੇ ਉਸ ਨੂੰ ਜਿਹੜਾ ਸੁਭਾਵਕ ਹੀ ਪੀਏਗਾ ਤੇ ਇਹ ਠੀਕ ਹੈ। ਮਤ ਵਾਰਾ ਉਹ ਸ੍ਰੇਸ਼ਟ ਬੁੱਧੀ ਵਾਲਾ ਕਿਹਾ ਜਾਏਗਾ ਕਿ ਉਹ ਚੰਗੀ ਅਕਲ ਵਾਲਾ ਹੈ। ਉਹਨੂੰ ਬੇਅਕਲ ਮੂਰਖ ਤੇ ਇਹਨੂੰ ਚੰਗੀ ਅਕਲ ਵਾਲਾ ਕਿਹਾ ਜਾਏਗਾ। ਪੀਵਤ ਰਾਮ ਰਸ ਗਿਆਨ ਵਿਚਾਰਾ। ਇਸ ਕਰਕੇ ਜੋ ਰਾਮ ਪਰਮੇਸ਼ਰ ਦੇ ਰਸ ਸਵਾਦ ਦੇ ਤਾਈਂ ਪੀਂਦਾ ਹੈ, ਉਹਨੂੰ ਗਿਆਨ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਭਾਵ ਕੀ ਹੈ ਵੀ ਉਹ ਗਿਆਨ ਨੂੰ ਵਿਚਾਰਨ ਵਾਲਾ ਹੋ ਜਾਂਦਾ। ਤੇ ਇਸ ਕਰਕੇ ਇਹ ਪ੍ਰਕਰਨ ਦੁਆਰਾ ਉਪਦੇਸ਼ ਦਿੱਤਾ ਹੈ। ਰਹਾਉ ਅਸਥਾਈ ਦੇ ਕੇ ਕਹਿੰਦੇ ਨੇ। ਇਸੇ ਪ੍ਰਕਾਰ ਹੁਣ ਭਗਤ ਜੀ ਦੂਸਰਾ ਗਿਆਨ ਦੇ ਤਰੀਕੇ, ਇਹ ਤਾਂ ਸੀ ਨਾ ਯੋਗ ਦੇ ਤਰੀਕੇ ਨਾਲ ਦੱਸੀ ਸ਼ਰਾਬ। ਉਹ ਕਹਿੰਦੇ ਜੀ ਦੂਸਰਾ ਤਰੀਕਾ, ਕਹਿੰਦੇ ਉਹ ਗਿਆਨ ਦਾ ਤਰੀਕਾ। ਕਹਿੰਦੇ ਜੀ ਉਹ ਵੀ ਦੱਸ ਦਿਓ। ਹੁਣ ਜੋਗੀ ਨੂੰ ਗਿਆਨ ਦੇ ਤਰੀਕੇ ਦੁਆਰਾ ਇਸੇ ਸ਼ਬਦ ਦੁਆਰਾ ਦੱਸਦੇ ਹਨ। ਗਗਨ ਰਸਾਲ ਚੋਏ ਮੇਰੀ ਭਾਠੀ। ਇੱਥੇ ਗਗਨ ਚਿਦਾਕਾਸ਼,
ਚਿਦਾਕਾਸ਼ ਰੂਪੀ ਪਰਮੇਸ਼ਰ ਜੋ ਸਾਰਿਆਂ ਰਸਾਲ ਰਸਾਂ ਦਾ ਘਰ ਹੈ, ਕਹਿੰਦੇ ਉਹੀ ਮੇਰੀ ਭਾਠੀ ਭੱਠੀ ਹੈ। ਉਹਦੇ ਵਿੱਚੋਂ ਬ੍ਰਹਮਾਨੰਦ ਰੂਪੀ ਸ਼ਰਾਬ ਦੀ ਧਾਰ ਅੱਗੇ ਦੱਸਦੇ ਨੇ ਵੀ ਉਹਦੇ ਚ ਚੋਇਆ, ਉਹ ਚੋ ਰਹੀ ਹੈ। ਮੈਂ ਉਹਦੇ ਆਨੰਦ ਨੂੰ ਮਾਣਦਾ ਹਾਂ। ਜਦੋਂ ਇਕਾਗਰਮਨ ਹੁੰਦਾ ਹੈ ਅੰਦਰ ਤੇ ਬੜਾ ਆਨੰਦ ਆਉਂਦਾ ਹੈ, ਉਹ ਰਸ ਦੇ ਨਾਲ ਭਰ ਜਾਂਦਾ ਹੈ, ਗਲੁਚ ਹੋ ਜਾਂਦਾ ਹੈ ਆਨੰਦ, ਜਿਵੇਂ ਗੂੰਗਾ ਗੁੜ ਖਾ ਕੇ ਮਸਤ ਹੋ ਜਾਂਦਾ ਹੈ, ਉਹਨੂੰ ਆਨੰਦ ਆਉਂਦਾ, ਇਉਂ ਹੋ ਜਾਂਦਾ ਹੈ। ਸੰਚ ਮਹਾਰਸ ਤਨ ਭਇਆ ਕਾਠੀ, ਤਨ ਦੇਹ ਅਧਿਆਸ ਨੂੰ ਬਰਮ ਅਭਿਆਸ ਰੂਪੀ ਕਾਠੀ ਲੱਕੜਾਂ ਨੂੰ ਜਲਾ ਕੇ, ਜਾਂ ਫਿਰ ਕਾਮ ਕ੍ਰੋਧ ਦੀਆਂ ਲੱਕੜਾਂ ਨੂੰ ਜਲਾ ਕੇ ਸਾੜ ਦਿੱਤਾ ਹੈ। ਉਹਦੇ ਚ ਜਪ ਤਪ ਦਾ ਜਿਹੜਾ ਸੇਕ ਲਿਆ ਹੈ, ਦੈਵੀ ਸੰਪਦਾ ਨੂੰ ਧਾਰਨ ਕਰਨਾ। ਤੇ ਇਸ ਪ੍ਰਕਾਰ ਅੱਗੇ ਫਿਰ ਹੋਰ ਦੱਸਦੇ ਸੰਚ ਮਹਾਨ, ਸੰਚ ਮਹਾਰਸ ਤਨ ਭਇਆ ਕਾਠੀ, ਕਹਿੰਦੇ ਉਸ ਰਸ ਨੂੰ ਸੰਚਣਾ ਕੀਤਾ ਹੈ। ਆਸੁਰੀ ਸੰਪਦਾ ਦਾ ਤਿਆਗ ਰੂਪ ਇਹ ਜਿਹੜੀਆਂ ਦੋ ਨਾਲੀਆਂ ਕੀਤੀਆਂ ਨੇ, ਇਹਨਾਂ ਦੇ ਨਾਲ ਸਰੀਰ ਦੇ ਵਿੱਚੋਂ ਬ੍ਰਹਮਾਨੰਦ ਰੂਪੀ ਮਹਾਰਸ, ਇਹ ਤਾਂ ਰਸ ਨੇ ਔਰ ਗਲਤ ਰਸ ਨੇ, ਸੰਚ ਇਕੱਠਾ ਕੀਤਾ ਹੈ। ਤੇ ਇਸ ਪ੍ਰਕਾਰ ਫਿਰ ਇਹ ਤਨ ਦੇਹ ਅਧਿਆਸ ਨੂੰ ਸਾੜ ਕੇ ਕਾਠੀ ਨਾਮ ਲੱਕੜਾਂ ਦਾ ਬ੍ਰਹਮਾਨੰਦ ਦੇ ਰਸ ਨੂੰ ਪ੍ਰਾਪਤ ਕੀਤਾ ਹੈ। ਵਾਹ ਕਉ ਕਹੀਐ ਸਹਿਜ ਮਤ ਬਾਰਾ, ਹੇ ਜੋਗੀ, ਜੋ ਬਾਹਰਲੀ ਕੱਢੀ ਹੋਈ ਸ਼ਰਾਬ ਪੀਂਦੇ ਐ, ਉਹਨਾਂ ਨੂੰ ਤਾਂ ਸਹਿਜ ਸੁਭਾਵ ਕੇ ਮਤਵਾਰਾ ਝੱਲਾ ਕਿਹਾ ਜਾਂਦਾ ਹੈ। ਪੀਵਤ ਰਾਮ ਰਸ ਗਿਆਨ ਵਿਚਾਰਾ, ਜਿਹੜਾ ਰਾਮ ਪਰਮੇਸ਼ਰ ਦੇ ਰਸ ਆਨੰਦ ਨੂੰ ਪੀਵਤ ਪੀਂਦੇ ਆ, ਜਿਹੜੇ ਸੰਤ ਜਨ, ਉਹਨਾਂ ਨੂੰ ਸਰੂਪ ਦੇ ਗਿਆਨ ਦੀ ਜਾਂ ਫਿਰ ਪ੍ਰੋਖ ਤੇ ਅਪਰੋਖ, ਇਹ ਜਿਹੜਾ ਬ੍ਰਹਮ ਗਿਆਨ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਇਹ ਲਾਭ ਹੈ ਇਸ ਦਾ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਹਨ ਜੀ, ਸਹਿਜ ਕਲਾਲਨ ਜੋ ਮਿਲ ਆਈ। ਤੇ ਕਲਾਲਨ ਜਿਹੜਾ ਸ਼ਬਦ ਹੈ, ਇਹਦੇ ਸਾਥ ਨਹੀਂ, ਕਲਾਲਨ ਵੈਸੇ ਸ਼ਰਾਬ ਦੇ ਕੱਢਣ ਵਾਲੇ ਦਾ ਨਾਮ ਵੀ ਹੈ, ਤੇ ਸਿਹਾਰੀ ਲੱਗੀ ਹੋਈ ਹੈ ਨੰਨੇ ਦੇ ਉੱਤੇ। ਕਲਾਲਨ ਹੁੰਦੇ ਆ ਉਹਦੇ ਜਿਹੜਾ ਸ਼ਰਾਬ ਵੇਚਣ ਵਾਲਾ, ਉਹਦੇ ਘਰ ਵਾਲੀ, ਉਹ ਕਲਾਲ, ਉਹ ਕਲਾਲਨ। ਤੇ ਇਸ ਪ੍ਰਕਾਰ ਪ੍ਰਮਾਣ ਦਿੰਦੇ ਆ, ਕਹਿੰਦੇ ਜਿਵੇਂ ਸ਼ਰਾਬ ਨੂੰ ਜਦੋਂ ਸਹਿਜ ਹੀ ਕਲਾਲਨ ਸ਼ਰਾਬ ਪਿਲਾਉਣ ਵਾਲੀ ਬੇਸਵਾ ਦਾ ਅਰਥ ਇੱਥੇ ਲਿਆ ਗਿਆ ਹੈ, ਜਾਂ ਫਿਰ ਉਹ ਸ਼ਰਾਬ ਵੇਚਣ ਵਾਲੀ ਜਿਹੜੀ ਹੈ, ਸ਼ਰਾਬ ਵੇਚਣ ਵਾਲੇ ਦੇ ਘਰ ਵਾਲੀ, ਉਹ ਕਈ ਅਮੀਰ ਲੋਕਾਂ ਦੇ ਘਰੇ ਉਹਨਾਂ ਨੂੰ ਦੇਣ ਵਾਸਤੇ ਸ਼ਰਾਬ ਚਲੇ ਜਾਂਦੇ, ਐਸੇ ਲੋਕਾਂ ਦੇ ਜੀਵਨ ਹੁੰਦੇ ਸੀ ਗਰਕੇ ਹੋਏ, ਤੇ ਵਿਭਚਾਰ ਫੈਲਦਾ। ਤੇ ਇਧਰ ਬੇਸਵਾ ਜਿਹੜੀ ਹੈ, ਕਹਿੰਦੇ ਸਹਿਜ ਹੀ ਕਲਾਲਨ ਸ਼ਰਾਬ ਪਿਆਉਣ ਵਾਲੀ, ਉਹ ਬੇਸਵਾ ਵੀ ਆਪਣੇ ਹੱਥ ਨਾਲ ਸ਼ਰਾਬ ਪਿਆਉਂਦੀ, ਜਿਹੜੇ ਉਹਦੇ ਨਾਚ ਨੂਚ ਦੇਖਦੇ ਆ, ਉਹਨੂੰ ਫਿਰ ਵਿਸ਼ੇ ਆਨੰਦ ਵਿੱਚ ਮਾਤੇ ਮਸਤ ਹੋਏ। ਤੇ ਸਹਿਜ ਕਲਾਲਨ ਜੋ ਮਿਲ ਆਈ, ਜਦੋਂ ਮਿਲਦੀ ਹੈ ਤਾਂ ਆਨੰਦ ਮਾਤੇ ਅਨ ਦਿਨ ਜਾਈ। ਇੱਕ ਰਸ ਸਾਰੀ ਰਾਤ ਨਸ਼ੇ ਦੇ ਵਿੱਚ ਤੇ ਵਿਸ਼ੇ ਦੇ ਵਿੱਚ ਭੋਗਣ ਦੇ ਪ੍ਰਵਾਤ ਹੋ ਕੇ ਉਹਨਾਂ ਦੀ ਰਾਤ ਇਉਂ ਲੰਘ ਜਾਂਦੀ ਹੈ। ਤੇ ਇਸੇ ਤਰ੍ਹਾਂ ਅੰਤਰੀ ਭਾਵ ਦੇ ਵਿੱਚ ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਨ ਦਿਨ ਜਾਈ। ਕਹਿੰਦੇ ਅੰਤਰੀ ਭਾਵ ਦੇ ਜਦੋਂ ਸਹਿਜ ਸ਼ਾਂਤੀ ਰੂਪੀ ਕਲਾਲਨ ਸ਼ਰਾਬ ਪਿਲਾਉਣ ਵਾਲੀ ਆ ਕੇ ਮਿਲੀ, ਤਾਂ ਫਿਰ ਬ੍ਰਹਮਾਨੰਦ ਵਿੱਚ ਮਸਤ ਹੋਇਆ। ਅਨ ਦਿਨ ਰਾਤ ਉਹਦੀ ਦਿਨ ਵੀ ਤੇ ਰਾਤ ਇਉਂ ਲੰਘਦੀ ਹੈ, ਅਨ ਦਿਨ ਰਾਤ ਦਿਨ ਲੰਘ ਜਾਂਦੀ ਹੈ। ਜਾਂ ਫਿਰ ਇਸ ਦਾ ਬ੍ਰਹਮਾਨੰਦ ਰੂਪੀ ਸ਼ਰਾਬ ਪਿਲਾਉਣ ਵਾਲੀ ਸਹਿਜ ਰੂਪੀ ਸਾਕੀ ਆ ਕੇ ਮਿਲਦਾ ਹੈ। ਇਹ ਥੋੜਾ ਜਿਹਾ ਬਦਲਾਇਆ ਅਰਥ ਵਿੱਚ। ਤਦ ਉਸ ਨੂੰ ਉਹਦੇ ਹੱਥੋਂ ਬ੍ਰਹਮਾਨੰਦ ਰੂਪੀ ਸ਼ਰਾਬ ਪੀਂਦਿਆਂ ਦਿਨ ਰਾਤ ਆਨੰਦ ਵਿੱਚ ਮਸਤ ਹੋਇਆ ਬਤੀਤ ਹੋ ਜਾਂਦਾ ਹੈ। ਭਾਵ ਕੀ ਹੈ ਕਿ ਜਿੱਥੇ ਸ਼ਰਾਬਖਾਨੇ ਬਣੇ ਹੋਤੇ, ਜਿੱਥੇ ਲੋਕੀ ਸ਼ਰਾਬ ਪੀਂਦੇ, ਉਹਨੂੰ ਅਹਾਤੇ ਕਹਿੰਦੇ ਹੈ, ਤੇ ਹੁਣ ਉਹਨਾਂ ਦੇ ਹੋਰ ਨਾਮ ਰੱਖ ਲਏ ਹੈ। ਉਹਦੇ ਸ਼ਰਾਬ ਪਿਲਾਉਣ ਵਾਲਿਆਂ ਨੂੰ ਫਾਰਸੀ ਦੇ ਵਿੱਚ ਸਾਕੀ ਆਖਦੇ ਹੈ। ਸਾਕੀ ਪਦ ਜਿਹੜਾ ਸੂਫੀ ਲੋਕ ਵਰਤਦੇ ਸੀ, ਉਹ ਕਾਹਦੇ ਲਈ ਵਰਤਦੇ? ਮੁਰਸ਼ਦ ਦੇ ਲਈ। ਇੱਥੇ ਭਗਤ ਜੀ ਨੇ ਕਲਾਲਨ ਪਦ ਵਰਤਿਆ। ਸਹਿਜ ਕਲਾਲਨ, ਸਹਿਜ ਤੋਂ ਭਾਵ ਹੈ ਸਹਿਜ ਮਾਰਗ ਦਾ ਜਾਣੂ, ਸਾਕੀ ਮੁਰਸ਼ਦ ਤੋਂ ਇਹ ਵੀ ਅਰਥ ਹੋ ਸਕਦਾ ਹੈ। ਇਸ ਕਰਕੇ ਉਹ ਫਿਰ ਮਿਲਿਆ, ਤਦੋਂ ਆਨੰਦ ਪ੍ਰਾਪਤ ਹੋ ਜਾਂਦਾ ਹੈ। ਜੀਨਤ ਚੀਤ ਨਿਰੰਜਨ ਲਾਇਆ,
ਇਸੇ ਢੰਗ ਦੇ ਨਾਲ ਦੱਸਦੇ ਚੀਨਤ ਜਾਣਦਿਆਂ ਖੋਜ ਕਰਦਿਆਂ ਆਪਣਾ ਚੀਤ ਚਿੱਤ ਸਤ ਸੰਗਤ ਦੁਆਰਾ ਜਿਹੜਾ ਨਿਰੰਜਨ ਸੁੱਧ ਸਰੂਪ ਬ੍ਰਹਮ ਹੈ ਜਦੋਂ ਉਹਦੇ ਵਿੱਚ ਲਾ ਦਿੱਤਾ। ਕਹੋ ਕਬੀਰ ਤੋ ਅਨਭਉ ਪਾਇਆ। ਕਬੀਰ ਸਾਹਿਬ ਜੀ ਕਥਨ ਕਰਦੇ ਤੋ ਤਦੋਂ ਅਸੀਂ ਅਨਭਉ ਭੈ ਤੋਂ ਰਹਿਤ ਜਿਹੜਾ ਸਰੂਪ ਹੈ ਵਾਹਿਗੁਰੂ ਦਾ ਪਾਇਆ ਉਹ ਪ੍ਰਾਪਤ ਕਰ ਲਿਆ ਹੈ। ਗੌੜੀ ਕਬੀਰ ਜੀ। ਗੌੜੀ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ। ਇੱਕ ਵਿਦਵਾਨ ਆਇਆ, ਉਹ ਆ ਕੇ ਕਬੀਰ ਸਾਹਿਬ ਨੂੰ ਕਹਿਣ ਲੱਗਾ ਜੀ ਵੀ ਮਨ ਦੇ ਬਾਰੇ ਮੈਂ ਕੋਈ ਵਿਚਾਰ ਕਰਨੀ ਚਾਹੁੰਦਾ। ਕਹਿੰਦੇ ਦੱਸੋ। ਕਹਿੰਦੇ ਮਨ ਮਾਰੇ ਤੋਂ ਬਿਨਾਂ ਭਗਤੀ ਤਾਂ ਨਹੀਂ ਹੋ ਸਕਦੀ। ਉਹ ਕਹਿੰਦੇ ਫਲਾਨਿਆਂ ਕੰਮ ਕਰ ਵੀ ਮਨ ਮਾਰ ਕੇ ਕੰਮ ਕਰ, ਵੀ ਭਗਤੀ ਕਿਹੜਾ ਮਨ ਮਾਰੇ ਬਿਨਾਂ ਹੋ ਜਾਊਗੀ। ਸੁਣ ਕੇ ਕਬੀਰ ਸਾਹਿਬ ਜੀ ਨੇ ਅੱਗੇ ਸ਼ਬਦ ਉਚਾਰਿਆ ਮਨ ਕਾ ਸੁਭਾਉ ਮਨਹਿ ਵਿਆਪੀ। ਕਹਿੰਦੇ ਭਾਈ ਮਨ ਬਾਰੇ ਸਮਝਣਾ ਕਰ। ਮਨ ਦਾ ਜਿਹੜਾ ਸੁਭਾਅ ਹੈ, ਸੁਭਾਅ ਤੋਂ ਭਾਵ ਸੁਭਾਅ ਹੈ, ਉਹ ਮਨ ਨੂੰ ਹੀ ਵਿਆਪ ਰਿਹਾ ਹੈ। ਮਨ ਦਾ ਸੁਭਾਅ ਮਨ ਨੂੰ ਹੀ ਵਿਆਪ ਰਿਹਾ ਹੈ। ਉਹ ਭਾਵ ਕੀ ਮਿਲ ਰਿਹਾ ਹੈ। ਜਿਵੇਂ ਸਾਡੇ ਜਿਸਮ ਦੀ ਤਾਕਤ ਸਾਡੇ ਵਿੱਚ ਮਿਲੀ ਹੋਈ ਹੈ, ਜਿਸਮ ਦੇ ਮਨ ਦਾ ਸੁਭਾਅ ਵੀ ਮਨ ਦੇ ਵਿੱਚ ਮਿਲਿਆ ਹੋਇਆ ਹੈ। ਇਸ ਕਰਕੇ ਜੋ ਤੂੰ ਕਹਿ ਰਿਹਾ ਹੈ ਮਨਹਿ ਮਾਰ ਕਬਨ ਸਿੱਧ ਥਾਪੀ। ਅਸੀਂ ਤੈਨੂੰ ਪੁੱਛਦੇ ਹਾਂ, ਤੂੰ ਮਨ ਨੂੰ ਮਾਰਨ ਦੀ ਗੱਲ ਕਰਦਾ। ਜਦੋਂ ਮਨ ਨੂੰ ਮਾਰ ਹੀ ਦਿੱਤਾ ਫਿਰ ਕਿਹੜੀ ਸਿੱਧੀ ਥਾਪੀ ਸਥਾਪਨ ਕਰੋਗੇ ਜਦੋਂ ਮਨ ਹੀ ਮਰ ਗਿਆ। ਮਰੇ ਹੋਏ ਬੰਦੇ ਦਾ ਕੋਈ ਕਾਰਜ ਵੀ ਨਹੀਂ ਹੁੰਦਾ। ਇਸ ਕਰਕੇ ਵੀ ਤੂੰ ਕਿਹੜੇ ਤਰੀਕੇ ਨਾਲ ਇਹ ਗੱਲ ਕਹਿ ਦਿੱਤੀ ਮਨ ਨੂੰ ਮਾਰਨ ਦੇ। ਕਵਨ ਸੋ ਮਨ ਜੋ ਮਨ ਮਾਰੈ। ਸੋ ਉਹ ਕਵਨ ਕਿਹੜਾ ਮੁਨੀ ਹੈ ਜਿਹੜਾ ਮਨ ਨੂੰ ਮਾਰੇ। ਮਾਰਨਾ ਚਾਹੀਦਾ ਵੀ ਇਉਂ ਕਹਿੰਦਾ ਵੀ, ਪਰ ਇਹਨੂੰ ਸਮਝੋ ਵੀ ਕਿਵੇਂ ਮਾਰਨਾ ਚਾਹੀਦਾ। ਮਨ ਨੂੰ ਮਾਰਨਾ ਚਾਹੀਦਾ। ਉਹ ਕਿਹੜਾ ਮੁਨੀ ਹੈ ਤੇ ਜਿਹੜਾ ਇਹ ਗੱਲ ਕਹਿੰਦਾ ਜਾਂ ਤੂੰ ਕਹਿ ਰਿਹਾ ਫਿਰ ਮਨ ਨੂੰ ਕਿਵੇਂ ਮਾਰੀਦਾ ਇਹ ਕਦੇ ਦੱਸਿਆ ਤੁਸੀਂ? ਮਨ ਨੂੰ ਮਾਰਨ ਵਾਸਤੇ ਸਮਝਣ ਦੀ ਲੋੜ ਹੈ। ਮਨ ਕੋ ਮਾਰ ਕਹੋ ਕਿਸ ਤਾਰੈ। ਜਿਹੜਾ ਮੁਨੀ ਇਹ ਕਹਿੰਦਾ ਵੀ ਮਨ ਨੂੰ ਮਾਰਨਾ ਚਾਹੀਦਾ ਨਾ, ਫਿਰ ਅਸੀਂ ਪੁੱਛਦੇ ਹਾਂ ਵੀ ਮਨ ਨੂੰ ਜਦੋਂ ਮਾਰ ਹੀ ਦਿੱਤਾ ਫਿਰ ਤਾਰਨਾ ਕਿਹਨੂੰ ਹੈ? ਉਹ ਤਾਂ ਮਰ ਗਿਆ, ਫਿਰ ਮਰੇ ਹੋਏ ਨੂੰ ਕੀ ਤਾਰੋਗੇ ਤੁਸੀਂ? ਇਹ ਕਹੋ ਤੁਸੀਂ ਦੱਸਣਾ ਕਰੋ, ਸਾਨੂੰ ਦੱਸੋ ਤੁਸੀਂ। ਕਬੀਰ ਸਾਹਿਬ ਜੀ ਕਹਿੰਦੇ ਫਿਰ ਤਾਰੋਗੇ ਕਿਸ ਨੂੰ? ਉਹਨੂੰ ਗੱਲ ਕੋਈ ਨਾ ਆਈ। ਕਹਿੰਦੇ ਜੀ ਗੱਲ ਤੁਹਾਡੀ ਵੀ ਠੀਕ ਹੈ। ਅੱਗੇ ਸਮਝਾਉਂਦੇ ਹਨ ਰਹਾਉ ਅਸਥਾਈ ਦੇ ਕੇ ਫਰਮਾਉਂਦੇ ਐ ਮਨ ਅੰਤਰ ਬੋਲੇ ਸਭ ਕੋਈ। ਮਨ ਦੇ ਅੰਦਰ ਹੀ ਸਭ ਸਾਰੀ ਕੋਈ ਜਿੰਨੇ ਵੀ ਲੋਕ ਨੂੰ ਬੋਲ ਚਾਲ ਕਰ ਰਹੇ ਨੇ, ਪਹਿਲਾਂ ਮਨ ਦੇ ਵਿੱਚੋਂ ਉੱਠਦੀ ਆ ਗੱਲ। ਕਹਿੰਦਾ ਵੀ ਮੇਰੇ ਮਨ 'ਚ ਤਾਂ ਆਈ ਸੀ ਪਰ ਮੈਂ ਕਿਹਾ ਨਹੀਂ। ਉਹ ਮਨ ਦੇ ਬੁਲਾਏ ਹੋਏ ਬੋਲਦੇ ਆ। ਜੀਵ ਹੈ ਤਾਂ ਨੌਕਰ ਹੈ ਉਹਦੀ ਮਨ ਦੀ। ਕਹਿੰਦੇ ਜੀ ਫਿਰ ਸਾਨੂੰ ਤਾਂ ਸਮਝ ਹੀ ਨਹੀਂ ਆਈ ਇਸ ਗੱਲ ਦੀ। ਫਿਰ ਕਿਵੇਂ ਫਿਰ ਮਨ ਨੂੰ ਮਾਰਨ ਦੀ ਗੱਲ ਕੀ ਹੈ? ਕਹਿੰਦੇ ਮਨ ਦੇ ਮੰਦੇ ਸੁਭਾਅ ਨੂੰ ਮਾਰੇ ਤੋਂ ਬਿਨ ਬਗੈਰ। ਅੱਗੇ ਦੱਸਦੇ ਹਨ ਮਨ ਮਾਰੇ ਬਿਨ ਭਗਤ ਨਾ ਹੋਈ। ਉਹ ਕਹਿੰਦੇ ਵੀ ਉਹ ਅਰਥ ਸਮਝੋ। ਮਨ ਨੂੰ ਮਾਰਨਾ ਕੀ ਹੈ? ਮਨ ਦੇ ਮੰਦੇ ਸੁਭਾਅ ਨੂੰ ਮਾਰਨਾ ਹੀ ਮਨ ਨੂੰ ਮਾਰਨਾ ਹੈ। ਮਨ ਦੇ ਵਿੱਚੋਂ ਹੰਕਾਰ ਨੂੰ ਮਾਰਨਾ ਹੀ ਮਨ ਦਾ ਮਾਰਨਾ ਹੈ। ਉਹ ਤਾਂ ਜਿਉਂਦਾ ਰਹਿੰਦਾ, ਸੁਭਾਅ ਮਾਰਨਾ ਉਹਦਾ ਮਨ ਦਾ। ਮਨ ਮਾਰੇ ਬਿਨ ਮੰਦੇ ਸੁਭਾਅ ਨੂੰ ਮਾਰੇ ਤੋਂ ਬਿਨਾਂ ਭਗਤ ਨਾ ਹੋਈ। ਭਗਤੀ ਨਹੀਂ ਹੋ ਸਕਦੀ, ਕਿਉਂਕਿ ਜਦੋਂ ਮੰਦਾ ਸੁਭਾਅ ਭਗਤੀ ਕਿੱਥੇ ਕਰੂਗਾ? ਉਹ ਭਗਤੀ ਕਰਨੇ ਨਹੀਂ ਦੇਣੀ ਮੰਦੇ ਸੁਭਾਅ ਨੇ। ਜਾਂ ਫਿਰ ਇਸ ਨੂੰ ਅਨਮੇ ਰੀਤ ਨਾਲ ਵੀ ਅਰਥ ਇਹਦਾ ਕੀਤਾ ਹੈ ਸਤਿਪੁਰਸ਼ਾਂ ਨੇ। ਬਿਨ ਭਗਤ ਮਨ ਮਾਰੇ ਨਾ ਹੋਈ। ਬਿਨਾਂ ਭਗਤੀ ਤੋਂ ਬਗੈਰ ਜਿੰਨਾ ਚ ਭਗਤੀ ਨਹੀਂ ਕਰਦਾ ਮਨ ਦਾ ਮੰਦਾ ਸੁਭਾਅ ਮਾਰਿਆ ਨਹੀਂ ਜਾ ਸਕਦਾ। ਭਗਤੀ ਨਾਲੇ ਮੰਦਾ ਸੁਭਾਅ ਮਾਰ ਹੁੰਦਾ ਹੈ। ਸੋ ਇਸ ਕਰਕੇ ਸਾਧ ਸਿੰਘ ਕਬੀਰ ਸਾਹਿਬ ਨੇ ਬੜੇ ਗੋਝ ਅਰਥ ਜਿਹੜੇ ਨੇ ਇੱਕ ਇੱਕ ਪੰਕਤੀ ਵਿੱਚ ਰੱਖੇ ਹੋਏ ਹਨ। ਕਹੋ ਕਬੀਰ ਜੋ ਜਾਣੈ ਭੇਉ। ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜਾ ਇਸ ਭੇਦ ਨੂੰ ਜਾਣੈ ਜਾਣ ਲਵੇ। ਇਹ ਜਿਹੜਾ ਭੇਦ ਤੁਹਾਨੂੰ ਦੱਸਿਆ ਮਨ ਨੂੰ ਮਾਰਨ ਦਾ। ਮਨ ਮਧੂਸੂਦਨ ਤ੍ਰਿਭਵਨ ਦੇਉ। ਤੇ ਕਹਿੰਦੇ ਫਿਰ ਮਨ ਤਾਂ ਮਧੂਸੂਦਨ ਮਦ ਮਧੂ ਦੈਤ ਹੋਇਆ ਇੱਕ। ਉਹ ਦੈਤ ਦੀ ਨਿਆਈਆਂ ਕਹਿੰਦੇ ਇਹ।
ਉਹ ਜਿਹੜਾ ਮਦ ਕੈਟਪ ਹੋਇਆ ਬਰਮਾ ਦੇ ਦੁਆਲੇ ਹੋ ਗਿਆ ਸੀ ਨਾ, ਬਰਮੇ ਨੂੰ ਖਾਣ ਵਾਸਤੇ ਵੀ ਤੈਨੂੰ ਮਾਰ ਦੇਣਾ ਹੈ। ਭਗਵਾਨ ਜੀ ਨੇ ਫਿਰ ਉਹਦੀ ਰੱਖਿਆ ਕੀਤੀ ਤੇ ਮਦ ਕੈਪਟ ਨੂੰ ਮਾਰਨ ਕਰਕੇ ਹੀ ਮਧੂਸੂਦਨ ਨਾਮ ਪਿਆ ਭਗਵਾਨ ਜੀ ਦਾ। ਕਹਿੰਦੇ ਪਰ ਜਿਹੜਾ ਮਨ ਹੈ ਇਹ ਮਧੂ ਦੈਤ ਦੀ ਨਿਆਈ, ਸਭਨਾਂ ਦੇ ਜਪ ਤਪ ਨੂੰ ਸੂਦਨ ਕੱਟਣ ਵਾਲਾ ਹੈ, ਜਪ ਤਪ ਖਤਮ ਕਰਦਾ ਹੈ। ਤਿਰਭਵਨ ਤਿੰਨਾਂ ਭਵਨਾਂ ਦਾ ਇਹ ਫਿਰ ਦੋਲੇ ਮਨ ਬੋਧ ਮਧੂਸੂਦਨ ਪੜ੍ਹ ਦਿਓ। ਮਨ ਮਧੂਸੂਦਨ ਤ੍ਰਿਭਵਨ ਦਿਓ। ਇਹ ਜਿਹੜਾ ਮਨ ਹੈ ਜਪ ਤਪ ਨੂੰ ਕੱਟਣ ਵਾਲਾ, ਮਧੂ ਦੈਤ ਦੀ ਨਿਆਈ, ਤਿੰਨਾਂ ਭਵਨਾਂ ਦਾ ਦਿਓ ਦੇਵਤਾ। ਰਾਜਾ ਬਣਿਆ ਬੈਠਾ ਅੰਦਰ। ਗੁਰਬਿਨ ਕਿਨ ਸਮਝਾਈਆ ਮਨ ਰਾਜਾ ਸੁਲਤਾਨ। ਇਹ ਤਾਂ ਰਾਜਾ ਬਣਿਆ ਬੈਠਾ ਅੰਦਰ, ਮੇਰੀ ਹਕੂਮਤ ਚੱਲਦੀ ਹੈ। ਜਿਹਦੀ ਹਕੂਮਤ ਚੱਲੇ, ਹੁਕਮ ਚੱਲੇ, ਉਹ ਰਾਜਾ ਹੀ ਹੁੰਦਾ ਹੈ। ਅੱਖਾਂ ਤੇ ਹੁਕਮ ਇਹਦਾ ਚੱਲੇ ਮਨ ਦਾ, ਕੰਨਾਂ ਤੇ ਇਹਦਾ ਹੁਕਮ ਚੱਲੇ, ਜੀਭ ਤੇ ਇਹਦਾ ਚੱਲੇ, ਪੈਰਾਂ ਤੇ ਹੁਕਮ ਇਹਦਾ ਚੱਲੇ, ਹੱਥਾਂ ਤੇ ਇਹਦਾ ਹੁਕਮ ਚੱਲੇ। ਇਹ ਹਕੂਮਤ ਕਰਦਾ ਹੈ, ਰਾਜਾ ਬਣਿਆ ਬੈਠਾ ਹੈ। ਮਨ ਕਾ ਸੁਭਾਵ ਮਨ ਹੈ ਵਿਆਪੀ। ਹੁਣ ਦੂਸਰੇ ਅਰਥ ਵਿੱਚ ਦੱਸਦੇ ਹੈ, ਇਹ ਜਿਹੜਾ ਮਨ ਜੀਵ, ਸੋ ਸਾਖੀ ਦਾ ਅਰਥ ਹੈ ਇੱਥੇ। ਸੋ ਸਾਖੀ, ਸਾਖੀ ਚੇਤਨ, ਉਸ ਦਾ ਭਾਵ ਪ੍ਰਕਾਸ਼ ਰੂਪ ਹੈ। ਮਨ ਕੀ ਹੈ? ਮਨ ਤੋਂ ਜੋਤ ਸਰੂਪ ਹੈ। ਕਿਵੇਂ ਜੋਤ ਸਰੂਪ ਹੈ? ਇਉਂ ਹੈ। ਉਹਦਾ ਭਾਵ ਪ੍ਰਕਾਸ਼ ਰੂਪ ਹੈ। ਜੀਵ ਸਾਰਿਆਂ ਦੇ ਅੰਦਰ ਵਿਆਪੀ ਵਿਆਪਕ ਰੂਪ ਹੈ। ਉਹ ਚੇਤਨ ਦੀ ਅੰਸ਼ ਹੋਣ ਕਰਕੇ ਮਨ ਹੈ ਮਾਰ ਕਵਨ ਸਿੱਧ ਥਾਪੀ। ਜੋ ਜੀਵ ਆਤਮਾ ਦੇ ਤਾਈਂ ਮਾਰ ਦਿੱਤਾ, ਜਿਨ੍ਹਾਂ ਨੇ ਹੰਕਾਰ ਮਾਰਦਾ, ਇਹਦੇ ਵਿੱਚੋਂ ਮੰਦਾ ਸੁਭਾਅ ਮਾਰ ਦਿੱਤਾ। ਫਿਰ ਕਵਨ ਸਿੱਧ ਥਾਪੀ, ਸਿੱਧ ਮੁਕਤੀ। ਕਵਨ ਕਿਸ ਨੂੰ ਥਾਪੀ ਸਥਾਪਨ ਕਰੋਗੇ? ਉਹ ਤਾਂ ਰੂਪ ਹੀ ਹੈ, ਮੁਕਤੀ ਕਿਹਨੂੰ ਦਿਓਗੇ? ਇਹ ਭੁਲੇਖਾ ਇਸੇ ਵਿੱਚੋਂ ਚੱਕਿਆ ਗਿਆ ਹੈ। ਕਵਨ ਸੋ ਮਨ ਜੋ ਮਨ ਮਾਰੈ। ਉਹ ਕਵਨ ਕਿਹੜਾ? ਸੋ ਉਹ ਮਨ ਮੁਨੀ ਹੈ, ਜੋ ਜਿਹੜਾ ਮਨ ਜੀਵ ਨੂੰ ਮਾਰਨਾ ਚਾਹੁੰਦਾ ਹੈ। ਕੌਣ ਹੈ ਐਸਾ ਮੁਨੀ? ਮਨ ਕੋ ਮਾਰ ਕਹੋ ਕਿਸ ਤਾਰੈ। ਮਨ ਜੀਵ ਆਤਮਾ ਨੂੰ ਮਾਰ ਕਰਕੇ ਫਿਰ ਦੱਸੋ ਕਿਸ ਨੂੰ ਤਾਰੂਗਾ, ਜੇ ਜੀਵ ਆਤਮਾ ਹੀ ਮਾਰ ਦਿੱਤੀ। ਮਰਨਹਾਰ ਇਹ ਜੀਅਰਾ ਨਾ ਹੈ, ਇਹ ਮਰਨ ਵਾਲਾ ਨਹੀਂ ਹੈ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ, ਮਨ ਅੰਤਰ ਬੋਲੇ ਸਭ ਕੋਈ। ਸਭ ਸਰੀਰਾਂ ਦੇ ਅੰਦਰ ਮਨ ਜੀਵ ਆਤਮਾ, ਉਹ ਜੀਵ ਆਤਮਾ ਹੋਣ ਕਰਕੇ ਸਭ ਕੋਈ ਬੋਲੇ, ਬੋਲ ਚਾਲ ਕਰਦੇ ਨੇ, ਉਹਦੇ ਕਰਕੇ ਬੋਲ ਚਾਲ ਕਰਦੇ ਨੇ। ਜੀਵ ਆਤਮਾ ਨਿਕਲ ਗਿਆ, ਅੱਖਾਂ ਵੀ ਕੋਲੇ ਨੇ, ਕੰਨ ਵੀ ਕੋਲੇ ਨੇ, ਹੱਥ ਪੈਰ ਕੋਲੇ ਨੇ। ਧੜਮ ਦੇ ਕੇ ਧਰਤੀ ਦੇ ਡਿੱਗ ਜਾਂਦਾ ਹੈ। ਮਰ ਗਿਆ ਜੀ, ਮਰ ਗਿਆ, ਚੱਕ ਲਓ ਜੀ ਇਹਨੂੰ, ਮੜੀਆਂ ਚ ਲੈ ਜਾਓ ਜਾਂ ਕਬਰਾਂ ਚ ਲੈ ਲਓ। ਇਸ ਕਰਕੇ ਜੀਵ ਆਤਮਾ ਇਹ ਨਹੀਂ ਮਰਦਾ ਹੈ। ਮਨ ਮਾਰੇ ਬਿਨ ਭਗਤ ਨਾ ਹੋਈ। ਮਨ ਜੀਵਤ ਭਾਵ ਮਾਰੇ, ਮਰਨ ਤੋਂ ਬਿਨ ਬਗੈਰ ਭਾਵ ਭਗਤ ਭਗਤੀ ਨਹੀਂ ਹੋ ਸਕਦੀ। ਜੀਵਤ ਭਾਵ ਕੀ ਹੈ? ਅਗਿਆਨ ਕਰਕੇ ਜੀਵਤ ਭਾਵ ਹੈ। ਜੀਵ ਆਤਮਾ ਜਦੋਂ ਕੇਵਲ ਆਤਮਾ ਰਹਿ ਗਈ, ਜੀਵਪਣਾ ਤਾਂ ਮਰ ਹੀ ਗਿਆ ਨਾ। ਇਸ ਕਰਕੇ ਕਹਿੰਦੇ ਉਹ ਜੋਤ ਸਰੂਪ ਨੂੰ ਸਮਝ ਕੇ ਅਪਰੋਕਸ਼ ਬ੍ਰਹਮ ਗਿਆਨ ਦੁਆਰਾ ਜੀਵ ਈਸ਼ ਦੀ ਏਕਤਾ ਰੂਪ ਉਹ ਕਰਾਉਣ ਵਾਲੇ ਗਿਆਨ ਦੁਆਰਾ ਫਿਰੇ ਉਹਦਾ ਰੂਪ ਬਣ ਜਾਂਦਾ। ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਉਹਦਾ ਰੂਪ ਬਣ ਜਾਂਦਾ ਹੈ। ਕਹੋ ਕਬੀਰ ਜੋ ਜਾਣੈ ਭਿਓ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇਸ ਭੇਦ ਨੂੰ, ਇਹ ਗੁੱਝੇ ਜਿਹੜੀ ਰਮਜ ਹੈ, ਇਸ ਨੂੰ ਜਿਹੜਾ ਕੋਈ ਜਾਣ ਲਵੇਗਾ। ਕਹੋ ਕਬੀਰ, ਕਬੀਰ ਸਾਹਿਬ ਕਹਿੰਦੇ ਹਨ, ਮਨ ਮਧੂਸੂਦਨ ਤ੍ਰਿਭਵਨ ਦਿਓ। ਜਿਹੜਾ ਮਧੂਸੂਦਨ ਮਧੂ ਦੈਤ ਨੂੰ ਕੱਟਣ ਵਾਲਾ ਕੌਣ? ਪਰਮੇਸ਼ਰ, ਜੋ ਤ੍ਰਿਭਵਨ ਤਿੰਨਾਂ ਭਵਨਾਂ ਵਿੱਚ ਦਿਓ ਪ੍ਰਕਾਸ਼ ਰੂਪ ਹੈ। ਇਹ ਮਨ ਜੀਵ ਆਤਮਾ ਉਸੇ ਦਾ ਸਰੂਪ ਹੈ। ਜੀਵ ਇਸ ਦੀ ਏਕਤਾ ਜਨਾਉਣ ਵਾਲੇ ਇਹ ਮਹਾਂਵਾਕ ਕਹੇ ਹੈ ਕਬੀਰ ਸਾਹਿਬ ਜੀ ਨੇ। ਬੜਾ ਸੁੰਦਰ ਉਪਦੇਸ਼ ਦਿੱਤਾ ਹੈ। ਹੁਣ ਤੀਸਰੇ ਭਾਵ ਦੇ ਵਿੱਚ ਥੋੜੇ ਜਿਹੇ ਬਦਲਾਅ ਦੇ ਨਾਲ ਇਹਦੇ ਵਿੱਚ ਹੋਰ ਵੀ ਕਿਰਪਾ ਕਰ ਰਹੇ ਹਨ। ਤੀਸਰੇ ਅਰਥ ਵੀ ਸੁਣੋ ਜੀ। ਮਨ ਕਾ ਸੁਭਾਵ ਮਨ ਹੈ ਵਿਆਪੀ। ਹੇ ਕਬੀਰ ਜੀ, ਹੁਣ ਪ੍ਰਸ਼ਨ ਕੀਤਾ ਉਹਨੇ, ਮਨ ਦਾ ਸੁਭਾਅ ਕੀ ਚੀਜ਼ ਹੈ? ਇਹ ਦੱਸੋ ਵੀ ਕੀ ਹੈ? ਉੱਤਰ ਦੇ ਕਬੀਰ ਸਾਹਿਬ ਜੀ ਕਹਿੰਦੇ ਨੇ, ਜੋ ਮਨ ਦਾ ਸੁਭਾਅ ਤੁਸੀਂ ਪੁੱਛਿਆ, ਕਹਿੰਦੇ ਜਿਹੜਾ ਚੰਗਾ ਮੰਦਾ ਫੁਰਨਾ ਕਰਨਾ, ਸੰਕਲਪ ਵਿਕਲਪ ਕਰਨਾ, ਇਹੀ ਮਨ ਹੈ। ਵਿਦਾਂਤ ਮਤ ਵਾਲਿਆਂ ਨੇ ਕਿਹਾ ਸੰਕਲਪੋ ਵਿਕਲਪੋ ਹੀ ਮਨਾ। ਮਨ ਕੀ ਹੈ? ਸੰਕਲਪ ਵਿਕਲਪ ਰੂਪ।
ਤੇ ਫਿਰ ਪ੍ਰਸ਼ਨ ਕੀਤਾ, ਇਹ ਮਨ ਜਿਹੜਾ ਇੱਕ ਜਗ੍ਹਾ ਰਹਿਣ ਵਾਲਾ ਕਿ ਜਾਂ ਸਾਰੀ ਜਗ੍ਹਾ ਵਿਆਪਕ ਰੂਪ ਹੈ? ਉੱਤਰ ਦੇ ਵਿੱਚ ਸ੍ਰੀ ਕਬੀਰ ਸਾਹਿਬ ਜੀ ਕਹਿੰਦੇ ਨੇ, ਸਾਰੇ ਪਦਾਰਥਾਂ ਸੰਸਾਰ ਵਿੱਚ ਮਨ ਦਾ ਜਿਹੜਾ ਸਮਾਨ ਰੂਪ ਹੋ ਕਰਕੇ ਵਿਆਪੀ ਵਿਆਪਣਾ ਹੋ ਰਿਹਾ ਹੈ। ਸਾਰੇ ਖੰਡ ਬ੍ਰਹਮੰਡ ਜਿਹੜੇ ਮਨ ਦੇ ਪੈਦਾ ਕੀਤੇ ਹੋਏ ਨੇ, ਮਨ ਦੇ ਵਿੱਚ ਹੀ ਲੀਨ ਹੋ ਜਾਣੇ, ਸਾਰੇ ਇਹਦੇ ਵਿੱਚ ਹੀ ਸਮਾ ਜਾਂਦੇ ਨੇ। ਬ੍ਰਹਮ ਗਿਆਨ ਹੋਣ ਤੋਂ ਬਾਅਦ ਕੁਝ ਵੀ ਨਹੀਂ ਰਹਿੰਦਾ। ਤੋ ਇਸ ਪ੍ਰਕਾਰ ਦੱਸਿਆ ਹੈ, ਮਨਹਿ ਮਾਰ ਕਵਨ ਸਿੱਧ ਥਾਪੀ, ਜਿਨ੍ਹਾਂ ਨੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਲੈਣਾ ਕੀਤਾ ਹੈ, ਫਿਰ ਉਹਨਾਂ ਨੂੰ ਕਵਨ ਦਾ ਅਰਥ ਹੈ ਕਿਹੜੀ, ਸਿੱਧੀ ਥਾਪੀ ਸਥਾਪਨ ਕਰਨ ਵਾਲੀ ਰਹਿ ਗਈ। ਭਾਵਨ ਤਾਂ ਸਭ ਕੁਝ ਪਾ ਲਿਆ ਹੈ, ਸਿੱਧੀਆਂ ਰਿੱਧੀਆਂ ਸਮਾਨ ਰੂਪ ਕਰਕੇ ਪ੍ਰਾਪਤ ਹੋ ਗਈਆਂ। ਵਿਸ਼ੇਸ਼ ਕਰਕੇ ਕੇਵਲ ਮੋਕਸ਼ ਪ੍ਰਾਪਤ ਹੋ ਗਈ, ਉਹ ਮਨ ਨੂੰ ਸਥਾਪਨ ਕੀਤਾ ਹੈ। ਭਾਵ ਕਿ ਉਹਨਾਂ ਨੇ ਕੇਵਲ ਸਿੱਧ ਮੋਖ ਮੁਕਤੀ ਦੇ ਵਿੱਚ ਮਨ ਨੂੰ ਸਥਾਪਨ ਕਰ ਦਿੱਤਾ ਹੈ। ਕਵਨ ਸੋ ਮਨ ਜੋ ਮਨ ਮਾਰੈ, ਹੇ ਕਬੀਰ ਜੀ, ਸੋ ਸ੍ਰੇਸ਼ਟ ਮੁਨ ਮੁਨੀ ਕਵਨ ਕਿਹੜਾ ਹੁੰਦਾ ਹੈ? ਤੇ ਕਬੀਰ ਸਾਹਿਬ ਨੇ ਸੋ ਮੁਨ ਸ੍ਰੇਸ਼ਟ ਮੁਨੀ ਕਵਨ ਕਿਹੜਾ ਹੁੰਦਾ ਹੈ? ਉੱਤਰ ਦੇ ਕਹਿੰਦੇ, ਭਾਈ ਜਿਹੜਾ ਸੀਲ ਪੁਰਖ ਆਪਣੇ ਮਨ ਦੇ ਮੰਦੇ ਸੁਭਾਅ ਸੰਕਲਪਾਂ ਵਿਕਲਪਾਂ ਨੂੰ ਮਾਰ ਦੇਵੇ, ਉਹ ਕਹਿੰਦੇ ਸ੍ਰੇਸ਼ਟ ਹੈ। ਮਨ ਕੋ ਮਾਰ ਕਹੋ ਕਿਸ ਤਾਰੈ, ਪ੍ਰਸ਼ਨ ਕਬੀਰ ਸਾਹਿਬ ਨੂੰ ਕੀਤਾ, ਜਿਨ੍ਹਾਂ ਨੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਦਿੱਤਾ ਹੈ, ਫਿਰ ਕਹੋ ਜਣੀ ਦੱਸੋ ਕਿ ਉਹ ਕੀ ਕਰਦੇ ਨੇ, ਫਿਰ ਕਰਤਵ ਕੀ ਕਰਦੇ ਨੇ ਉਹ। ਕਬੀਰ ਸਾਹਿਬ ਨੇ ਉੱਤਰ ਦਿੱਤਾ, ਉਹ ਕਿਸੇ ਦੇ ਤਾਈਂ ਜਗਿਆਸੂਆਂ ਦੇ ਤਾਈਂ ਉਪਦੇਸ਼ ਦੇ ਕੇ ਤਾਰ ਦਿੰਦੇ ਨੇ। ਫਿਰ ਉਹ ਉਪਦੇਸ਼ ਦਿੰਦੇ ਆ, ਜਿਨ੍ਹਾਂ ਨੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਦਿੱਤਾ ਹੈ, ਫਿਰ ਦੱਸੋ ਕਿ ਉਹ ਕਿਸ ਨੂੰ ਤਾਰੇਗਾ। ਭਾਵ ਕਿਸੇ ਨੂੰ ਨਹੀਂ ਤਾਰਦਾ, ਉਹ ਤਾਂ ਬ੍ਰਹਮ ਰੂਪ ਹੀ ਹੋ ਗਿਆ। ਉਹ ਤੇ ਉਪਦੇਸ਼ ਤਾਂ ਦੇਊਗਾ ਜੇ ਅਗਿਆਨ ਹੋਊਗਾ ਵੀ ਮੈਂ ਵੱਖਰਾ ਇਹ ਵੱਖਰਾ ਹੈ। ਇਸ ਪ੍ਰਕਾਰ ਉਹਦੀ ਬ੍ਰਹਮ ਰੂਪਤਾ ਜਣਾਈ ਹੈ ਕਬੀਰ ਸਾਹਿਬ ਨੇ ਇੱਥੇ। ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਨੇ। ਕਹਿੰਦੇ ਕਬੀਰ ਜੀ, ਫਿਰ ਮਨ ਸਮਾਨ ਰੂਪ ਕਰਕੇ ਤੇ ਵਿਸ਼ੇਸ਼ ਰੂਪ ਕਰਕੇ ਕੀ ਹੈ? ਇਹਦੇ ਉੱਤਰ ਵਿੱਚ ਕਹਿੰਦੇ ਹਨ, ਮਨ ਅੰਤਰ ਬੋਲੇ ਸਭ ਕੋਈ। ਇਹ ਭਾਈ ਮਨ ਸਮਾਨ ਰੂਪ ਕਰਕੇ ਸਾਰਿਆਂ 'ਚ ਵਿਆਪਕ ਹੈ। ਚੇਤਨ ਦੀ ਅੰਸ਼ ਸੁਣ ਕੇ ਚੇਤਨ ਸਾਰਿਆਂ 'ਚ ਵਿਆਪਕ ਹੈ। ਵਿਸ਼ੇਸ਼ ਰੂਪ ਕਰਕੇ ਮਨ ਸਾਰਿਆਂ ਦੇ ਅੰਦਰ ਸੰਕਲਪ ਵਿਕਲਪ ਰੂਪ ਹੋ ਕਰਕੇ ਇਹ ਵਿਸ਼ੇਸ਼ ਰੂਪ ਹੈ ਇਸ ਦਾ। ਮਨ ਮਾਰੇ ਬਿਨ ਭਗਤ ਨਾ ਹੋਈ, ਜਾਂ ਫਿਰ ਮਨ ਅੰਤਰ ਬੋਲੇ ਸਭ ਕੋਈ। ਇਸ ਗੱਲ ਨੂੰ ਪ੍ਰਸ਼ਨ ਕੀਤਾ ਹੈ, ਇਸ ਗੱਲ ਨੂੰ ਤੁਸੀਂ ਜਾਣਦੇ ਹੋ ਜਾਂ ਹੋਰ ਵੀ ਕੋਈ ਜਾਣਦਾ ਹੈ? ਉੱਤਰ ਵਿੱਚ ਬੋਲੇ, ਕਹਿੰਦੇ ਬੋਲੇ ਸਭ ਕੋਈ, ਸਭ ਸਾਰੇ ਵੇਦ ਸ਼ਾਸਤਰ ਵੀ ਬੋਲ ਕੇ ਕਹਿ ਰਹੇ ਨੇ। ਜੋ ਸਭ ਕਿਸੇ ਦੇ ਅੰਦਰ ਬੋਲ ਚਾਲ ਹੋ ਰਹੀ ਹੈ, ਇਹ ਮਨ ਦੇ ਅੰਦਰ ਹੀ ਹੋ ਰਹੀ ਹੈ ਨਾ। ਸੋ ਅੱਗੇ ਦੱਸ ਦਿਨ, ਮਨ ਮਾਰੇ ਬਿਨ ਭਗਤ ਨਾ ਹੋਈ। ਮਨ ਦੇ ਸੰਕਲਪ ਵਿਕਲਪ ਵਿਕਾਰ ਹੰਕਾਰ ਇਤਿਆਦਿਕ ਇਹ ਮਾਰੇ ਤੋਂ ਬਿਨ ਬਗੈਰ ਪਰਮੇਸ਼ਰ ਦੀ ਭਗਤੀ ਨਾ ਹੋਈ, ਨਹੀਂ ਹੋ ਸਕਦੀ। ਤੇ ਅਥਵਾ ਕਬੀਰ ਸਾਹਿਬ ਜੀ, ਮਨ ਕਿਵੇਂ ਮਰਦਾ ਹੈ? ਉੱਤਰ ਕਹਿੰਦੇ ਕਬੀਰ ਜੀ ਕਹਿੰਦੇ ਨੇ ਭਗਤੀ ਕਰਕੇ। ਇਹ ਪ੍ਰਸ਼ਨ ਕਹਿੰਦੇ ਭਗਤੀ ਕਿਹਨੂੰ ਕਹਿੰਦੇ ਨੇ? ਕਹਿੰਦੇ ਜੋ ਬਿਨ ਬੇਨਤੀਆਂ, ਜੋ ਬੇਨਤੀਆਂ ਕੀਤੀਆਂ ਜਾਣ। ਬਿਨ ਨਾਮ ਇੱਥੇ ਬਿਨੇ ਦਾ ਬੇਨਤੀ ਦਾ, ਬੇਨਤੀਆਂ ਪਾ ਕੇ ਪਰਮੇਸ਼ਰ ਦੇ ਅੱਗੇ ਬਚਨ ਕਰਨੇ, ਇਹੀ ਭਗਤੀ ਹੈ। ਇਸ ਕਰਕੇ ਫਿਰ ਸੰਸਾਰ ਦੇ ਵਿੱਚ ਆਵਾਗਮਨ ਨਹੀਂ ਹੁੰਦਾ ਹੈ, ਭਾਵ ਮੁਕਤ ਹੋ ਜਾਂਦਾ ਹੈ, ਮੁਕਤ ਹੋ ਜਾਈਦਾ। ਕਹੋ ਕਬੀਰ ਜੋ ਜਾਣੈ ਭਿਓ। ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਹੜਾ ਕੋਈ ਇਸ ਭੇਦ ਦੇ ਤਾਈਂ ਜਾਣ ਲੈਂਦਾ ਮਨ, ਤਾਂ ਫਿਰ ਉਸ ਦਾ ਇਉਂ ਫਿਰ ਦੱਸਦੇ ਨੇ ਅੱਗੇ, ਮਨ ਮਧੂਸੂਦਨ ਤ੍ਰਿਭਵਨ ਦੇਉ। ਮਨ ਮਧੂ ਦੈਤ ਦੀ ਨਿਆਈ ਹੰਕਾਰੀ ਹੈ। ਇਸ ਨੂੰ ਗੁਰੂ ਸਾਹਿਬ ਜੀ ਦੀ ਭਗਤੀ ਰੂਪ ਕਿਰਪਾਨ ਲੈ ਕੇ ਸੂਦਨ ਕੱਟਣਾ ਕਰੇ ਗੁਰੂ ਦੀ ਕਿਰਪਾ ਦੇ ਨਾਲ। ਜਦੋਂ ਕੱਟ ਲਏਗਾ ਤਾਂ ਫਿਰ ਤ੍ਰਿਭਵਨ, ਤਿੰਨਾਂ ਭਵਨਾਂ ਵਿੱਚ ਦਿਓ ਪ੍ਰਕਾਸ਼ ਰੂਪ ਜੋ ਚੇਤਨ ਹੈ ਉਹ ਪ੍ਰਾਪਤ ਹੋ ਜਾਏਗਾ। ਕਹਿੰਦੇ ਜੀ ਮਨ ਕਿੱਥੇ ਪੈਦਾ ਕਿਵੇਂ ਹੋਇਆ? ਇਹ ਮਨ ਕਿੱਥੋਂ ਪੈਦਾ ਹੋਇਆ? ਇਹ ਵੀ ਸਵਾਲ ਹੈ ਨਾ।
ਗੁਰਬਾਣੀ 'ਚ ਇਹਦਾ ਉੱਤਰ ਦਿੱਤਾ ਹੈ, ਇਹੋ ਮਨ ਕਰਮ, ਇਹੋ ਮਨ ਧਰਮ, ਇਹੋ ਮਨ ਪੰਜ ਤਤ ਤੇ ਜਨਮ। ਇਹਦਾ ਜਨਮ ਕਿੱਥੋਂ ਹੋਇਆ? ਪੰਜੇ ਤਤਾਂ ਦੀ ਸਤੋਮਈ ਅੰਸ ਤੋਂ ਹੋਇਆ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਜ ਤਤ ਕੋ ਜੀਓ। ਪੰਜੇ ਤਤਾਂ ਦੀ ਸਤੋਮਈ ਅੰਸ, ਜਿਹੜੇ ਸੂਖਮ ਤਤ ਨੇ ਉਹਨਾਂ ਦੀ ਸਤੋਮਈ ਅੰਸ ਤੋਂ, ਸਤੋ ਅੰਸ ਭੂਤਨ ਕੀ ਜੋ ਹੈ, ਤਾਂ ਤੇ ਅੰਤ ਹੈ ਕਰਨ ਭਇਓ ਹੈ। ਰਾਗ ਦਵੈ ਸੋ ਕੋ ਕਿਸ ਤਾਤੇ, ਸੋ ਪੀਰਾਵਰੋ ਰੂਪ ਨ ਤਾਤੇ। ਵਿਦਾਂਤ ਮਤ ਵਿੱਚ ਐਸਾ ਹੈ। ਇਸ ਕਰਕੇ ਕਹਿੰਦੇ ਮਨ ਕਿੱਥੋਂ ਪੈਦਾ ਹੋਇਆ? ਕਹਿੰਦੇ ਉਹਦਾ ਉੱਤਰ ਇਹਦੇ ਵਿੱਚ ਹੀ ਦੇ ਦਿੱਤਾ। ਜੋ ਮਧੂ ਕੈਟਵ ਆਦਿ ਦੈਤਾਂ ਨੂੰ ਕੱਟਣ ਵਾਲਾ, ਇਹਨਾਂ ਦੈਤਾਂ ਨੂੰ ਮਾਰਨ ਵਾਲਾ ਕੌਣ ਹੈ? ਪਰਮੇਸ਼ਰ। ਉਸ ਤੋਂ ਮਨ ਦੀ ਉਤਪਤੀ ਹੋਈ ਹੈ। ਜੇ ਕੋਈ ਵੀ ਅੱਗ ਦਾ ਕਿਣਕਾ ਕਿੱਥੋਂ ਪੈਦਾ ਹੋਇਆ? ਅੱਗ ਤੋਂ। ਪਾਣੀ ਦੀ ਬੂੰਦ ਕਿੱਥੋਂ ਪੈਦਾ ਹੋਈ ਹੈ? ਪਾਣੀ ਤੋਂ। ਇਸੇ ਤਰ੍ਹਾਂ ਉਹ ਜਿਹੜਾ ਪਰਮੇਸ਼ਰ ਹੈ, ਸਾਡਾ ਮਨ ਉਹਦੇ ਵਿੱਚੋਂ ਹੀ ਪੈਦਾ ਹੋਇਆ। ਤਿੰਨਾਂ ਭਵਨਾਂ ਦੀ ਨਿਆਈ, ਮਾਨ, ਪ੍ਰਾਣ, ਇੰਦਰੇ ਇਤਿਆਦਿਕ, ਇਹ ਵੀ ਉਸੇ ਪ੍ਰਕਾਸ਼ ਰੂਪ ਤੋਂ ਹੋਏ ਹਨ। ਮਨ ਮਦ ਸੂਦਨ ਤ੍ਰਿਭਵਨ ਦਿਓ। ਜੋ ਭਗਤ ਜਨਾਂ ਦਾ ਮਨ ਜਾਗਰਤ, ਸੁਪਨ, ਸੁਖੋਪਤੀ ਅਵਸਥਾ ਰੂਪ ਤਿੰਨਾਂ ਭਵਨਾਂ ਵਿੱਚ ਭਰਮਣ ਕਰਦਾ ਸੀ, ਕਹਿੰਦੇ ਇਸ ਨੂੰ ਮਧੂ ਦੈਤ ਦਾ ਵੱਧ ਕਰਨ ਵਾਲੇ ਪਰਮੇਸ਼ਰ ਨੇ ਸੂਦਨ ਕੱਟ ਦਿੱਤਾ ਹੈ। ਇਸ ਕਰਕੇ ਹੁਣ ਭਗਤਾਂ ਨੂੰ ਬ੍ਰਹਮ ਦਾ ਦਿਓ ਪ੍ਰਕਾਸ਼ ਹੋ ਗਿਆ ਹੈ, ਬ੍ਰਹਮ ਚ ਲੀਨ ਹੋ ਗਏ ਹਨ। ਇਹ ਗੂੜ ਗਿਆਨ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨ ਕੋਈ ਸੌਖੀ ਜੀ ਬਾਤ ਨਹੀਂ। ਇਹਨੂੰ ਕਿਹਾ ਗਿਆਨ ਨਾ ਗੱਲੀ ਢੂੰਢੀ ਹੈ, ਕਥਨਾ ਕਰੜਾ ਸਾਰ। ਇਸ ਪ੍ਰਕਾਰ ਇਹ ਬ੍ਰਹਮ ਗਿਆਨ ਦੀ ਬਾਤ ਕਬੀਰ ਸਾਹਿਬ ਨੇ ਕਹੀ। ਹੁਣ ਅੱਗੇ ਦੱਸਦੇ ਹਾਂ ਜੀ। ਗੋੜੀ ਕਬੀਰ ਜੀ। ਭਗਤ ਕਬੀਰ ਸਾਹਿਬ ਦੇ ਪਾਸ ਸੰਧਿਆ ਸਮੇਂ ਇੱਕ ਅਨੀਸ਼ਰਵਾਦੀ ਆ ਗਿਆ। ਅਨੀਸ਼ਰਵਾਦੀ ਉਹਨੂੰ ਕਹਿੰਦੇ ਜੀ ਨਾ ਈਸ਼ਵਰ ਨੂੰ ਮੰਨੇ ਨਾ, ਰੱਬ ਨੂੰ ਮੰਨਦਾ ਨਹੀਂ। ਇਹ ਤੁਸੀਂ ਜਦੋਂ ਕੰਨਾਂ ਨਾਲ ਸੁਣਦੇ ਆ ਜੀ ਫਲਾਨਾ ਨਾਸਤਕ ਬਣੇ ਦਾ ਪ੍ਰਚਾਰ ਕਰਨ ਲੱਗ ਗਿਆ, ਉਹ ਇਉਂ ਕਹਿੰਦਾ ਰੱਬ ਨਹੀਂ ਹੁੰਦਾ, ਉਹ ਇਉਂ ਕਹਿੰਦਾ ਕੁਦਰਤ ਹੀ ਹੁੰਦੀ ਹੈ, ਰੱਬ ਤਾਂ ਕੋਈ ਹੈ ਹੀ ਨਹੀਂ। ਇਹ ਹੁਣ ਦੇ ਥੋੜੀ ਜੰਮੇ ਹੋਏ ਨੇ, ਇਹ ਤਾਂ ਰੱਬ ਦੀ ਖੇਡ ਹੈ। ਨਾਸਤਕ ਮਤ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ। ਅਨੀਸ਼ਰਵਾਦੀ ਸ਼ਾਸਤਰ ਹੈ, ਅਨੀਸ਼ਰਵਾਦੀ ਹੈ ਇੱਕ ਵਿਸ਼ਿਆਂ ਸ਼ਾਸਤਰਾਂ 'ਚ। ਤੋ ਇਸ ਕਰਕੇ ਉਹ ਨਾਸਤਕ ਪੰਡਤ ਸੀ, ਆ ਕੇ ਕਹਿਣ ਲੱਗਾ ਜੀ ਐਵੇਂ ਤੁਸੀਂ ਵਿਅਰਥੇ ਰੱਬ ਦੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਹੋ। ਐਡਾ ਐਡਾ ਇਕੱਠ ਕਰ ਲਿਆ ਤੁਸੀਂ, ਐਵੇਂ ਪਖੰਡ ਕਰਦੇ ਹੋ, ਕੋਈ ਰੱਬ ਨਹੀਂ ਹੁੰਦਾ, ਤੇ ਜੋ ਕੁਝ ਹੋਇਆ ਕੁਦਰਤੀ ਤੌਰ ਤੇ ਹੋਇਆ, ਸਾਰਾ ਕੁਝ ਰੱਬ ਨਹੀਂ ਹੈ। ਜੇ ਹੈ ਤਾਂ ਮੈਨੂੰ ਦਿਖਾਓ ਕਿੱਥੇ ਹੈ। ਉਹ ਇਉਂ ਕਹਿਣ ਲੱਗ ਗਿਆ। ਕਬੀਰ ਸਾਹਿਬ ਜੀ ਨੇ ਦੇਖ ਲਿਆ ਵੀ ਅੱਜ ਨਾਸਤਕ ਨਾਲ ਵਾਹ ਪੈ ਗਿਆ, ਜਿੱਥੇ ਪੰਡਤਾਂ ਵਿਦਵਾਨਾਂ ਨਾਲ ਪੈਂਦਾ ਹੈ। ਕੋਈ ਨਹੀਂ, ਕਹਿੰਦੇ ਨਿਬੜਦਿਆਂ ਤੇਰੇ ਨਾਲ, ਜਿੱਥੇ ਸ਼ਰਾਬੀਆਂ ਨਾਲ ਨਿਬੜਿਆ ਤੇਰੇ ਨਾਲ ਵੀ ਨਿਬੜਾਂਗੇ। ਉਹ ਜੋਗੀ ਨੂੰ ਅਹਿਸਾਸ ਨਹੀਂ, ਸ਼ਰਾਬ ਛੜਾ ਦਿੱਤੀ ਸੀ, ਬ੍ਰਹਮਾਨੰਦ ਦੀ ਸ਼ਰਾਬ ਪਿਆ ਦਿੱਤੀ ਸੀ ਜਿਵੇਂ। ਇੱਥੇ ਹੁਣ ਇਹ ਨਾਸਤਕ ਨੂੰ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਫਿਰ ਮੈਂ ਤੈਨੂੰ ਪੁੱਛਦਾ, ਜੇ ਰੱਬ ਹੈ ਹੀ ਨਹੀਂ ਤੇ ਤੂੰ ਕਹਿੰਦਾ ਜੇ ਹੈ ਤਾਂ ਦਿਖਾਓ। ਪਹਿਲੀ ਤਾਂ ਗੱਲ ਹੈ ਵੀ ਤੂੰ ਹਵਾ ਦਿਖਾ ਸਕਦਾ? ਕਹਿੰਦੇ ਜੀ ਇਹ ਤਾਂ ਦਿਖਦੀ ਨਹੀਂ। ਕਹਿੰਦੇ ਫਿਰ ਜੇ ਮੈਂ ਕਹਾਂ ਵੀ ਹਵਾ ਨਹੀਂ ਹੁੰਦੀ ਤੂੰ ਕੀ ਕਹੇਗਾ? ਕਹਿੰਦਾ ਜੀ ਫਿਰ ਮੈਂ ਕਹੂੰਗਾ ਵੀ ਹੁੰਦੀ ਤਾਂ ਹੈ ਪਰ ਦਿਸਦੀ ਨਹੀਂ। ਕਹਿੰਦੇ ਇਸੇ ਤਰ੍ਹਾਂ ਰੱਬ ਹੈ ਤਾਂ ਸੀ, ਪਰ ਉਹ ਦੇਖਣ ਦਿਖਾਉਣ ਦਾ ਵਿਸ਼ਾ ਨਹੀਂ ਹੈ। ਚਲੋ ਹੋਰ ਦੇਖੋ, ਤੇ ਤੇਰੇ ਕਦੇ ਸਰੀਰ ਦੇ ਵਿੱਚ ਪੀੜਾਂ ਹੋਈਆਂ ਨਾ? ਕਹਿੰਦੇ ਜੀ ਕਈ ਵਾਰ ਹੋਈਆਂ ਨਾ। ਕਹਿੰਦੇ ਕਿਸੇ ਵੈਦ ਨੂੰ ਪੀੜਾਂ ਕੱਢ ਕੇ ਦਿਖਾਈਆਂ ਨੇ ਵੀ ਇਹ ਪਈਆਂ ਨੇ? ਕਹਿੰਦੇ ਨਹੀਂ। ਕੀ ਹੁੰਦੀ ਹੈ? ਕਹਿੰਦੇ ਮਹਿਸੂਸ ਹੁੰਦੀ ਹੈ। ਕਹਿੰਦੇ ਰੱਬ ਵੀ ਇਸੇ ਤਰ੍ਹਾਂ ਮਹਿਸੂਸ ਹੀ ਹੁੰਦਾ। ਫਿਰ ਸੇ ਅਖੜੀਆਂ ਬਿਆਨ ਉਹ ਦਿਸਦਾ ਨਹੀਂ ਏਕਣ। ਹਾਂ, ਕੁਦਰਤ ਕਰਕੇ ਜਾਣਿਆ ਜਾਂਦਾ ਹੈ। ਮੈਂ ਤੈਨੂੰ ਦੀ ਕੁਦਰਤ ਦਾ ਜਲਵਾ ਦਿਖਾਉਣਾ ਥੋੜਾ ਜਿਹਾ, ਜਿਹੜੇ ਕਰਕੇ ਕਰਤੇ ਦਾ ਪਤਾ ਚੱਲੇਗਾ। ਕਿਰਤ ਦਿਖਾਉਣਾ ਮੈਂ ਤੈਨੂੰ, ਕਿਰਤ ਤੋਂ ਕਰਤੇ ਦਾ ਪਤਾ ਚੱਲਦਾ ਹੈ। ਮਕਾਨ ਬਣਾਇਆ ਤਾਂ ਫਿਰ ਕਰਤਾ ਹੋਊਗਾ ਨਾ ਕੋਈ ਮਿਸਤਰੀ, ਜਿਹਨੇ ਇੱਟਾਂ ਚਿਣੀਆਂ, ਜਿਹਨੇ ਖਿੜਕੀਆਂ ਦਰਵਾਜ਼ੇ ਲਾਏ, ਕੋਈ ਤਾਂ ਹੈਗਾ ਹੀ ਕਾਰੀਗਰ। ਇਸ ਕਰਕੇ ਪ੍ਰਮਾਤਮਾ ਨੇ ਇਹ ਜੋ ਸੰਸਾਰ ਦਿਸ ਰਿਹਾ ਹੈ ਇਹ ਉਸ ਕਰਤੇ ਨੂੰ ਜਣਾ ਰਹੀ ਹੈ, ਉਹਦੀ ਕਿਰਤ ਵੀ ਹਾਂ ਸਾਨੂੰ ਕਰਨ ਵਾਲਾ ਕੋਈ ਹੈ। ਅੱਗੇ ਫਿਰ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਸੁਣੋ ਜੀ। ਓਏ ਜੋ ਦਿਸਹਿ ਅੰਬਰ ਤਾਰੇ। ਕਬੀਰ ਸਾਹਿਬ ਕਹਿੰਦੇ ਵੀ ਮੈਂ ਤੈਨੂੰ ਪੁੱਛਦਾ ਹਾਂ ਵੀ ਆਹ ਜਿਹੜਾ ਅੰਬਰ ਆਕਾਸ਼ ਹੈ ਇਹਦੇ ਵਿੱਚ ਤਾਰੇ, ਔਰ ਰਾਤ ਦਾ ਟਾਈਮ ਹੋਇਆ ਵਾ ਸੀ ਉਸ ਵੇਲੇ, ਕੁਦਰਤੀ ਤਾਰੇ ਨਿਕਲਿਆ, ਇਹ ਸ਼ਾਮ ਦਾ ਟਾਈਮ ਹੋਇਆ, ਸੂਰਜ ਛਿਪ ਚੁੱਕਾ ਸੀ।
ਕਹਿੰਦੇ ਉਹ ਦੇਖ, ਕਹਿੰਦੇ ਅੰਬਰ ਆਕਾਸ਼ ਦੇ ਵੀ ਤਾਰੇ ਦੀਂਦੇ ਆ। ਆਖੇ ਜੀ ਇਹ ਤਾਂ ਸਾਰਿਆਂ ਨੂੰ ਦਿਸਦੇ ਆ। ਕਹਿੰਦੇ ਨਹੀਂ, ਅੰਨਿਆਂ ਨੂੰ ਨਹੀਂ ਦਿਸਦੇ ਹੁੰਦੇ, ਸਾਰਿਆਂ ਨੂੰ ਥੋੜੀ। ਕਿਵੇਂ ਕਹਿੰਦਾ ਸਾਰਿਆਂ ਨੂੰ ਦਿਸਦੇ? ਇਸੇ ਤਰ੍ਹਾਂ ਰੱਬ ਵੀ ਸਾਰਿਆਂ ਨੂੰ ਨਹੀਂ ਦਿਸਦਾ ਹੈ। ਰੱਬ ਦਿਸਦਾ ਹੈ ਜਿਨ੍ਹਾਂ ਦੇ ਕੋਲ ਵਿਰਾਗ ਵਿਵੇਕ ਦੇ ਨੇਤਰ, ਅੰਨਿਆਂ ਨੂੰ ਥੋੜੀ ਦਿਸਦਾ ਹੈ। ਅੰਧੇ ਇਹ ਨਾ ਆਖਣ ਜਿਨ ਮੁਖ ਲੋਏ ਨਾਹੇ, ਅੰਧੇ ਸਈ ਨਾਨਕਾ ਖਸਮੋ ਕੁੱਥੇ ਜਾਏ, ਉਹ ਹੈ ਨਾ। ਇਸ ਕਰਕੇ ਜੋ ਤੈਨੂੰ ਤਾਰੇ ਦਿਸ ਰਹੇ ਹਨ, ਕਿਨ ਓਏ ਚੀਤੇ ਚੀਤਨ ਹਾਰੇ। ਕਹਿੰਦੇ ਦੇਖ ਓਏ ਪੰਡਤਾ, ਕਹਿੰਦੇ ਕਿਵੇਂ ਝਮੱਕੇ ਮਾਰ ਰਹੇ ਨੇ, ਕਿਵੇਂ ਚਿੱਤਰਕਾਰੀ ਕੀਤੀ ਹੋਈ ਹੈ ਰਤਨਾਂ ਦੀ ਤਰ੍ਹਾਂ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਗਗਨ ਮੈਂ ਥਾਲ ਰਬ ਚੰਦ ਦੀਪਕ ਮਨੇ ਤਾਰਕਾ ਮੰਡਲ ਜਨਕ ਮੋਤੀ। ਇਹ ਮੋਤੀਆਂ ਦੀ ਤਰ੍ਹਾਂ ਜੜੇ ਹੋਏ ਨੇ। ਇਹ ਦੇਖ ਚਿੱਤਰਕਾਰੀ ਕਿੰਨੀ ਸੋਹਣੀ ਮੋਤੀਆਂ ਦੀ ਤਰ੍ਹਾਂ ਕੀਤੀ ਹੋਈ ਹੈ। ਇਹ ਫਿਰ ਮੈਨੂੰ ਕਿਹਨੂੰ ਇਹ ਚੀਤੇ, ਇਹ ਚਿੱਤਰਕਾਰੀ ਬਣਾਈ ਕਿਹਨੇ? ਪੰਡਤਾਂ ਦੱਸੇਗਾ। ਇਹਨਾਂ ਨੂੰ ਚਿੱਤਰਕਾਰੀ ਕਰਨ ਵਾਲਾ ਕੋਈ ਤਾਂ ਹੈਗਾ ਨਾ, ਜਿਹਨੇ ਤਾਰੇ ਜੜੇ ਆਕਾਸ਼ ਵਿੱਚ। ਕਹਿੰਦਾ ਨਹੀਂ ਜੀ ਨਹੀਂ, ਇਹ ਤਾਂ ਕੁਦਰਤੀ ਆਕਾਸ਼ ਦੇ ਵਿੱਚ ਲੱਗੇ ਹੋਏ ਨਾ, ਇਹ ਬਣਾਈ ਥੋੜੀ ਆ ਕਿਸੇ ਨੇ। ਉਹ ਫੇਰ ਮੁੱਕਰ ਗਿਆ। ਕਬੀਰ ਸਾਹਿਬ ਕਹਿੰਦੇ ਚੰਗਾ ਫਿਰ ਹੁਣ ਸੁਣ ਫਿਰ। ਕਿਨ ਓਏ ਚੀਤੇ ਚੀਤਨ ਹਾਰੇ। ਉਹ ਕਿਨ ਕਿਸ ਨੇ ਚਿੱਤਰਹਾਰੇ ਨੇ, ਚਿੱਤਰਵਾਰੀ ਕਰਨ ਵਾਲੇ ਨੇ, ਚਿਤਰਨ ਕਰਨ ਵਾਲੇ ਕਿਹਨੇ ਚਿੱਤਰਕਾਰੀ ਕੀਤੀ ਬਣਾਈ ਹੈ? ਉਹਨੇ ਕਿਹਾ ਜੀ ਇਹ ਤਾਂ ਕੁਦਰਤੀ ਨਾ ਆਪਣੇ ਆਪ ਹੀ ਨਾ। ਤਾਂ ਫਿਰ ਕਬੀਰ ਸਾਹਿਬ ਜੀ ਨੇ ਅੱਗੇ ਪੰਕਤੀਆਂ ਕਹੀਆਂ, ਕਹੋ ਰੇ ਪੰਡਤ ਅੰਬਰ ਆਕਾਸ਼ਿਓ ਲਾਗਾ। ਕਹਿੰਦੇ ਆਕਾਸ਼ ਦੇ ਵਿੱਚ ਤਾਰੇ ਜੜੇ ਹੋਏ ਨੇ, ਇਹ ਤਾਂ ਮੰਨ ਲਿਆ ਤੈਂ, ਪਰ ਹੁਣ ਮੈਂ ਤੈਨੂੰ ਪੁੱਛਦਾ, ਕਹੋ ਰੇ ਪੰਡਤ, ਰੇ ਹੇ ਪੰਡਤ ਵਿਦਵਾਨ ਦੱਸ, ਕਹਿਣਾ ਕਰ ਮੈਨੂੰ, ਅੰਬਰ ਆਕਾਸ਼ ਇਹ ਕਿਹਨੂੰ ਲੱਗਿਆ ਹੋਇਆ ਹੈ? ਇਹ ਕਿਹਦੇ ਨਾਲ ਚਿੰਬੜਿਆ ਹੋਇਆ ਹੈ? ਤਾਰੇ ਤਾਂ ਆਕਾਸ਼ ਨੂੰ ਚਿੰਬੜੇ ਹੋਏ ਨੇ, ਇਹ ਕਿਹਨੂੰ ਲੱਗਿਆ ਹੋਇਆ ਹੈ? ਇਹ ਕਿਹਦੇ ਆਸਰੇ ਖੜਾ ਹੈ? ਤੇ ਨਿਆਸਰੇ ਤਾਂ ਹੋ ਨਹੀਂ ਸਕਦੀ ਕੋਈ ਚੀਜ਼, ਨਿਰਾਧਾਰ ਕੋਈ ਚੀਜ਼ ਨਹੀਂ ਹੈ, ਇਹਦਾ ਆਧਾਰ ਤਾਂ ਹੈਗਾ ਨਾ ਕੋਈ। ਇਹ ਕਿਹਦੇ ਆਸਰੇ ਖੜਾ ਹੈ? ਬੂਝਨਹਾਰ ਸੁਭਾਗਾ। ਪੰਡਤ ਨੂੰ ਕਹਿਣਾ ਪਿਆ ਵੀ ਮੈਨੂੰ ਨਹੀਂ ਪਤਾ ਇਹ ਕਿਹਦੇ ਆਸਰੇ ਖੜਾ ਹੈ। ਕਹਿੰਦੇ ਇਹ ਤਾਂ ਮੰਨਦਾ ਨੇ ਵੀ ਕਿਸੇ ਆਸਰੇ ਖੜਾ ਹੈ। ਕਹਿੰਦਾ ਹਾਂ ਇਹ ਤਾਂ ਹੋ ਸਕਦੀ ਹੈ। ਫਿਰ ਵੀ ਐਂ ਕਿਹਾ ਵੀ ਹੋ ਸਕਦੀ ਹੈ, ਇਹ ਹੋ ਸਕਦੀ ਨਹੀਂ ਹੈ। ਭਗਤ ਜੀ ਕਹਿਣ ਲੱਗੇ ਫਿਰ ਬੂਝਨਹਾਰ ਸੁਭਾਗਾ। ਇਸ ਗੱਲ ਨੂੰ ਗੁਰਾਂ ਦੁਆਰਾ ਅਧਿਕਾਰੀ ਬਣ ਕੇ, ਤੇਰੇ ਵਰਗਾ ਨਾਸਤਕ ਇੱਕਣ ਨਹੀਂ ਜਾਣ ਸਕਦਾ। ਆਸਤਕ ਜਾਣੇਗਾ ਗੁਰਾਂ ਦੀ ਸੰਗਤ ਕਰਕੇ। ਉਹ ਬੂਝਨਹਾਰ ਹੋ ਕੇ ਗੁਰੂ ਦੁਆਰਾ ਕਿਵੇਂ ਬੁਝੇਗਾ? ਉਹ ਫਿਰ ਅਧਿਕਾਰੀ ਬਣ ਕੇ ਬੁਝਣ ਵਾਲਾ, ਜਿਹੜਾ ਤਵੈਂ ਪਦ ਦਾ ਲੱਖ ਅਰਥ ਰੂਪ ਅਤੇ ਤਤ ਪਦ ਦਾ ਲੱਖ ਅਰਥ ਰੂਪ, ਤੂੰ ਸਦਾ ਸਲਾਮਤ ਨਿਰੰਕਾਰ, ਇਸ ਅਰਥ ਨੂੰ ਬੁੱਝ ਲੈਂਦਾ, ਸਮਝ ਲੈਂਦਾ। ਉਹ ਕੀ ਹੈ? ਸੁਭਾਗਾ, ਸ੍ਰੇਸ਼ਟ ਭਾਗਾਂ ਵਾਲਾ ਮੈਂ ਕਹਿਣਾ ਉਹਨੂੰ। ਕਬੀਰ ਸਾਹਿਬ ਜੀ ਕਹਿੰਦੇ ਰਹਾਉ, ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ, ਸੂਰਜ ਚੰਦ ਕਰਹਿ ਉਜਿਆਰਾ। ਜਿਹੜਾ ਸੂਰਜ ਤੇ ਚੰਦ ਚੰਦਰਮਾ ਉਜਾਲਾ ਕਰ ਰਿਹਾ, ਪ੍ਰਕਾਸ਼ ਕਰ ਰਿਹਾ ਹੈ, ਸਭ ਮਹਿ ਪਸਰਿਆ ਬ੍ਰਹਮ ਪਸਾਰਾ। ਕਹਿੰਦੇ ਉਹ ਜਿਹੜਾ ਪ੍ਰਕਾਸ਼ ਰਿਹਾ ਸਭ ਸਾਰਿਆਂ ਦੇ ਵਿੱਚ, ਤੇ ਇਹਦੇ ਵਿੱਚ ਜਿਹੜਾ ਉਜਾਲਾ ਹੋ ਰਿਹਾ ਹੈ, ਇਹ ਸਭ ਬ੍ਰਹਮ ਪਰਮੇਸ਼ਰ ਦਾ ਹੀ ਪਸਾਰਿਆ ਫੈਲਾਇਆ ਹੋਇਆ ਹੈ ਨਾ। ਬ੍ਰਹਮ ਪਸਾਰਾ, ਬ੍ਰਹਮ ਦਾ ਫੈਲਾਇਆ ਹੋਇਆ। ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਖਟ ਜੋਤੀਆਂ ਚ ਉਸੇ ਦਾ ਪ੍ਰਕਾਸ਼ ਹੈ। ਪੰਡਤ ਨੇ ਕਿਹਾ ਜੀ ਮੈਨੂੰ ਸਮਝ ਨਹੀਂ ਪੈਂਦੀ। ਭਗਤ ਜੀ ਕਹਿਣ ਲੱਗੇ, ਸੂਰਜ ਦੀ ਨਿਆਈ ਤਾਂ ਹੈਗਾ ਗਿਆਨ, ਚੰਦ ਦੀ ਨਿਆਈ ਹੈਗਾ ਵਿਰਾਗ। ਇਹ ਵਿਰਾਗ ਵਿਵੇਕ ਦੇ ਸਾਧਨਾ ਸਮੇਤ ਹੋ ਕੇ ਜਿਹੜਾ ਅਪਰੋਖ ਗਿਆਨ, ਉਹਦਾ ਉਜਾਲਾ ਤੈਨੂੰ ਦਰਸ਼ਨ ਹੋ ਜਾਣਗੇ, ਪਰ ਤੂੰ ਇਹ ਸਾਧਨਾ ਦੇ ਨਾਲ ਕਰ ਸਕਦਾ ਹੈ। ਉਹ ਬ੍ਰਹਮ ਜਿਹੜਾ ਸਾਰਿਆਂ 'ਚ ਪਸਰਿਆ ਹੋਇਆ, ਅਪਰੋਕਸ਼ ਬ੍ਰਹਮ ਗਿਆਨ ਦੁਆਰਾ ਦੇਖ ਹੋਊਗਾ। ਪ੍ਰੋਖ ਬ੍ਰਹਮ ਗਿਆਨ ਦੁਆਰਾ ਵੀ ਉਹਲਾ ਰਹਿੰਦਾ ਹੈ ਜੇ। ਅਪਰੋਕਸ਼ ਬ੍ਰਹਮ ਗਿਆਨ ਜਿਹੜਾ ਸਾਖਿਆਤਾਰ ਜਿਹੜਾ ਹੈ, ਸਾਖਸ਼ਾਤ ਜਿਹੜਾ ਬ੍ਰਹਮ ਦਾ ਦੇਖਣਾ ਹੈ, ਉਹਦੇ ਦੁਆਰਾ ਦੇਖ ਹੋਏਗਾ। ਇਸ ਨੂੰ ਦੂਸਰੇ ਅਰਥ ਵਿੱਚ ਦੱਸਦੇ ਹਨ ਜੀ, ਓਏ ਜੋ ਦਿਸੈ ਹੈ ਅੰਬਰ ਤਾਰੇ। ਉਹ ਜੋ ਜਿਹੜੇ ਹਿਰਦੇ ਰੂਪੀ, ਇਹ ਹੁਣ ਅੰਤਰੀ ਭਾਵ 'ਚ ਹੈ, ਅੰਬਰ ਆਕਾਸ਼, ਹਿਰਦਾ ਰੂਪੀ ਆਕਾਸ਼, ਉਹਦੇ 'ਚ ਸ਼ੁਭ ਗੁਣ ਰੂਪੀ ਤਾਰੇ ਦਿਸ ਰਹੇ ਨੇ। ਜਿਹੜੇ ਸਤਪੁਰਸ਼ਾਂ ਦੇ ਹਿਰਦੇ ਦੇ ਵਿੱਚ ਸ਼ੁਭ ਗੁਣ, ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਜਿਹੜੇ ਹਨ। ਕਿਨ ਓਏ ਚੀਤੇ ਚੀਤਨ ਹਾਰੇ। ਤੇ ਉਹ ਜਿਹੜੇ ਸ਼ੁਭ ਗੁਣਾਂ ਦੀ
ਚੀਤੇ ਚਿੱਤਰਕਾਰੀ ਕਿਸ ਨੇ ਕੀਤੀ ਹੈ? ਚੀਤਨਹਾਰੇ ਚਿੱਤਰਕਾਰੀ ਕਰਨ ਵਾਲੇ ਪਰਮੇਸ਼ਰ ਨੇ ਹੀ ਚਿੱਤਰਕਾਰੀ ਕੀਤੀ ਹੈ। ਸ਼ੁਭ ਗੁਣ ਪਰਮਾਤਮਾ ਨੇ ਦਿੱਤੇ ਨੇ, ਉਹਦੀ ਦਾਤ ਹੈ। ਕੋਹਰੇ ਪੰਡਤ ਅੰਬਰ ਕਾਸਿਓ ਲਾਗਾ। ਰੇਹੇ ਪੰਡਤ ਵਿਦਵਾਨ ਕਹੋ ਕਹਿਣਾ ਕਰ, ਦੱਸਣਾ ਕਰ। ਹਿਰਦਾ ਰੂਪੀ ਅੰਬਰ ਆਕਾਸ਼ ਹੈ ਜਿਹੜਾ, ਕਾ ਕਿਸ ਚੀਜ਼ ਦੇ ਆਸਰੇ ਲੱਗਾ ਹੋਇਆ ਹੈ? ਇਹ ਹਿਰਦਾ ਕਿਹਦੇ ਆਸਰੇ ਖੜਾ ਹੈ? ਬੂਝੈ ਬੂਝਨਹਾਰ ਸੁਭਾਗਾ। ਪੰਡਤ ਨੇ ਕਿਹਾ ਕਬੀਰ ਜੀ ਮੈਨੂੰ ਨਹੀਂ ਇਸ ਗੱਲ ਦਾ ਪਤਾ। ਤਾਂ ਕਬੀਰ ਜੀ ਕਹਿਣ ਲੱਗੇ ਜਿਹੜੇ ਗੁਰਮੁਖ ਜਨ ਪਰਮੇਸ਼ਰ ਨੂੰ ਬੁਝਾਉਣ ਵਾਲੇ, ਤੇ ਦੁਬਾਰੇ ਬੋਲ ਦਿਓ ਜੀ। ਬੂਝੈ ਬੂਝਨਹਾਰ ਸੁਭਾਗਾ। ਤੇ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਜਨ ਪਰਮੇਸ਼ਰ ਨੂੰ ਬੁਝਾਉਣ ਵਾਲੇ ਨੇ, ਗੁਰੂ ਸਾਹਿਬ, ਮੁਖੀ ਗੁਰੂ ਸਾਹਿਬ ਜਾਂ ਗੁਰਮੁਖ ਸਤਪੁਰਸ਼, ਉਹਨਾਂ ਤੋਂ ਬੂਝਣਾ ਕਰੇ, ਪੁੱਛਣਾ ਕਰੇ ਉਹਨਾਂ ਨੂੰ। ਉਹ ਫਿਰ ਤਤ ਅਤੇ ਤੂੰ ਪਦ ਦੇ ਲੱਖ ਅਰਥ ਨੂੰ ਸਮਝਾ ਦੇਣ ਵਾਲੇ। ਜਦੋਂ ਕੋਈ ਇਹ ਸਮਝ ਲੈਂਦਾ ਸੁਭਾਗਾ ਸ੍ਰੇਸ਼ਟ ਭਾਗਾਂ ਵਾਲਾ ਹੋ ਜਾਂਦਾ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਐ ਸੂਰਜ ਚੰਦ ਕਰਹਿ ਉਜਿਆਰਾ। ਸੂਰਜ ਕੀ ਹੈ? ਅਪਰੋਕਸ਼ ਗਿਆਨ। ਚੰਦ ਕੀ ਹੈ? ਪ੍ਰੋਖ ਗਿਆਨ। ਇਹਨਾਂ ਦੋਨਾਂ ਤੋਂ ਜੋ ਉਜਿਆਰਾ ਪ੍ਰਕਾਸ਼ ਕਰਹਿ ਕਰਨ ਵਾਲਾ ਪਰਮੇਸ਼ਰ ਹੈ, ਇਹਨਾਂ ਵਿੱਚ ਸਭ ਮਹਿ ਪਸਰਿਆ ਬ੍ਰਹਮ ਪਸਾਰਾ। ਉਹ ਬ੍ਰਹਮ ਦਾ ਸਭ ਸਾਰਿਆਂ ਦੇ ਮਹਿ ਵਿੱਚ ਪਸਾਰਾ ਹੋ ਕਰਕੇ ਉਹ ਬ੍ਰਹਮ ਆਪ ਹੀ ਸਾਰਿਆਂ ਵਿੱਚ ਪਸਰਿਆ ਹੋਇਆ ਹੈ, ਵਿਆਪਕ ਰੂਪ ਹੋਣ ਕਰਕੇ। ਕਹੋ ਕਬੀਰ ਜਾਣੇਗਾ ਸੋਏ। ਕਬੀਰ ਸਾਹਿਬ ਜੀ ਕਹਿੰਦੇ ਇਸ ਭੇਦ ਨੂੰ ਸੋਏ ਉਹੀ ਜਾਣੇਗਾ, ਜਾਣਨਾ ਕਰੇਗਾ। ਹਿਰਦੈ ਰਾਮ ਮੁਖ ਰਾਮੈ ਹੋਏ। ਜਿਨ੍ਹਾਂ ਦੇ ਹਿਰਦੇ ਵਿੱਚ ਅੰਤਸ਼ਕਰਨ ਵਿੱਚ, ਹਿਰਦੇ ਦਾ ਮਤਲਬ ਹੈ ਅੰਤਸ਼ਕਰਨ, ਜਿਨ੍ਹਾਂ ਦੇ ਕਹਿੰਦੇ ਹਿਰਦੈ ਅੰਤਸ਼ਕਰਨ ਵਿੱਚ ਰਾਮ ਪਰਮੇਸ਼ਰ ਦਾ ਨਾਮ ਵਸਿਆ ਹੋਇਆ, ਤੇ ਮੁਖ ਦੇ ਵਿੱਚ ਵੀ, ਰਸਨਾ ਦੇ ਵਿੱਚ ਵੀ ਰਾਮੇ ਰਾਮ ਦਾ ਨਾਮ ਉਚਾਰਨ, ਤੇ ਉਹਨਾਂ ਦਾ ਉਚਾਰਨ ਹੋਏ ਹੋ ਰਿਹਾ ਹੈ। ਜੈਸਾ ਕਿ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਇਹ ਅਵਸਥਾ ਹੈ ਉਹਨਾਂ ਦੀ। ਇਉਂ ਫਿਰ ਉਹਦੀ ਤਸੱਲੀ ਕੀਤੀ ਵੀ ਉਹ ਨਾਸਤਕ ਤੋਂ ਆਸਤਕ ਬਣ ਗਿਆ, ਕਬੀਰ ਸਾਹਿਬ ਦੇ ਚਰਨੀ ਪੈ ਗਿਆ। ਗੌੜੀ ਕਬੀਰ ਜੀ। ਤੇ ਹੁਣ ਪੰਡਤ ਇੱਕ ਕਬੀਰ ਸਾਹਿਬ ਦੇ ਕੋਲ ਵੇਦਾਂ ਸਿਮਰਤੀਆਂ ਦੀ ਉਸਤਤੀ ਕਰਨ ਲੱਗਾ। ਸੁਣ ਕੇ ਕਬੀਰ ਸਾਹਿਬ ਜੀ ਗੌੜੀ ਰਾਗ ਦੇ ਅੰਦਰ ਫਰਮਾਨ ਕੀਤਾ ਹੈ, ਵੇਦ ਕੀ ਪੁੱਤਰੀ ਸਿਮਰਤ ਭਾਈ। ਹੇ ਭਰਾਵਾ ਪੰਡਤ ਜੀ, ਇਹ ਜਿਹੜੇ ਚਾਰੇ ਵੇਦ ਹੈ ਨਾ, ਇਹਨਾਂ ਵੇਦਾਂ ਕੀ ਦਾ ਅਰਥ ਹੈ? ਵੇਦਾਂ ਦੀਆਂ ਪੁੱਤਰੀਆਂ, ਇਉਂ ਕਹਿ ਲੋ। ਵੇਦ ਦੀ ਪੁੱਤਰੀ, ਵੇਦ ਚਾਰਨ, ਚਾਰਾਂ ਵੇਦਾਂ ਦੀਆਂ ਪੁੱਤਰੀਆਂ ਸਿਮਰਤੀਆਂ ਨੇ, ਚਾਰੇ ਵੇਦਾਂ ਚੋਂ ਬਣੀਆਂ ਹੋਈਆਂ। ਵੇਦਾਂ ਦੇ ਅਰਥ ਨੂੰ ਯਾਦ ਕਰਵਾ ਦੇਵੇ, ਉਹ ਵੇਦਾਂ ਦੀਆਂ ਪੁੱਤਰੀਆਂ ਹਨ। ਇਹ ਜਿਹੜੀਆਂ ਵੇਦ ਦੀਆਂ ਪੁੱਤਰੀ ਸਿਮਰਤੀ ਭਾਈ ਇਹ ਹਨ। ਸੰਕਲ ਜੇਵਰੀ ਲੈ ਆਈ। ਇਹ ਸੰਕਲ ਜੇਵਰੀ ਲੈ ਹੈ ਆਈ। ਵੇਦਾਂ ਵਿੱਚ ਜੋ ਜਗ ਆਦਿ ਕਰਮ ਕਰਨੇ ਲਿਖੇ ਹੋਏ ਹੈ ਵੀ 100 ਜਗ ਕਰੇ ਜੀ, ਉਹ ਸਵਰਗ ਦਾ ਰਾਜਾ ਇੰਦਰ ਬਣ ਜਾਂਦਾ ਹੈ। ਕਹਿੰਦੇ ਇਹ ਜਿਹੜੇ ਐਸੇ ਸਾਧਨ ਦੱਸੇ ਨੇ, ਇਹ ਤਾਂ ਸੰਗਲ ਨੇ, ਵੱਡੇ ਵੱਡੇ ਬੰਨਣ ਵਾਲੇ, ਇੱਛਾ 'ਚ ਬੰਨਿਆ ਜਾਂਦਾ। ਇਹ ਤਾਂ ਹੈ ਸੰਕਲ ਸੰਗਲ, ਉਹਨਾਂ ਦੀ ਨਿਆਈ ਹੈ। ਜਿਹੜੇ ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਨਖਿੱਧ ਆਦਿ ਕਰਮਾਂ ਦੀਆਂ ਜਿਹੜੀਆਂ ਵਿਧੀਆਂ ਲਿਖੀਆਂ ਹੋਈਆਂ, ਉਹ ਜੇਵਰੀ ਰੱਸੀ, ਜਿਵੇਂ ਰੱਸੀ ਦੇ ਨਾਲ ਬੰਨ੍ਹ ਲਈਦਾ, ਪਸ਼ੂ ਨੂੰ ਬੰਨ੍ਹ ਦੇਈਦਾ, ਉਹ ਐਂ ਲੋਕਾਂ ਦੀਆਂ ਬਿਰਤੀਆਂ ਬੰਨੀਆਂ। ਤੇ ਇਸ ਕਰਕੇ ਇਹਨਾਂ ਨੂੰ ਸਿਮਰਤੀਆਂ ਨੂੰ ਲੈ ਕੇ ਆਈਆਂ ਨੇ। ਇਹਨਾਂ ਸਿਮਰਤੀਆਂ ਨੂੰ ਲੈ ਕੇ ਆਈਆਂ, ਭਾਵ ਕਥਨ ਕਰਦੀਆਂ ਨੇ ਇਹ ਸਾਰੀਆਂ ਜਿਨ੍ਹਾਂ ਦੀ ਤੂੰ ਉਪਮਾ ਕਰ ਰਿਹਾ। ਇਹ ਤਾਂ ਬੰਨਣ ਵਾਲੀਆਂ ਨੇ, ਮੁਕਤ ਨਹੀਂ ਹੋਣ ਦਿੰਦੀਆਂ। ਆਪਨ ਨਗਰ ਆਪ ਤੇ ਬਾਧਿਆ। ਇਹ ਬਰਮਾ ਜੀ ਦਾ ਆਪਨ ਆਪਣੇ ਹੀ ਨਗਰ ਸੰਸਾਰ, ਇਹ ਬਰਮਾ ਦਾ ਨਗਰ ਹੈ, ਉਹਦਾ ਬਣਾਇਆ ਹੋਇਆ। ਤੇ ਆਪ ਤੇ ਆਪਣੇ ਆਪ ਤੋਂ ਹੀ ਇਸ ਨੇ ਕਰਮ ਕਾਂਡ ਵਿੱਚ ਸਾਰਿਆਂ ਨੂੰ ਬੰਨ੍ਹਿਆ, ਬੰਨ ਲਿਆ। ਇਹ ਬਰਮਾ ਨੇ ਇਹ ਕਰਮ ਕਾਂਡ 80,000 ਸ਼ਲੋਕ ਵੇਦ ਦਾ ਕਰਮ ਕਾਂਡ ਦਾ ਹੀ ਹੈ। ਉਹ ਕਰਮ ਕਾਂਡ 'ਚ ਫਸਾਉਂਦਾ, 16,000 ਜਿਹੜਾ ਉਹ ਉਪਾਸ਼ਨਾ 'ਚ ਫਸਾ ਦਿੰਦਾ। ਤੇ ਮੁਕਤ ਹੋਣੇ ਵੱਡਾ ਜਿਹੜਾ 96,000 ਵੇਦਾਂ ਦੇ ਅੰਦਰ ਇਹ ਫਸਾਉਣ ਵਾਲੀ ਰੱਸੇ ਤੇ ਸੰਗਲ ਹੈ ਬੜੇ ਵੱਡੇ। ਮੋਹ ਕੈ ਫਾਦ ਕਾਲ ਸਰ ਸਾਂਧਿਆ। ਜਿਹੜੇ ਸਰੀਰਾਂ ਦੇ ਮੋਹ, ਕਰਮਾਂ ਦੇ ਮੋਹ, ਸਨੇਹ ਜਿਹੜੇ ਨੇ, ਇਹਦੇ 'ਚ ਫਾਂਦ ਫਸਿਆ ਹੋਇਆ ਹੈ, ਪਰਿਵਾਰ ਦੇ ਮੋਹ 'ਚ ਫਸਿਆ ਹੋਇਆ। ਉਹ ਕਾਲ ਮੌਤ ਰੂਪੀ ਸਰ ਤੀਰ ਦਾ ਸਾਂਧਿਆ, ਸਿੰਧ ਕੇ ਮਾਰਿਆ ਜਾਂਦਾ, ਭਾਵ ਕਾਲ ਸਿੰਨ ਕੇ ਮਾਰਦਾ ਉਹਨਾਂ ਨੂੰ ਜਿਹੜਾ ਪਰਿਵਾਰ ਦੇ ਮੋਹ 'ਚ ਫਸਿਆ, ਦੇਹਾਂ ਦੇ ਮੋਹ 'ਚ ਫਸਿਆ।
ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਹੈ। ਰਹਾਉ ਹਾਂਜੀ, ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਆ, ਕੱਟੀ ਨਾ ਕੱਟੈ ਟੂਟ ਰਹਿ ਜਾਏ। ਤੇ ਇਉਂ ਜਿਹੜੀ ਕਰਮ ਕਾਂਡ ਦੀ ਫਾਹੀ ਹੈ ਬਰਮਾ ਨੇ ਪਾ ਦਿੱਤੀ ਹੈ ਨਾ, ਇਹ ਕੱਟੀ ਨਾ ਕੱਟੈ, ਇਹ ਤਲਵਾਰ ਨਾਲ ਕੱਟੀ ਵੀ ਨਹੀਂ ਜਾਂਦੀ, ਤੇ ਜਪ ਤਪ ਦੇ ਜ਼ੋਰ ਦੇ ਨਾਲ ਇਹ ਤੋੜੀ ਵੀ ਨਹੀਂ ਜਾਂਦੀ ਹੈ। ਸਾ ਸਾਪਨ ਹੋਏ ਜਗ ਕੋ ਖਾਈ। ਇਹ ਕਰਮ ਕਾਂਡ ਦੀ ਵਿਧੀ ਇਉਂ ਸਮਝ ਲਓ, ਸਾਪਨ ਸੱਪਣੀ, ਜਿਵੇਂ ਉਹਦੀ ਨਿਆਈਆਂ, ਜਿਵੇਂ ਸੱਪਣੀ ਆਪਣੇ ਪੇਟ ਤੋਂ ਜਨਮ ਦੇ ਕੇ ਉਹ ਜਿਹੜੇ ਆਂਡੇ ਤੋਂ ਕੁੰਡਲ ਮਾਰ ਕੇ ਬਹਿ ਜਾਂਦੀ ਹੈ, ਜਿਹੜਾ ਕੁੰਡਲ ਉਹਦੀ ਜਿਸਮ ਦੇ ਨਾਲ ਹਿੱਲ ਕੇ ਕਿਤੇ ਬਾਹਰ ਨਿਕਲ ਗਿਆ ਉਹੀ ਬੱਚਾ ਬਚਦਾ। ਜੇ ਕਿਤੇ ਸਾਰੀ ਸੱਪਣੀ ਦੇ ਬੱਚੇ ਜਿਉਂਦੇ ਰਹਿ ਜਾਣ, ਇੱਥੇ ਫਿਰਨ ਨੂੰ ਥਾਂ ਨਾ ਰਹੇ। ਇਹ ਕੁਦਰਤ ਨੇ ਐਸੀ ਖੇਡ ਬਣਾਈ ਹੈ, ਉਹ ਚੱਟ ਚੱਟ ਕੇ ਖਾ ਜਾਂਦੀ ਹੈ। ਸੰਸਾਰ ਦੀ ਇੱਕੋ ਹੀ ਮਾਂ ਐਸੀ ਜਿਹੜੀ ਆਪਣੇ ਜਣਿਆਂ ਨੂੰ ਖਾਂਦੀ ਹੈ। ਕੋਈ ਚਿੜੀ ਜਾਨਵਰ ਕੀੜਾ ਮਕੌੜਾ ਆਪਣੇ ਜਣਿਆਂ ਨੂੰ ਨਹੀਂ ਖਾਂਦਾ, ਸੱਪਣੀ ਖਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਸਾਹ ਸਾਪਨ ਹੋਏ ਜਗ ਕੋ ਖਾਈ। ਕਹਿੰਦੇ ਸੱਪਣ ਦੀ ਵਿਧੀ ਨਾਲ ਉਹਦੀ ਨਾ ਤੇ ਇਹ ਜਗ ਸੰਸਾਰ ਦੇ ਤਾਂ ਹੀ ਖਾਈ ਜਾ ਰਹੀ ਹੈ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਧ ਸੰਜੀ ਸੁਰਤੀਆਂ ਸਿਮਰਤੀਆਂ ਦੇ ਫਸਾਉਣ ਵਾਲੀਆਂ, ਇਹ ਉਹਦੇ ਵਿੱਚ ਫਸਾ ਕੇ ਮਾਰੀ ਜਾਂਦੀਆਂ ਨੇ, ਜਿਵੇਂ ਸੱਪਣੀ ਫਸਾ ਕੇ ਮਾਰਦੀ ਹੈ। ਉਹਨਾਂ ਨੂੰ ਕੁੰਡਲ ਮਾਰ ਕੇ ਆਪਣੇ ਅਧੀਨ ਕਰਕੇ ਫਿਰ ਉਹ ਚੱਟ ਕੇ ਮਾਰ ਦਿੰਦੀ ਹੈ। ਹਮ ਦੇਖਤ ਜਿਨ ਸਭ ਜਗ ਲੂਟਿਆ। ਹਮ ਸਾਡੇ ਦੇਖਦਿਆਂ ਜਿਸ ਕਰਮ ਕਾਂਡ ਨੇ ਸਾਰਾ ਸੰਸਾਰ ਲੁੱਟ ਲਿਆ ਹੈ, ਬਰਬਾਦ ਕਰ ਦਿੱਤਾ ਹੈ। ਕਰਮ ਕਾਂਡ ਦੇ ਚ ਨਾ ਬ੍ਰਾਹਮਣਾਂ ਤੇ ਨਾਲੇ ਆਪ ਬਰਬਾਦ ਹੋਏ ਨੇ, ਸਾਰਾ ਸੰਸਾਰ ਹੀ ਲੁੱਟ ਲਿਆ ਹੈ ਕਰਮ ਕਾਂਡਾਂ ਨੇ। ਕਹੋ ਕਬੀਰ ਮੈਂ ਰਾਮ ਕਹਿ ਛੂਟਿਆ। ਉਹ ਕਹਿੰਦੇ ਫਿਰ ਸੰਸਾਰ ਦੇ ਵਿੱਚ ਤਾਂ ਤੁਸੀਂ ਵੀ ਹੋ, ਸ਼ੰਕਾਵਾਦੀ ਕਹਿੰਦਾ। ਉਹ ਕਹਿੰਦੇ ਨਹੀਂ, ਕਬੀਰ ਸਾਹਿਬ ਜੀ ਕਥਨ ਕਰਦੇ, ਹਮ ਅਸੀਂ ਜਾਂ ਮੇਰੇ ਵਰਗੇ ਹੋਰ ਜਿਹੜੇ ਨੇ ਉਹ ਰਾਮ ਪਰਮੇਸ਼ਰ ਦਾ ਨਾਮ ਕਹਿ ਕੇ ਉਹ ਛੂਟਿਆ, ਛਟਕਾਰਾ ਹੋ ਗਿਆ, ਉਹਨਾਂ ਦਾ ਮੁਕਤ ਹੋ ਗਏ। ਇਸੇ ਪ੍ਰਕਾਰ ਜੇ ਦੂਸਰਾ ਅਰਥ ਵੇਦ ਕੀ ਪੁੱਤਰੀ ਸਿਮਰਤ ਭਾਈ। ਇਹਦੀ ਜਿਹੜੀ ਸਾਸ ਜੀ ਵੇਦ ਦੀ ਪੁੱਤਰੀ ਦਾ ਇੱਥੇ ਇਹਦੇ ਤੇ ਇੱਕ ਸੰਪਰਦਾ ਦੇ ਸਤਪੁਰਸ਼ ਦ੍ਰਿਸ਼ਟਾਂਤ ਦਿੰਦੇ ਹੁੰਦੇ ਆ। ਕਹਿੰਦੇ ਇੱਕ ਵਾਰੀ ਮਾਇਆ ਨੇ ਇੱਕ ਬੀਬੀ ਦਾ ਰੂਪ ਧਾਰਨ ਕਰ ਲਿਆ, ਨੌਜਵਾਨ, ਤੇ ਉਹ ਮੋਢੇ ਦੇ ਉੱਤੇ ਸੰਗਲ ਰੱਖਿਆ ਹੋਇਆ, ਇੱਕ ਮੋਢੇ ਦੇ ਉੱਤੇ ਰੱਸੇ ਰੱਖੇ ਹੋਏ ਤੇ ਲਗਾਮ ਫੜੀ ਹੋਈ ਹੈ। ਇਹੋ ਜਿਹਾ ਰੂਪ ਬਣਾ ਕੇ ਜੰਗਲ ਦੇ ਚ ਘੁੰਮਣ ਲੱਗ ਗਈ। ਇੱਕ ਬ੍ਰਗਤ ਸਾਧੂ ਮਿਲਿਆ, ਉਹ ਕਹਿੰਦਾ ਬੀਬੀ ਇਹ ਉਜਾੜ ਦੇ ਵਿੱਚ ਤੂੰ ਕੀ ਕਰਦੀ ਫਿਰਦੀ ਐ? ਇੱਥੇ ਬੀਬੀਆਂ ਦਾ ਕੰਮ ਕੀ ਉਜਾੜ ਦੇ ਵਿੱਚ? ਤੇ ਨਾਲੇ ਸਿਰ ਦੇ ਮੋਢੇ ਦੇ ਉੱਤੇ ਕੀ ਚੱਕੀ ਫਿਰਦੀ ਐ? ਉਹ ਕਹਿੰਦੀ ਬ੍ਰਗਤ ਜੀ ਤੁਸੀਂ ਦੇਖ ਕੇ ਅੱਖਾਂ ਤੁਹਾਡੇ ਦੇ ਨਾ ਸੰਗਲ ਹੈ। ਕਹਿੰਦੇ ਕਾਹਦੇ ਵਾਸਤੇ ਹੈ? ਕਹਿੰਦੇ ਹਾਂ ਇਹ ਸਵਾਲ ਤਾਂ ਤੇਰਾ ਠੀਕ ਹੈ, ਪਰ ਆ ਕੀ ਚੱਕੀ ਫਿਰਦੀਆਂ? ਸੰਗਲ ਹੈ, ਕੰਡਿਆਲ ਹੈ ਮੇਰੇ ਕੋਲ, ਲਗਾਮ ਤੇ ਬਾਕੀ ਰੱਸੇ ਨੇ। ਉਹ ਕਹਿੰਦੇ ਵੀ ਕਰਦੀ ਕੀ ਹੈ ਜੰਗਲ ਦੇ ਵਿੱਚ? ਉਹ ਕਹਿੰਦੇ ਜਿਹੜੇ ਬੜੇ ਬੜੇ ਬ੍ਰਗਤ ਕਹਾਉਂਦੇ ਨਾ, ਕਹਿੰਦੇ ਉਹਨਾਂ ਨੂੰ ਤਾਂ ਸੰਗਲਾਂ ਦੇ ਨਾਲ ਨੈੜਦੀਆਂ, ਜਿਹੜੇ ਥੋੜੇ ਮਾੜੇ ਮੋਟੇ ਜਿਹੇ ਹੁੰਦੇ ਆ ਕਹਿੰਦੇ ਉਹਨਾਂ ਨੂੰ ਰੱਸਿਆਂ ਦੇ ਨਾਲ ਹੀ ਬੰਨ੍ਹ ਲੈਂਦੀ ਆ ਮੈਂ, ਉਹਨਾਂ ਦੇ ਕੰਡਿਆਲਾ ਮੂੰਹ ਦੇ ਵਿੱਚ ਦੇ ਦਿੰਦੀ ਆ। ਉਹ ਅੱਗੋਂ ਕਹਿੰਦਾ ਜਿਹੜੇ ਮੇਰੇ ਵਰਗੇ ਨੇ, ਕਹਿੰਦੇ ਤੇਰੇ ਵਰਗਿਆਂ ਨੂੰ ਤਾਂ ਲਗਾਮ ਤੋਂ ਬਿਨਾਂ ਹੀ ਸਵਾਰੀ ਕਰ ਲੈਣੀ ਆ ਮੈਂ ਉਹਨਾਂ ਦੇ ਉੱਤੇ। ਕਹਿੰਦਾ ਹੈ ਇਹ ਕਿਸ ਤਰ੍ਹਾਂ ਦੀ ਗੱਲ ਹੈ? ਉਹ ਕਹਿੰਦਾ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਉਹ ਕਹਿਣ ਲੱਗੀ ਵੀ ਮੇਰਾ ਕਰਤੱਵ ਐਸਾ ਹੈ, ਇਸ ਕਰਕੇ ਮੈਂ ਕਰਦੀ ਹਾਂ ਇਹ ਕਹਿ ਕੇ ਮਾਇਆ ਲੋਪ ਹੋ ਗਈ। ਤੇ ਉਸ ਵੇਲੇ ਫਿਰ ਸਾਧੂ ਸੋਚਣ ਲੱਗਿਆ ਵੀ ਕਿਹਾ ਜਿਹਾ ਚਮਤਕਾਰ ਹੋਇਆ। ਉਹ ਸਾਧੂ ਦੀ ਕੁਟੀਆ ਬਣਾਈ ਹੋਈ ਸੀ। ਦੁਪਹਿਰ ਦੇ ਵੇਲੇ ਥੋੜੇ ਸਮੇਂ ਤੋਂ ਬਾਅਦ ਉਹ ਦੁਪਹਿਰ ਦੇ ਵੇਲੇ ਦੁੱਧ ਦੀ ਗੜਵੀ ਲੈ ਕੇ ਆ ਗਈ। ਉਹਨੂੰ ਨਹੀਂ ਪਤਾ ਲੱਗਿਆ ਵੀ ਉਹੀ ਆ ਇਹ ਜਿਹੜੀ ਸੰਗਲ ਨਹੀਂ ਫਿਰਦੀ ਸੀ। ਦੁੱਧ ਲੈ ਕੇ ਆਈ, ਨੌਜਵਾਨ ਮਹਾਰਾਜ ਜੀ ਤੁਹਾਡੇ ਵਾਸਤੇ ਦੁੱਧ ਲੈ ਕੇ ਆਈ ਹਾਂ। ਚਲੋ ਜੀ ਸਾਧੂ ਨੇ ਦੁੱਧ ਪੀਤਾ, ਤੁਰਦੀ ਲੱਗੀ। ਫਿਰ ਉਹ ਰੋਜ਼ ਨਗਰ ਚੋਂ, ਮੈਂ ਆਖਿਆ ਬੀਬੀ ਕਿੱਥੋਂ ਆਉਣੀ? ਕਹਿੰਦੇ ਆ ਨਗਰ ਤੋਂ ਆਉਣੀ ਆ ਨਾਲ ਦੇ। ਘਰਦਿਆਂ ਨੇ ਕਿਹਾ ਵੀ ਸਾਧੂਆਂ ਦੀ ਸੇਵਾ ਕਰਨੀ ਚਾਹੀਦੀ ਹੈ, ਇਸ ਕਰਕੇ ਮੈਂ ਸੇਵਾ ਕਰਦੀ ਹਾਂ। ਮਹੀਨਾ ਇੱਕ ਲੰਘ ਗਿਆ। ਇੱਕ ਦਿਨ ਬਰਸਾਤ ਹੋਣ ਲੱਗ ਗਈ, ਨਾਲ ਸੀ ਇੱਕ ਨਾਲਾ ਸੀ, ਉਹ ਭਰ ਕੇ ਚੱਲਣ ਲੱਗ ਗਿਆ। ਉਹ ਸਾਧੂ ਕੋਲੇ ਬੈਠੀ ਰਹੀ। ਉਹ ਸਾਧੂ ਦੇਖ ਕੇ ਕਹਿਣ ਲੱਗਿਆ ਦੇਵੀ ਤੂੰ ਘਰ ਨੂੰ ਵੀ ਚਲੀ ਜਾ, ਰਾਤ ਪੈ ਰਹੀ ਹੈ, ਤੂੰ ਇੱਥੇ ਕੀ ਕਰਦੀ ਹੈ? ਤੇਰਾ ਇੱਥੇ ਬੈਠਣਾ ਯੋਗ ਨਹੀਂ।
ਕਹਿੰਦੀ ਬ੍ਰਖਤ ਜੀ ਪਾਣੀ ਭਰਿਆ ਹੋਇਆ, ਮੈਂ ਤਾਂ ਕਦੇ ਪੈਰ ਨਹੀਂ ਪਾਇਆ ਪਾਣੀ 'ਚ। ਉਹ ਕਹਿਣ ਲੱਗੀ ਕੋਈ ਨਹੀਂ, ਪਾਣੀ ਕਿਹੜਾ ਇੱਥੇ ਕਹਾਂ ਹੜਾ ਆਇਆ, ਥੋੜਾ ਥੋੜਾ ਪਾਣੀ ਆ ਲੰਘ ਜੇ। ਕਹਿੰਦੀ ਨਾ ਜੀ ਮੈਂ ਤਾਂ ਨਹੀਂ ਜਾ ਸਕਦੀ, ਨਾਲਾ ਭਰਿਆ ਹੋਇਆ ਚੱਲਦਾ ਹੈ। ਉਹ ਕਹਿੰਦੇ ਲੱਗ ਜਾ, ਗੋਡੇ ਗੋਡੇ ਪਾਣੀ ਆ ਸਾਰੇ। ਕਹਿੰਦੀ ਨਾ ਜੀ ਮੈਂ ਤਾਂ ਪੈਰ ਵੀ ਨਹੀਂ ਪਾਉਂਦੀ ਇਹਦੇ 'ਚ। ਉਹ ਕਹਿੰਦਾ ਚਲ ਮੈਂ ਤੈਨੂੰ ਗਾਹਾਂ ਤੱਕ ਛੱਡਿਆ ਹੋਣਾ। ਕਹਿੰਦੀ ਜੀ ਠੀਕ ਹੈ ਛੱਡਿਆਓ। ਉਹ ਨਾਲੇ ਦੇ ਕਿਨਾਰੇ ਤੇ ਆ ਕੇ ਕਹਿੰਦਾ ਬੀਬੀ ਲੰਘ ਜਾ, ਮੈਂ ਦੇਖ ਲਿਆ ਪਾਣੀ ਵੜ ਕੇ ਵਿੱਚ ਥੋੜਾ ਥੋੜਾ ਹੀ ਆ। ਕਹਿੰਦੀ ਨਾ ਜੀ ਮੈਂ ਤਾਂ ਪੈਰ ਨਹੀਂ ਪਾਉਂਦੀ ਇਹਦੇ 'ਚ। ਕਹਿੰਦਾ ਚਲੋ ਕੋਈ ਗੱਲ ਨਹੀਂ ਹੈ। ਸਾਧੂ ਕਹਿੰਦਾ ਵੀ ਤੂੰ ਮੇਰੀਆਂ ਧੀਆਂ ਵਰਗੀਆਂ, ਬੱਚਿਆਂ ਨੂੰ ਘਨੇੜੇ ਚੱਕੀ ਲੈ। ਕਹਿੰਦਾ ਮੇਰੇ ਮੋਢਿਆਂ ਤੇ ਬਹਿ ਜਾ। ਉਹ ਘਨੇੜੇ ਚੱਕ ਲਈ ਉਹਨੇ। ਜਾਂ ਘਨੇੜੇ ਚੱਕੀ ਲੱਤਾਂ ਮਾਰਨ ਲੱਗ ਗਈ। ਅਧਕ 'ਚ ਗਏ ਸੀ ਅਜੇ, ਜਿਹੜਾ ਉਹ ਨਾਲਾ ਚੱਲਦਾ ਸੀ ਅਧਕ ਦੇ ਵਿੱਚ ਗਏ। ਉਹ ਲੱਤਾਂ ਮਾਰੇ। ਉਹ ਕਹਿੰਦਾ ਬੀਬੀ ਟਿਕ ਕੇ ਨਹੀਂ ਬੈਠਣਾ, ਕੀ ਕਰਦੀ ਆ? ਕਹਿੰਦੀ ਤੂੰ ਮੇਰਾ ਘੋੜਾ, ਕਹਿੰਦੀ ਤੈਨੂੰ ਬਿਨਾਂ ਲਗਾਮ ਤੇ ਕਾਬੂ ਕੀਤਾ, ਮੈਂ ਮਾਇਆ ਆ। ਉਸੇ ਮਿਲੇ ਮਾਰੀ ਭਗਾ ਕੇ। ਉੱਥੇ ਨਾ ਨਾਲਾ, ਨਾ ਬਰਸਾਤ, ਨਾ ਬੀਬੀ। ਉਹ ਕਹਿੰਦਾ ਵੀ ਓਹੋ, ਵਾਕਈ ਫਿਰ ਇਹ ਜੋ ਕਹਿੰਦੀ ਸੀ ਨਾ ਵੀ ਤੇਰੇ ਵਰਗੇ ਨੂੰ ਤਾਂ ਕੜਿਆਲੇ ਤੋਂ ਬਿਨਾਂ ਹੀ, ਸੰਗਲ ਤੋਂ ਬਿਨਾਂ ਹੀ ਬੰਨ ਲੈਂਦੀ ਆ। ਕਹਿੰਦਾ ਵੀ ਮੈਨੂੰ ਤਾਂ ਕਾਬੂ ਕਰ ਲਿਆ। ਮਾਇਆ ਐਸੀ ਮੋਹਨੀ ਪਾਈ, ਜੇਤੇ ਜੀ ਤੇਤੇ ਢਕਾਈ। ਇਸ ਕਰਕੇ ਹੁਣ ਮਾਇਆ ਦੇ ਪ੍ਰਭਾਵ ਦੀ ਗੱਲ ਦੱਸਦੇ ਹਨ। ਵੇਦ ਕੀ ਪੁੱਤਰੀ, ਵੇਦ ਕੀ ਪੁੱਤਰੀ ਸਿਮਰਤ ਭਾਈ। ਕਹਿੰਦੇ ਭਾਈ ਵਿਕਾਰਾਂ ਰੂਪੀ ਸੰਗਲ ਤੇ ਵਾਸਨਾ ਰੂਪੀ ਰਸੇ ਲੈ ਕੇ ਇਹ ਆਈ ਹੋਈ ਹੈ। ਤੇ ਇਸ ਕਰਕੇ ਇਹ ਵੇਦ ਕੀ ਪੁੱਤਰੀ ਸਿਮਰਤ ਭਾਈ, ਸਿਮਰਤੀਆਂ ਦੇ ਵਿੱਚ, ਵੇਦਾਂ ਦੇ ਵਿੱਚ, ਤੇ ਹੈ ਤਾਂ ਇਹ ਕਲਪਤ ਰੂਪ ਹੈ। ਮਾਇਆ ਐਸੀ ਕਥਨ ਕੀਤੀ ਹੋਈ ਹੈ। ਤੇ ਭਾਈ ਕਹਿੰਦੇ ਇਹ ਮਾਇਆ ਹੈ, ਤੇ ਮਾਇਆ ਦਾ ਕਥਨ ਕੀਤਾ ਹੈ ਵਾਸਨਾ ਰੂਪ ਹੋ ਕਰਕੇ। ਇਹ ਫਿਰ ਆਈ ਹੈ, ਇਹ ਸੰਕਲ ਜੇਵਰੀ ਲੈ ਹੈ ਆਈ। ਇਹ ਸੰਗਲ ਇਸ ਤਰ੍ਹਾਂ ਦੇ ਲੈ ਕੇ ਆਈ ਹੈ, ਵਾਸਨਾ ਰੂਪੀ ਸੰਗਲ ਲੈ ਕੇ ਆਈ ਹੈ। ਬੜਿਆਂ ਬੜਿਆਂ ਨੂੰ ਵਾਸਨਾ ਨਾਲ ਬੰਨ੍ਹ ਦਿੰਦੀ ਹੈ। ਵਿਕਾਰਾਂ ਰੂਪ ਜੇਵਰੀਆਂ ਨੇ ਇਹਦੇ ਕੋਲ, ਬੜੇ ਬੜੇ ਹੰਗਤਾ ਦੇ ਸੰਗਲ ਨੇ। ਤੇ ਮੂੰਹ 'ਚ ਜਿਵੇਂ ਕੰਡਿਆਲਾ ਦੇ ਦੀਦਾ ਇਹਨਾਂ ਦੇ ਘੋੜੇ ਆਦਿ ਦੇ, ਐ ਇਹ ਜ਼ਬਾਨ ਤੋਂ ਕੰਡਿਆਲੇ ਦੇ ਕੇ ਨਾਸ ਕਰ ਰਹੀ ਹੈ। ਸੰਕਲ ਜੇਵਰੀ ਲੈ ਹੈ ਆਈ। ਇਹ ਸੰਗਲ ਤੇ ਜੇਵਰੀਆਂ ਰੱਸੀਆਂ ਵਾਸਨਾ ਰੂਪ ਲੈ ਕੇ ਆਈ ਹੋਈ ਹੈ। ਆਪਨ ਨਗਰ ਆਪ ਤੇ ਬਾਧਿਆ। ਇਹ ਮਾਇਆ ਦਾ ਸੰਸਾਰ ਰੂਪੀ ਨਗਰ ਆਪਣਾ ਆਪ ਹੀ, ਇਹਨੇ ਆਪਣੇ ਆਪ ਤੋਂ ਬੰਨਿਆ ਹੋਇਆ। ਏਕਾ ਮਾਈ ਜੁਗਤ ਵੇਈ ਤਿੰਨ ਚੇਲੇ ਪ੍ਰਵਾਨ। ਇਹ ਬੰਧਿਆ ਬੰਨਣ ਕੀਤਾ ਹੈ। ਆਪ ਹੀ ਇਹ ਸੰਸਾਰ ਜੀਵਾਂ ਨੂੰ ਮੋਹ ਦੇ ਵਿੱਚ ਬੰਧਿਆ ਬੰਨਣ ਕੀਤਾ ਹੈ। ਜਿਹੜੇ ਇਸ ਦੇ ਮੋਹ ਕਹਿ ਫਾਦ ਕਾਲ ਸਰ ਸਾਂਧਿਆ। ਮੋਹ ਸਨੇਹ ਦੇ ਫਾਂਦ ਫੰਦੇ ਦੇ ਨਾਲ ਉਹਨਾਂ ਨੇ, ਕਾਲ ਨੇ ਮਿਰਤੂ ਕਰਨ ਵਾਸਤੇ ਸਰ, ਜਿਹੜਾ ਤੀਰ ਦਾ ਨਾਮ ਹੈ, ਸਰ ਤੀਰ ਨੂੰ ਸਾਂਧਿਆ, ਨਿਸ਼ਾਨਾ ਜੋੜਨਾ ਕੀਤਾ ਹੈ। ਐ ਮਾਰ ਰਿਹਾ ਕਾਲ ਰਹਾਉ। ਅਸਥਾਈ ਦੇ ਕੇ ਫਰਮਾਉਂਦੇ ਐ ਕੱਟੀ ਨਾ ਕੱਟੈ ਟੂਟ ਨਹਿ ਜਾਈ। ਇਹ ਮਾਇਆ ਦਾ ਮੋਹ ਜਿਹੜਾ ਹੈ ਅਜਿਹੀ ਫਾਸੀ ਹੈ, ਕਿਸੇ ਸ਼ਸਤਰ ਦੁਆਰਾ ਕੱਟੀ ਵੀ ਨਹੀਂ ਜਾਂਦੀ, ਅਤੇ ਨਾ ਹੀ ਇਹ ਧਾਗਿਆਂ ਦੀ ਨਾ ਹੀ ਟੁੱਟ ਜਾਂਦੀ ਹੈ। ਇਹ ਟੁੱਟ ਵੀ ਨਹੀਂ ਰਹੀ ਹੈ। ਐਸੀ ਹੈ ਇਹ ਸਾ ਸਾਪਨ ਹੋਏ ਜਗ ਕੋ ਖਾਈ। ਉਹ ਮਾਇਆ ਸਾਪਨ ਸਪਣੀ ਦੀ ਨਿਆਈ ਹੋ ਕੇ, ਜਿਵੇਂ ਸਪਣੀ ਆਪਣੇ ਜਾਇਆਂ ਨੂੰ ਖਾਂਦੀ ਹੈ, ਮਾਂ ਤਾਂ ਰੱਖਿਆ ਕਰਦੀ ਹੈ, ਪਰ ਮਾਇਆ ਅਵਿਦਿਆ ਰੂਪ ਹੋ ਕਰਕੇ ਸੰਸਾਰ ਨੂੰ ਖਾਈ ਜਾ ਰਹੀ ਹੈ। ਆਪਣੇ ਬੱਚਿਆਂ ਦਾ ਆਬਾਦ ਕਰੀ ਜਾ ਰਹੀ ਹੈ, ਭਾਵ ਇਹਨੂੰ ਖਾ ਰਹੀ ਹੈ, ਨਾਸ ਕਰਦੀ ਹੈ। ਹਮ ਦੇਖਤ ਜਿਨ ਸਭ ਜਗ ਲੂਟਿਆ। ਸਾਨੂੰ ਦੇਖਦਿਆਂ ਦੇਖਦਿਆਂ, ਅਸੀਂ ਗਿਆਨ ਦ੍ਰਿਸ਼ਟੀ ਨਾਲ ਦੇਖਦਿਆਂ, ਸਾਰਾ ਸੰਸਾਰ ਮਾਇਆ ਨੇ ਲੁੱਟ ਲਿਆ ਹੈ। ਵੇਦ ਕੀ ਪੁੱਤਰੀ ਸਿਮਰਤ ਭਾਈ। ਕਹਿੰਦੇ ਇਹਨੂੰ ਕੌਣ ਕਹਿੰਦਾ? ਇਸ ਗੱਲ ਨੂੰ ਕਹਿੰਦਾ ਕੌਣ ਹੈ? ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਭਾਈ। ਇਹ ਪਹਿਲਾਂ ਸ਼ੁਰੂ ਦੇ ਵਿੱਚ ਸੀ ਨਾ, ਇਹਦਾ ਅਰਥ ਅਖੀਰ ਦੇ ਵਿੱਚ ਸੰਪੂਰਨ ਉਸ ਤਰ੍ਹਾਂ ਉਹਨੂੰ ਮੇਲਣ ਵਾਸਤੇ ਇੱਥੇ ਮਿਲਿਆ। ਇਹ ਵੇਦਾਂ ਦੀਆਂ ਜਿਹੜੀਆਂ ਪੁੱਤਰੀਆਂ ਸਿਮਰਤੀਆਂ, 27 ਸਿਮਰਤੀਆਂ, ਕਹਿੰਦੇ ਉਹ ਇਸ ਗੱਲ ਨੂੰ ਕਹਿ ਰਹੀਆਂ ਨੇ। ਆਖੇ ਜੀ ਹੋਰ ਕੌਣ? ਕਹਿੰਦੇ ਭਗਵਾਨ ਕ੍ਰਿਸ਼ਨ ਜੀ। ਉਹ ਕਹਿੰਦੇ ਵੀ ਮਾਇਆ ਬੜੀ ਪ੍ਰਬਲ ਹੈ, ਤੇ ਦੈਵੀ ਇਸ ਗੁਣਵਤੀ ਮਮ ਈ ਮਾਇਆ ਦ੍ਰੁਤਿਆ। ਹੇ ਅਰਜਨ, ਮੇਰੀ ਮਾਇਆ ਬੜੀ ਦੁਸਤਰ ਹੈ, ਬੜੀ ਕਠਿਨ ਹੈ। ਕਹੋ ਕਬੀਰ ਮੈਂ RAM ਕਹਿ ਛੂਟਿਆ। ਤੇ ਕਬੀਰ ਸਾਹਿਬ ਜੀ ਕਹਿੰਦੇ ਆ ਵੀ ਮੈਂ ਤਾਂ ਇੱਕ ਰਾਮ ਦਾ ਨਾਮ ਲੈ ਕੇ ਛੁੱਟ ਗਿਆ ਹਾਂ, ਭਾਵ ਮੇਰਾ ਛੁਟਕਾਰਾ ਹੋ ਗਿਆ ਹੈ। ਗੋਵੜੀ ਕਬੀਰ ਜੀ। ਕਬੀਰ ਸਾਹਿਬ ਜੀ ਦੇ ਕੋਲ ਜਦੋਂ ਉਹ ਪੰਚਕੋਸ਼ੀ ਤੋਂ ਆਏ, ਬਿਰਧ ਹੋ ਗਏ, ਜੋੜ ਮੇਲੇ ਤੋਂ ਆਏ ਸੀ, ਤੁਰ ਹੋਵੇ ਨਾ, ਕਿਉਂਕਿ ਬਿਰਧ ਸਰੀਰ ਹੋ ਗਿਆ ਕਬੀਰ ਜੀ ਦਾ। ਰਸਤੇ ਵਿੱਚ ਇੱਕ ਸ਼ਰਧਾਲੂ ਰਾਜਾ ਮਿਲ ਗਿਆ। ਉਹਨੇ ਕਬੀਰ ਜੀ ਵਾਸਤੇ ਇੱਕ ਘੋੜਾ ਲੈ ਆਂਦਾ।
ਕਬੀਰ ਜੀ ਤੁਸੀਂ ਘੋੜੇ ਤੇ ਸਵਾਰੀ ਕਰਿਆ ਕਰੋ। ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਪਹਿਲਾਂ ਹੀ ਘੋੜੇ ਤੇ ਸਵਾਰ ਹਾਂ। ਕਹਿੰਦੇ ਜੀ ਕਿਹੜੇ ਘੋੜੇ ਤੇ? ਕਹਿੰਦੇ ਆ ਤੈਨੂੰ ਦਸੀਏ। ਉਹ ਘੋੜੇ ਦੇ ਪ੍ਰਕਰਨ ਦੁਆਰਾ ਉਹਨੂੰ ਬ੍ਰਹਮ ਗਿਆਨ ਦੇਣ ਲੱਗੇ। ਤੈਨੂੰ ਕਹਿੰਦੇ ਉਹ ਜਿਹੜਾ ਘੋੜੇ ਉੱਪਰ ਚੜ੍ਹਨਾ ਚਾਹੀਦਾ ਤੂੰ ਵੀ ਉਹਦੇ ਚੜ੍ਹਿਆ ਕਰ ਜਿਹੜੇ ਘੋੜੇ ਤੇ ਅਸੀਂ ਚੜ੍ਹੇ ਆ। ਕਹਿੰਦਾ ਜੀ ਮੈਨੂੰ ਸਮਝ ਨਹੀਂ ਆਈ। ਉਸ ਵੇਲੇ ਸ਼ਬਦ ਉਚਾਰਿਆ, ਜੇ ਮੁਹਾਰ ਲਗਾਮ ਪਹਿਰਾਵੋ। ਹੇ ਭਾਈ, ਜੋ ਮੁਹਾਰ ਤੇ ਮੋਹ ਨੂੰ ਹਾਰ ਦੇਣੀ ਹੈ, ਮੋਹ ਜਮਾ ਹਾਰ, ਮੋਹ ਨੂੰ ਹਾਰ ਦੇ ਦੇਣੀ ਹੈ। ਜੋ ਪਰਮੇਸ਼ਰੀ ਭਗਤੀ ਹਿਰਦੇ ਅੰਦਰ ਲਗਨ ਲੱਗਣੀ ਹੈ, ਲਗਨ ਲੱਗ ਗਈ ਜਿਹੜੀ, ਤੇ ਇਸ ਤਰ੍ਹਾਂ ਲਗਾਮ ਉਹ ਲਗਾਮ ਹੈ। ਮਨ ਰੂਪੀ ਘੋੜੇ ਨੂੰ ਇਹ ਲਗਾਮ ਪਹਿਰਾਵੋ, ਪਹਿਨਾਉਣਾ ਕਰੋ ਇਸ ਨੂੰ। ਸਗਲ ਤਜੀਨ ਗਗਨ ਦੋਹਰਾਵੋ। ਸਗਲ ਸਾਰੇ ਪਦਾਰਥ ਜਾਂ ਸੰਬੰਧੀਆਂ ਆਦਿਕ ਦਾ ਤਜੀਨ ਤਿਆਗਣਾ ਕਰਨ ਰੂਪ ਕਾਠੀ ਪਾਈ ਹੈ ਮਨ ਰੂਪੀ ਘੋੜੇ ਦੇ ਉੱਤੇ। ਇਹ ਫਿਰ ਸਗਲ ਤਜੀਨ ਦੁਬਾਰੇ ਬੋਲਿਓ। ਸਗਲ ਤਜੀਨ ਗਗਨ ਦੋਹਰਾਵੋ। ਤੇ ਇਹ ਫਿਰ ਸਗਲ ਸਾਰੇ ਪਦਾਰਥ ਸੰਬੰਧੀਆਂ ਆਦਿਕ ਦਾ ਜਿਹੜਾ ਤਜੀਨ ਤਿਆਗਣਾ, ਇਹ ਤਾਂ ਹੋ ਗਈ ਕਾਠੀ। ਮਨ ਰੂਪੀ ਘੋੜੇ ਨੂੰ ਗਗਨ ਚਿਦਾ ਆਕਾਸ਼ ਵਿੱਚ ਦੁਹਰਾਵੋ। ਜਿਵੇਂ ਘੋੜੇ ਦੀ ਚਾਲ ਢਾਈ ਦੀ ਹੈ, ਉਹਦੇ ਸਵਾਰ ਹੋਈਦਾ, ਉਹਦੇ ਤੇ ਦੜਾਉਣਾ ਭਜਾਉਣਾ ਕੀਤਾ ਹੈ। ਆਪਣੇ ਵਿਚਾਰ ਅਸਵਾਰੀ ਕੀਜੈ। ਤੇ ਆਪਣੇ ਨਿਜ ਸਰੂਪ ਭਾਵ ਆਤਮਿਕ ਸਰੂਪ ਨੂੰ, ਉਸ ਆਤਮ ਸਰੂਪ ਤੇ ਪਰਮਾਤਮਾ ਆਤਮ ਰੂਪ ਹੈ, ਇਹ ਜਾਣ ਲੈਣਾ ਕਿ ਪਰਮਾਤਮਾ ਆਤਮਾ ਰੂਪ ਹੈ, ਆਤਮਾ ਪਰਮਾਤਮਾ ਰੂਪ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਅਜਿਹੇ ਸਰੂਪ ਦੀ ਜੋ ਵਿਚਾਰ ਕਰਨੀ ਹੈ, ਉਹਦੇ ਵਿੱਚ ਇਸਤਤ ਹੋਣਾ। ਇਹ ਸਵਾਰੀ ਕੀਜੈ, ਇਹ ਸਵਾਰੀ ਕੀਤੀ ਹੈ ਅਸੀਂ, ਤੂੰ ਵੀ ਇਹ ਸਵਾਰੀ ਕਰ। ਸਹਿਜ ਕੈ ਪਾਵੜੈ ਪਗ ਧਰ ਲੀਜੈ। ਜਿਹੜੀ ਹਿਰਦੇ ਵਿੱਚ, ਬਾਣੀ ਵਿੱਚ, ਹਿਰਦੇ ਵਿੱਚ, ਜ਼ਬਾਨ ਵਿੱਚ ਜੋ ਬੋਲਦੇ ਆ, ਚਿੱਤ ਤੇ ਮਨ ਦੇ ਅੰਦਰ ਸਹਿਜ ਸ਼ਾਂਤੀ ਧਾਰਨ ਕਰਨੀ ਹੈ। ਇਹ ਦੋ ਪਾਵੜੇ, ਇਹ ਪੈੜੇ ਰਕਾਬਾਂ ਨੇ, ਇਹਨੂੰ ਚੋਂ ਸਮਦਮ ਸਾਧਨਾ ਰੂਪੀ ਪਗ ਪੈਰ ਧਰ ਲੈ, ਇਹਦੇ ਵਿੱਚ ਲੀਜਾ ਲੈਣਾ ਕਰ, ਇਹ ਸਾਧਨ ਕਰ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਚੱਲ ਰੇ ਵੈਕੁੰਠ ਤੁਝੈ ਲੇ ਤਾਰੋ। ਇਹ ਮਨ ਰੂਪੀ ਘੋੜੇ ਤੇ ਸਵਾਰ ਹੋ ਕੇ ਇਉਂ ਕਹੀਏ, ਰੇ ਹੇ ਮਨਾ ਚੱਲ ਚੱਲਣਾ ਕਰ, ਤੈਨੂੰ ਵੈਕੁੰਠ ਸਾਧ ਸੰਗਤ ਵਿੱਚ ਲੈ ਚੱਲੀਏ। ਉੱਥੇ ਪਰਮੇਸ਼ਰ ਦਾ ਕੀਰਤਨ ਹੁੰਦਾ ਹੈ, ਉੱਥੇ ਪਰਮੇਸ਼ਰ ਦੀ ਕਥਾ ਹੁੰਦੀ ਹੈ, ਭਜਨ ਸੁਣਾ ਕੇ ਤੈਨੂੰ ਤਾਰਨਾ ਕਰੀਏ, ਤੇ ਇਸ ਕਰਕੇ ਮੁਕਤ ਕਰ ਦਈਏ ਤੈਨੂੰ, ਉੱਥੇ ਤੈਨੂੰ ਲੈ ਚੱਲੀਏ। ਵੈਕੁੰਠ ਕਿਸ ਨੂੰ ਕਹਿੰਦੇ ਨੇ? ਬੈ ਨਾਮ ਹੈ ਦਵੈਸ਼ ਦਾ, ਕੁੰਠ ਨਾਮ ਹੈ ਰੁਕ ਜਾਣ ਦਾ। ਜਿੱਥੇ ਬਾਸ਼ਨਾਵਾਂ ਰੁਕ ਜਾਣ, ਜਿੱਥੇ ਦਵੈਸ਼ ਰੁਕ ਜਾਏ। ਐਸਾ ਕੀ ਹੈ ਟਿਕਾਣਾ? ਉਹ ਹੈ ਸਾਧ ਸੰਗਤ ਦਾ ਟਿਕਾਣਾ ਭਾਈ। ਉਹ ਟਿਕਾਣੇ ਆਖੇ ਤੈਨੂੰ ਲੈ ਚੱਲੀਏ, ਸੰਸਾਰ ਤੋਂ ਤੈਨੂੰ ਤਾਰਨਾ ਕਰੀਏ। ਹਿਚ ਹੈ ਤਾ ਪ੍ਰੇਮ ਕੈ ਚਾਬੁਕ ਮਾਰੋ। ਕਹਿੰਦੇ ਜੇ ਹਿਚਕੜੀਚੀਆਂ ਕੀਤੀਆਂ, ਅੜੀ ਕੀਤੀ, ਤਾਂ ਪ੍ਰੇਮ ਰੂਪੀ ਚਾਬੁਕ ਵੀ, ਕੋਰੜੇ ਵੀ ਮਾਰਾਂਗੇ, ਤੈਨੂੰ ਸਿੱਧਾ ਕਰ ਦਿਆਂਗੇ। ਕਹਿਤ ਕਬੀਰ ਭਲੇ ਅਸਵਾਰਾ। ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ, ਮਨ ਰੂਪੀ ਘੋੜੇ ਤੇ ਅਸਵਾਰਾ ਸਵਾਰ ਹੋਣ ਵਾਲੇ ਉਹ ਪੁਰਖ ਚੰਗੇ ਸ੍ਰੇਸ਼ਟ ਸਵਾਰ ਮੰਨੇ ਜਾਂਦੇ ਨੇ। ਵੇਦ ਕਤੇਬ ਤੇ ਰਹਿ ਨਿਰਾਰਾ। ਜਿਹੜੇ ਵੇਦਾਂ ਕਤੇਬਾਂ ਤੋਂ ਨਿਰਾਲੀ ਹੋ ਰਹੇ ਨੇ, ਕਰਮਕਾਂਡ 'ਚ ਨਹੀਂ ਫਸਦੇ। ਸੁਰਤੀਆਂ ਸਿਮਰਤੀਆਂ ਦੇ ਵਿੱਚ ਜੋ ਕਰਮਕਾਂਡ ਹੈ ਉਹਦੇ 'ਚ ਨਹੀਂ ਫਸਦੇ। ਵੇਦਾਂ ਸ਼ਾਸਤਰਾਂ ਦਾ ਕਰਮਕਾਂਡ ਜਿਹੜਾ ਕਥਨ ਕੀਤਾ ਹੈ, ਵੇਦ ਕਤੇਬ, ਦੁਬਾਰੇ ਬੋਲਿਓ। ਵੇਦ ਕਤੇਬ ਤੇ ਰਹਿ ਨਿਰਾਰਾ। ਜਿਹੜਾ ਵੇਦ ਕਤੇਬਨ, ਚਾਰੇ ਵੇਦ ਜਿਨ੍ਹਾਂ 'ਚ ਕਰਮਕਾਂਡ, ਕਤੇਬ ਜਿਹੜੇ ਵੇਦ ਹੈ ਉਹ ਕਰਮਕਾਂਡ ਦੱਸਦੇ ਨੇ, ਜਿਹੜੇ ਕਤੇਬਾਂ ਨੇ ਉਹ ਸ਼ਰ੍ਹਾ ਦੱਸਦੀਆਂ ਨੇ। ਇਹ ਜਿਹੜੀ ਵੇਦਾਂ ਕਤੇਬਾਂ ਦੇ ਵਿੱਚ ਇਹ ਕਰਮਕਾਂਡ ਦੀ ਸ਼ਰ੍ਹਾ ਰੂਪ ਝਾੜੀਆਂ ਵਿੱਚ, ਵੇਦਾਂ ਕਤੇਬਾਂ ਦੇ ਉਧਰ ਕਰਮਕਾਂਡ, ਇਧਰ ਸ਼ਰ੍ਹਾ, ਇਹਦੇ ਵਿੱਚ ਜਿਹੜਾ ਫਸ ਗਿਆ ਤਾਂ ਪਰਮੇਸ਼ਰ ਦੀ ਭਗਤੀ ਨਹੀਂ ਹੋਏਗੀ। ਇਸ ਕਰਕੇ ਦੁਬਾਰੇ ਬੋਲਦੇ ਵੇਦ ਕਤੇਬ ਤੇ। ਵੇਦ ਕਤੇਬ ਤੇ ਰਹਿ ਨਿਰਾਰਾ। ਇਸ ਕਰਕੇ ਕਰਮ ਕਾਂਡਾਂ ਤੋਂ ਸ਼ਰ੍ਹਾ ਆਦਿ ਤੋਂ ਉੱਪਰ ਉੱਠ ਕੇ ਨਿਰਾਲਾ ਹੋ ਕੇ ਭਗਤੀ ਕਰਨੀ ਚਾਹੀਦੀ ਹੈ। ਗੌੜੀ ਕਬੀਰ ਜੀ। ਕਬੀਰ ਸਾਹਿਬ ਜੀ ਇੱਕ ਪ੍ਰਾਣੀ ਚੜ੍ਹਾਈ ਕਰ ਗਿਆ ਕੰਸੀ ਦੇ ਵਿੱਚ, ਉਹਦੇ ਸੰਸਕਾਰ ਤੇ ਗਏ। ਸੰਸਕਾਰ ਤੋਂ ਬਾਅਦ ਆ ਕੇ ਬੈਰਾਗ ਦੇ ਵਿੱਚ ਬੈਠੇ।
ਫਿਰ ਉੱਥੇ ਉਪਦੇਸ਼ ਦੇਣ ਲੱਗੇ ਹਨ ਆਪਣੇ ਪ੍ਰੇਮੀਆਂ ਨੂੰ। ਜੇ ਮੁਖ ਪੰਚੋ ਅੰਮ੍ਰਿਤ ਖਾਏ, ਜਿਹੜੇ ਮੁਖ ਮੂੰਹ ਦੇ ਨਾਲ ਪੰਚੋ ਅੰਮ੍ਰਿਤ, ਪੰਜ ਅੰਮ੍ਰਿਤ ਰੂਪ ਪਦਾਰਥ ਮੰਨੇ ਆ, ਉਹ ਹੀ ਖਾਂਦਾ ਸੀ। ਭਾਵ ਜਿਹਦੇ ਵਿੱਚ ਸ਼ਹਿਦ ਹੈ ਜਿਹੜਾ, ਇਹ ਵੀ ਅੰਮ੍ਰਿਤ ਮੰਨੇ ਆ। ਮਿਸਰੀ ਜਿਹੜੀ ਹੈ ਇਹ ਵੀ ਅੰਮ੍ਰਿਤ ਮੰਨੀ ਹੈ। ਦਹੀਂ, ਦੁੱਧ ਤੇ ਘਿਓ, ਇਹ ਪੰਜ ਅੰਮ੍ਰਿਤ ਪਦਾਰਥ ਰੂਪ, ਇਹ ਅੰਮ੍ਰਿਤ ਰੂਪ ਪਦਾਰਥ ਖਾਂਦੇ ਸੀ। ਉਹ ਹਾਲਤ ਕੀ ਹੋ ਗਈ ਅੱਜ ਉਸ ਦੇ? ਤੇ ਮੁਖ ਦੇਖਤ ਲੂਕਟ ਲਾਏ, ਉਹਦੇ ਮੂੰਹ ਦੇ ਉੱਤੇ, ਮੁਖ ਦੇ ਉੱਤੇ ਲੂਕਟ ਲਾਂਬੂ, ਚੁਆਤੀ ਲਾ ਦਿੱਤੀ ਹੈ। ਦੇਖੋ ਕਹਿੰਦੇ ਉਹ ਸੜ ਕੇ ਸੁਆਹ ਹੋ ਗਿਆ ਹੈ। ਉਸ ਮੁਖ ਨੂੰ ਦੇਖਦਿਆਂ ਦੇਖਦਿਆਂ ਲੂਕਟ ਚੁਆਤੀ ਲਾ ਦਿੰਦੇ ਹਨ। ਇੱਕ ਦੁਖ ਰਾਮ ਰਾਏ ਕਾਟੋ ਮੇਰਾ, ਇਹ ਮੇਰੇ ਰਮੇ ਹੋਏ ਰਾਮ ਪ੍ਰਕਾਸ਼ ਰੂਪ, ਮੇਰਾ ਇੱਕ ਦੁੱਖ ਕਸ਼ਟ ਕਾਟੋ ਕੱਟਣਾ ਕਰੋ ਜੀ। ਆਗਨ ਦਹ ਅਰ ਗਰਭ ਬਸੇਰਾ, ਕਹਿੰਦੇ ਕਿਹੜਾ ਦੁੱਖ ਹੈ? ਇੱਕ ਤਾਂ ਕਹਿੰਦੇ ਕਾਲ ਦਾ ਦੁੱਖ ਹੈ, ਕਾਲ ਦੀ ਅੱਗ ਦਹ ਸਾੜ ਰਹੀ ਹੈ, ਅਤੇ ਦੂਸਰਾ ਮਾਤਾ ਦੇ ਗਰਭ ਵਿੱਚ ਬਸੇਰਾ ਹੁੰਦਾ ਹੈ, ਉੱਥੇ ਬਹੁਤ ਕਸ਼ਟ ਨੇ। ਇਹ ਮੇਰਾ ਜੰਮਣ ਤੇ ਮਰਨ ਦਾ, ਹੇ ਮੇਰੇ ਭਗਵਾਨ ਜੀ ਮੇਰਾ ਦੁੱਖ ਕੱਟ ਦਿਓ, ਮੈਂ ਮੁੜ ਕੇ ਗਰਭ ਦੇ ਵਿੱਚ ਨਾ ਜਾਵਾਂ, ਜੂਨੀਆਂ 'ਚ ਨਾ ਜਾਵਾਂ, ਜੰਮਣ ਮਰਨ ਤੋਂ ਰਹਿਤ ਕਰ ਦਿਓ ਮੈਨੂੰ, ਤੇ ਮੈਨੂੰ ਕਾਲ ਦੀ ਅਗਨੀ ਨਾ ਸਾੜੇ। ਰਹਾਉ ਅਸਾਈ ਦੇ ਕੇ ਕਹਿੰਦੇ ਨੇ, ਕਾਇਆ ਬਿਗੂਤੀ ਬਹੁ ਵਿਦ ਭਾਤੀ, ਹੇ ਭਾਈ ਇਹ ਕਾਇਆ ਦੇਹੀ ਜਿਹੜੀ ਹੈ ਤੇ ਇਹ ਛੁੱਟ ਜਾਂਦੀ ਹੈ ਬਹੁ ਅਨੇਕਾਂ ਵਿਦ ਪ੍ਰਕਾਰ ਕਰਕੇ, ਢੰਗਾਂ ਦੇ ਨਾਲ। ਇਹ ਵਿਗੂਤੀ ਜਿਹੜੀ ਹੈ ਨਾ, ਵਿਗੂਤੀ ਖਰਾਬ ਹੋ ਰਹੀ ਹੈ, ਨਸ਼ਟ ਹੋ ਰਹੀ ਹੈ। ਕੋ ਜਾਰੇ ਕੋ ਗੱਡ ਲੈ ਮਾਟੀ, ਕੋਈ ਹਿੰਦੂ ਚਿਖਾ ਵਿੱਚ ਸਾੜ ਦਿੰਦਾ ਹੈ, ਕੋਈ ਇਸ ਨੂੰ ਮੁਸਲਮਾਨ ਜਿਹੜੇ ਨੇ ਉਹ ਧਰਤੀ ਦੇ ਵਿੱਚ ਗੱਡ ਦਿੰਦੇ ਆ, ਭਾਵ ਕਬਰ ਦੇ ਵਿੱਚ। ਉਹ ਹੈ ਤਾਂ ਮਿੱਟੀ ਉਹ ਹੋਣਾ, ਚਾਹੇ ਜਲਦੀ ਦੇ ਕੇ ਸੁਆਹ ਹੋਗੀ, ਚਾਹੇ ਹੌਲੀ ਹੌਲੀ ਹੋਗੀ। ਪਰ ਕੋਈ ਮਿੱਟੀ ਦੇ ਵਿੱਚ ਗੱਡ ਦਿੰਦਾ, ਕਬਰ ਬਣਾ ਕੇ ਉਹਦੇ 'ਚ ਮੁਰਦੇ ਨੂੰ ਪਾ ਦਿੰਦਾ, ਕੋਈ ਭਾਈ ਸਾੜ ਦਿੰਦਾ। ਇਹੀ ਹਾਲ ਹੋਣਾ ਇਸ ਦਾ। ਇੱਕ ਦੱਜਾ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਹ ਸੱਟਿਆ, ਇੱਕ ਪੀ ਫਿਰ ਹੱਸਣ ਪਾਹੇ। ਤੇ ਇਸ ਕਰਕੇ ਓਏ ਲੈ ਜਾ ਰਹੇ ਓਏ ਲੈ ਗਾਡੇ, ਤੇਰੀ ਗੱਤ ਦੋਹ ਨਾ ਪਾਈ। ਇਹ ਐਸਾ ਹਾਲਤ ਹੋ ਰਹੀ ਹੈ। ਕਹੋ ਕਬੀਰ ਹਰ ਚਰਨ ਦਿਖਾਵਹੁ, ਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਮੇਰੇ ਹਰੀ ਪਰਮੇਸ਼ਰ ਵਾਹਿਗੁਰੂ, ਆਪਣੇ ਜਿਹੜੇ ਚਰਨ ਕਮਲਾਂ ਦਾ ਸਾਨੂੰ ਧਿਆਨ ਬਖਸ਼ ਕੇ ਨਾ, ਇਹਨਾਂ ਵਿੱਚ ਆਪਣਾ ਦਰਸ਼ਨ, ਆਪਣਾ ਚਿਹਰਾ ਦਿਖਾ ਦਿਓ। ਸਗਲ ਭਵਨ ਕੇ ਨਾਇਕਾ ਮੋਹਿ ਕਿਛਨ ਦਰਸ਼ ਦਿਖਾਏ ਜੀ। ਦਿਖਾਵੋ, ਦਿਖਾਉਣਾ ਕਰੋ ਸਾਨੂੰ, ਆਪਣੇ ਚਰਨਾਂ ਕਮਲਾਂ ਦਾ ਦਰਸ਼ਨ ਦਿਖਾਉਣਾ ਕਰੋ ਜੀ। ਪਾਛੈ ਤੇ ਜਮ ਕਿਉ ਨਾ ਪਠਾਵਹੁ, ਹੇ ਪਰਮੇਸ਼ਰ ਜੋ ਜਨਮਾਂ ਦਾ ਇਹ ਜਿਹੜਾ ਜਮ ਰਾਜ ਸਾਡੇ ਪਿੱਛੇ ਪਿਆ ਹੋਇਆ, ਲੱਗਿਆ ਹੋਇਆ, ਜਿੱਥੇ ਜਾਂਦੇ ਆ, ਜਹਾਂ ਜਹਾਂ ਇਹ ਦੇਹੀ ਧਾਰੀ ਰਹਿ ਨਾ ਪਾਇਆ ਕਬੂ, ਉੱਥੇ ਹੀ ਕਾਲ ਪਹੁੰਚ ਗਿਆ। ਸ਼ਿਕਾਰੀ ਦੀ ਤਰ੍ਹਾਂ ਮਗਰ ਲੱਗਿਆ ਰਿਹਾ, ਇੱਕ ਵਾਰੀ ਨਹੀਂ ਮਾਰ ਕੇ ਸਰਿਆ, ਬਾਰ-ਬਾਰ ਮਾਰਦਾ ਹੈ, ਜਿੱਥੇ ਜਾਂਦੇ ਉੱਥੇ ਹੀ ਪਹੁੰਚ ਜਾਂਦਾ ਹੈ। ਇਸ ਨੂੰ ਸਾਡੇ ਪਿੱਛੋਂ ਕਿਉਂ ਨਾ ਪਠਾਵੋ, ਇਹਨੂੰ ਪਿੱਛੇ ਹੀ ਕਿਉਂ ਨਹੀਂ ਭੇਜ ਦਿੰਦੇ? ਪਠਾਵੋ ਨਾ ਭੇਜਣ ਦਾ ਹੁੰਦਾ, ਪਿੱਛੋਂ ਹੀ ਭੇਜ ਦਿਓ, ਮਤਲਬ ਦੂਰ ਹੀ ਕਰ ਦਿਓ, ਸਾਡੇ ਨੇੜੇ ਨਾ ਲੱਗੇ। ਦੁਬਾਰੇ ਬੋਲਦੇ ਹੋ, ਪਾਛੈ ਤੇ ਜਮ ਕਿਉ ਨਾ ਪਠਾਵਹੁ, ਤੇ ਜਦੋਂ ਤੁਹਾਡੇ ਚਰਨਾਂ ਕਮਲਾਂ ਦਾ ਦਰਸ਼ਨ ਹੋ ਗਿਆ ਤਾਂ ਪਿੱਛੋਂ ਭਾਵੇਂ ਜਮ ਨੂੰ ਕਿਉਂ ਨਾ ਪਠਾਵੋ। ਇੱਥੇ ਇਹਦੇ ਚ ਆਊਗਾ ਪਾਠ ਤਾਂ ਜਿਹੜਾ ਇਸੇ ਤਰੀਕੇ ਨਾਲ, ਇਹ ਜਿਹੜਾ ਜਮ ਹੈ, ਜਮ ਕਿਉਂ ਨੰਨਾ ਨਾਲ ਲਾ ਦੇਣਾ, ਕਿਉਂ। ਫਿਰ ਪਾਛੇ ਜਿਹੜਾ ਜਮ ਧਰਮ ਰਾਜ ਹੈ, ਕਿਉਂ ਪਠਾਵੋ, ਉਹ ਕਿਵੇਂ ਦੂਤਾਂ ਨੂੰ ਭੇਜ ਦੂਗਾ ਸਾਨੂੰ ਮਾਰਨ ਵਾਸਤੇ? ਤੁਹਾਡੇ ਚਰਨ ਸਾਡੇ ਹਿਰਦੇ 'ਚ ਵਸਦੇ ਹੋਣ, ਤੇ ਜਮ ਕਿਉਂ ਪਠਾਵੋ, ਕਿਵੇਂ ਭੇਜ ਦੂਗਾ ਧਰਮ ਰਾਜ ਆਪਣੇ ਦੂਤਾਂ ਨੂੰ ਵੀ ਫਰਾਣੇ ਦੇ ਪ੍ਰਾਣ ਕੱਢ ਕੇ ਲਿਆਓ? ਭਾਵ ਨਹੀਂ ਕਰ ਸਕਦਾ। ਅਮਰ ਜੀਵਨ ਤੁਸੀਂ ਬਖਸ਼ ਦੇਨੇ ਹੋ। ਇਉਂ ਸਾਧ ਸੰਗਤ ਜੀ, ਇੱਥੇ ਅੱਜ ਦੇ ਨਿਤਨੇਮ ਦੀ ਸਮਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਸਾਹਿਬ ਜੀ ਖਿਮਾ ਕਰਨ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਸਮਾਂ ਹੋ ਗਿਆ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਕਹੋ ਕਬੀਰ ਹਰ ਚਰਨ ਦਿਖਾਵਹੁ, ਪਾਛੈ ਤੇ ਜਮ ਕਿਉ ਨਾ ਪਠਾਵਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।